ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਮੈਂ ਹਾਂ ਮੋਹਿਤ ਰੁਬਲ। ਪ੍ਰੋਗਰਾਮ ਇਲੈਕਸ਼ਨ ਆਰ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਮੈਂ ਹਾਜ਼ਰ ਹੋ ਗਿਆ। ਦੋਸਤੋ, ਜਿਵੇਂ ਅਸੀਂ ਚੋਣਾਂ ਵੱਲ ਵੱਧ ਰਹੇ ਹਾਂ, ਜਿਹੜੇ ਵਾਅਦੇ ਨੇ, ਜਿਹੜੇ ਜ਼ੁਬਾਨੀ ਜਿਹੜੇ ਮੈਨੀਫੈਸਟੋ ਕਹੇ ਜਾ ਰਹੇ ਨੇ, ਉਹ ਸਾਹਮਣੇ ਆ ਰਹੇ ਨੇ। ਹਰ ਕੋਈ ਨਵਾਂ ਵਾਅਦਾ ਕਰ ਰਿਹਾ, ਹਰ ਕੋਈ ਨਵੀਂ ਗੱਲਬਾਤ ਕਰ ਰਿਹਾ ਕਿ ਸਾਡੀ ਪਾਰਟੀ ਇਹ ਕਰ ਦੇਗੀ, ਉਹ ਕਰ ਦੇਗੀ। ਤੇ ਸਾਡਾ ਜਿਹੜਾ ਅੱਜ ਦਾ ਜਿਹੜੀ ਸਾਰਥਕ ਜਿਹੜੀ ਵਿਚਾਰ ਹੋਏਗੀ, ਚਰਚਾ ਹੋਏਗੀ, ਉਹ ਇਸੇ ਆਲੇ ਦੁਆਲੇ ਹੋਏਗੀ ਕਿ ਹਾਂ ਵੀ ਉਹਨਾਂ ਨੇ ਹੁਣ ਤੱਕ ਕੀ ਕੀਤਾ ਤੇ ਜੋ ਵਾਅਦੇ ਉਹ ਕਰ ਰਹੇ ਨੇ ਉਹ ਕਿਵੇਂ ਉਸ ਨੂੰ ਮੁਕੰਮਲ ਕਰਨਗੇ। ਸੋ ਇਸ ਪੂਰੀ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਜਿਹੜੇ ਅੱਜ ਦੇ ਦੋਸਤ ਜਿਹੜੇ ਨੇ ਅਲੱਗ-ਅਲੱਗ ਪਾਰਟੀਆਂ ਤੋਂ ਜੁੜ ਚੁੱਕੇ ਨੇ। ਸਾਡੇ ਨਾਲ ਕਾਂਗਰਸ ਤੋਂ ਸਾਡੇ ਨਾਲ ਜੁੜੇ ਨੇ ਰੋਬਿਨਦੀਪ ਸਿੰਘ ਭੁੱਲਰ ਜੀ। ਇਸ ਤੋਂ ਇਲਾਵਾ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਜੁੜੇ ਨੇ ਅਹਿਬਾਬ ਗਰੇਵਾਲ ਜੀ ਤੇ ਅਕਾਲੀ ਦਲ ਤੋਂ ਸਾਡੇ ਨਾਲ ਜੁੜੇ ਨੇ ਰਣਜੀਤ ਸਿੰਘ ਖੋਜੇਵਾਲ ਜੀ। ਤੇ ਐਂਡ ਪੂਰੀ ਇਸ ਡਿਸਕਸ਼ਨ ਦੇ ਦੌਰਾਨ ਸਾਡੇ ਨਾਲ ਰਹਿਣਗੇ ਸੀਨੀਅਰ ਜਰਨਲਿਸਟ ਗੁਰਮੀਤ ਸਿੰਘ ਪਲਾਹੀ ਜੀ। ਮੈਂ ਸਾਰਿਆਂ ਦਾ ਸਵਾਗਤ ਕਰਦਾ ਹਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਾਡੇ ਸੀਨੀਅਰ ਪੱਤਰਕਾਰ ਜਿਹੜੇ ਨੇ ਗੁਰਮੀਤ ਸਿੰਘ ਪਲਾਹੀ ਜੀ, ਮੈਂ ਉਹਨਾਂ ਤੋਂ ਹੀ ਜਾਣਨ ਦੀ ਕੋਸ਼ਿਸ਼ ਕਰਦਾ ਹਾਂ ਕਿ ਪਲਾਹੀ ਸਾਹਿਬ ਜਿਹੜੇ ਹੁਣ ਜਿਹੜੇ ਜਵਾਬੀ ਕਹਿ ਲਈ ਜਾਂ ਫਿਰ ਮੂੰਹੋਂ ਜਿਹੜੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਅਸੀਂ ਆਹ ਕਰ ਦਾਂਗੇ, ਉਹ ਕਰ ਦਾਂਗੇ, ਹੁਣ ਤੱਕ ਜਿਹੜੀਆਂ ਪਾਰਟੀਆਂ ਨੇ, ਪੰਜਾਬ ਦੀਆਂ ਪਾਰਟੀ ਖਾਸ ਕਰਕੇ ਜਿਹੜੀਆਂ ਅਕਾਲੀ ਦਲ ਜਾਂ ਕਾਂਗਰਸ ਨੇ, ਉਹਨਾਂ ਨੇ ਹੁਣ ਤੱਕ ਜਿਹੜੇ ਵਾਅਦੇ ਕੀਤੇ ਸੀਗੇ ਉਹ ਕਿੰਨੇ ਕੁ ਮੁਕੰਮਲ ਹੋਏ ਨੇ, ਕਿੰਨੇ ਕੁ ਗਰਾਊਂਡ ਲੈਵਲ ਤੇ ਪੂਰੇ ਹੋਏ ਨੇ, ਜਿਹੜੇ ਨਵੇਂ ਕਰ ਰਹੇ ਨੇ, ਤੁਸੀਂ ਸਭ ਨੂੰ ਕਿਵੇਂ ਦੇਖ ਰਹੇ ਹੋ? मोहित जी, बड़ा अच्छा सवाल तुसी कीता है और इस बहस नूं असीं अगे तोरांगे जी कि श्रोमणी अकाली दल ते भाजपा जिहड़ी 10 साल पंजाब दे उत्ते राज करदी रही और उपरंत 4 साल तो लगभग वध समा हो गया कांग्रेस नूं राज करदिआं। इन्हां ने आपो अपने समय दे विच बड़े वड्डे वादे कीते। कुछ वादिआं नूं उन्हां ने ਜ਼ਮੀਨੀ ਪੱਧਰ ਤੇ लागू करन दा भी यतन कीता। ਅਕਾਲੀ ਦਲ ਵੱਲੋਂ ਬਹੁਤ ਸਾਰੇ ਜਿਹੜੇ ਵਾਅਦੇ ਕੀਤੇ ਗਏ ਸੀ ਕਿ ਇੱਥੋਂ ਦੀ ਇਨਫਰਾਸਟ੍ਰਕਚਰ ਜਿਹੜਾ ਹੈ ਉਸ ਨੂੰ ਡਿਵੈਲਪ ਕੀਤਾ ਜਾਏਗਾ। ਕੁਝ ਇੱਕ ਰਿਆਇਤਾਂ ਜਿਹੜੀਆਂ ਉਹਨਾਂ ਵੱਲੋਂ ਦਿੱਤੀਆਂ ਗਈਆਂ ਸੀ ਉਹ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਉਹਨਾਂ ਵੱਲੋਂ ਕੀਤਾ ਗਿਆ। ਔਰ ਇਸ ਮਾਮਲੇ ਤੇ ਜਿੰਨੇ ਵੀ ਹੋਰ ਵਾਅਦੇ ਉਹਨਾਂ ਨੇ ਕੀਤੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ, ਉਸ ਵੇਲੇ ਜਿਸ ਵੇਲੇ ਉਹਨਾਂ ਨੇ ਦੁਬਾਰਾ ਇਲੈਕਸ਼ਨ ਲੜੀ ਔਰ ਉਹਦੇ ਵਿੱਚ ਸਫਲਤਾ ਹਾਸਲ ਕੀਤੀ, ਪਰ ਬਹੁਤ ਸਾਰੇ ਮਾਮਲਿਆਂ ਦੇ ਉੱਤੇ ਲੋਕਾਂ ਦੇ ਸਵਾਲ ਲਗਾਤਾਰ ਇਸ ਢੰਗ ਦੇ ਨਾਲ ਉੱਭਰ ਕੇ ਸਾਹਮਣੇ ਆਉਂਦੇ ਰਹੇ ਕਿ ਹੁਣ ਵਾਲੀ ਕਾਂਗਰਸ ਵੱਲੋਂ ਵੀ, ਪਹਿਲਾਂ ਵੀ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਜਾਂ ਉਹਨਾਂ ਵੱਲੋਂ ਦਿੱਤੇ ਮੈਨੀਫੈਸਟੋ ਦੇ ਅਨੁਸਾਰ ਕਿ ਦੱਖਣੀ ਭਾਰਤ ਤੋਂ ਰਿਆਇਤਾਂ ਦੀ ਜਿਹੜੀ ਰਾਜਨੀਤੀ ਉੱਤਰੀ ਭਾਰਤ ਦੇ ਵਿੱਚ ਤੁਰੀ ਔਰ ਪੰਜਾਬ ਵਿੱਚ ਵੀ ਉਸਨੇ ਆਪਣੇ ਪੈਰ ਪਸਾਰੇ ਨੇ ਕਿ ਉਹ ਪੰਜਾਬ ਦੇ ਮੁੱਦਿਆਂ ਮਸਲਿਆਂ ਨੂੰ ਛੱਡ ਕੇ ਰਿਆਇਤਾਂ ਵਾਲੀ ਰਾਜਨੀਤੀ ਵੱਲ ਨੂੰ ਤੁਰਨਾ ਉਹਨਾਂ ਨੂੰ ਚਾਹੀਦਾ ਸੀ ਕਿ ਨਹੀਂ ਤੁਰਨਾ ਚਾਹੀਦਾ ਸੀ। ਇਸ ਮਾਮਲੇ ਦੇ ਵਿੱਚ ਹੁਣ ਦੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਪਹਿਲਾਂ 300 ਯੂਨਿਟ ਬਿਜਲੀ ਮਾਫ ਕਰਨ ਦੀ ਗੱਲ ਹੋਈ, ਕਿਸੇ ਪਾਰਟੀ ਵੱਲੋਂ 400 ਯੂਨਿਟ ਦੀ ਬਿਜਲੀ ਮਾਫ ਕਰਨ ਦੀ ਗੱਲ ਹੈ, ਫਿਰ 500 ਦੀ ਵੀ ਹੋਈ ਹੈ। ਕਿਸਾਨਾਂ ਨੂੰ ਵੀ ਪਹਿਲਾਂ ਬਿਜਲੀ ਜਿਹੜੀ ਹੈ ਦਿੱਤੀ ਜਾ ਰਹੀ ਹੈ ਔਰ ਇਸੇ ਤਰ੍ਹਾਂ ਬਹੁਤ ਸਾਰੀਆਂ ਕੋਈ ਸ਼ਗਨ ਸਕੀਮਾਂ ਦੇ ਵਿੱਚ ਵਾਧਾ, ਕੋਈ ਪੈਨਸ਼ਨ ਦੇ ਵਿੱਚ ਵਾਧਾ। ਪਰ ਜਿਹੜੇ ਅਸਲ ਮੁੱਦੇ ਮਸਲੇ ਨੇ ਉਹਨਾਂ ਬਾਰੇ ਲੋਕ ਲਗਾਤਾਰ ਸਵਾਲ ਪੁੱਛਦੇ ਨੇ ਔਰ ਇੱਕ ਗੱਲ ਬਾਰੇ ਲਗਾਤਾਰ ਹੋਰ ਸਵਾਲ ਪੁੱਛਿਆ ਜਾ ਰਿਹਾ ਤੇ ਇਹ ਪਾਰਟੀਆਂ ਇਸ ਗੱਲ ਬਾਰੇ ਸਪਸ਼ਟੀਕਰਨ ਕਿਉਂ ਨਹੀਂ ਦਿੰਦੀਆਂ ਕਿ 3 ਲੱਖ ਕਰੋੜ ਕਰਜ਼ਾ ਹੈ ਪੰਜਾਬ ਦੇ ਉੱਤੇ ਤੇ ਰਿਆਇਤਾਂ ਦੇਣ ਦੇ ਨਾਲ ਆਪਣੇ ਮੈਨੀਫੈਸਟੋ ਦੇ ਵਿੱਚ ਉਹਨਾਂ ਮਸਲਿਆਂ ਨੂੰ, ਜਿਹੜੇ ਮਸਲੇ ਬੇਰੁਜ਼ਗਾਰੀ ਦੇ ਨੇ, ਜਿਹੜੇ ਮਸਲੇ ਨੌਜਵਾਨਾਂ ਦੇ ਪ੍ਰਵਾਸ ਦੇ ਨੇ, ਜਿਹੜਾ ਮਸਲਾ ਪੰਜਾਬ ਦੇ ਪਾਣੀਆਂ ਦਾ ਹੈ, ਉਸ ਮਸਲੇ ਬਾਰੇ ਚੁੱਪੀ ਕਿਉਂ ਤਾਰੀ ਬੈਠੇ ਨੇ। ਔਰ ਦੂਸਰੀ ਗੱਲ ਕਿ ਕਰਜ਼ਾ ਦਿਨੋਂ ਦਿਨ ਵਧਾਉਣ ਲਈ ਜਿਹੜੇ ਬੇਅਰਥ ਖਰਚੇ ਕੀਤੇ ਜਾ ਰਹੇ ਨੇ ਉਹਨਾਂ ਬਾਰੇ ਇਹਨਾਂ ਦੀ ਚੁੱਪੀ ਕਿਉਂ ਹੈ। ਤੇ ਤੀਸਰੀ ਗੱਲ ਇੱਕ ਹੋਰ ਜਿਹੜੀ ਨਾਲ ਹੀ ਮੈਂ ਕਰ ਦੇਣੀ ਚਾਹੁੰਦਾ ਤੇ ਵੱਡੇ ਮੈਨੀਫੈਸਟੋ ਬਣਾਉਣ ਦੀ ਬਜਾਏ ਜੇ ਇਹਨਾਂ ਮੈਨੀਫੈਸਟੋ ਨੂੰ ਸੰਵਿਧਾਨਿਕ ਤੌਰ ਤੇ ਕਾਨੂੰਨੀ ਮਾਨਤਾ ਦੇ ਦਿੱਤੀ ਜਾਏ ਔਰ 5 ਸਾਲਾਂ ਬਾਅਦ ਪੁੱਛਿਆ ਜਾਏ ਕਾਨੂੰਨੀ ਤੌਰ ਤੇ ਵੀ ਸਾਡੇ ਨਾਲ ਆ ਤੁਸੀਂ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਿਉਂ ਨਹੀਂ ਕੀਤਾ, ਇਸ ਗੱਲ ਬਾਰੇ ਇਹ ਪਾਰਟੀਆਂ ਕੀ ਕਹਿਣਾ ਚਾਹੁੰਦੀਆਂ ਨੇ। ਮੈਂ ਇਸ ਗੱਲ ਦੀ ਚਰਚਾ ਪਾਰਟੀ ਦੇ ਬੜੇ ਸਹਿਯੋਗ ਨੇਤਾ ਲੋਕ ਸਾਡੇ ਦਰਮਿਆਨ ਨੇ ਔਰ ਲੋਕਾਂ ਦੇ ਵਿੱਚ ਵਿਚਰਦੇ ਆ, ਜਦੋਂ ਸਵਾਲ ਖੜੇ ਹੁੰਦੇ ਨੇ ਉਹ ਸਵਾਲ ਮੈਂ ਤੁਹਾਡੇ ਸਾਹਮਣੇ ਰੱਖੇ ਨੇ ਮੋਹਿਤ ਜੀ। ਤੇ ਵਾਕਈ ਬੜੀ ਸੋਹਣੀ ਤੁਸੀਂ ਗੱਲ ਗੁਰਮੀਤ ਸਿੰਘ ਪਲਾਹੀ ਜੀ ਕੀਤੀ ਹੈ। ਸੋ ਜਿਹੜਾ ਸਵਾਲ ਤੁਸੀਂ ਪੁੱਛਿਆ ਉਹ ਮੈਂ ਹੁਣ ਰੋਬਿਨਦੀਪ ਜਿਹੜੇ ਨੇ ਭੁੱਲਰ ਜੀ ਜਿਹੜੇ ਨੇ ਕਾਂਗਰਸ ਦੇ, ਉਹਨਾਂ ਤੋਂ ਪੁੱਛਣਾ ਚਾਹਾਂਗਾ। ਰੋਬਿਨ ਜੀ, ਤੁਹਾਡਾ ਕੀ ਕਹਿਣਾ ਹੈ?
ਗੁਰਜੀਤ ਜੀ ਬੜੀ ਖੂਬਸੂਰਤ ਗੱਲ ਕੀਤੀ ਹੈ ਪੱਤਰਕਾਰ ਸਾਹਿਬ ਨੇ, ਜਿਹੜੀ ਕੀਤੀ ਹੈ ਇਕਨੋਮੀ ਦੀ ਗੱਲ ਕੀਤੀ ਹੈ, 3 ਲੱਖ ਕਰੋੜ ਦੇ ਕਰਜ਼ੇ ਦੀ ਗੱਲ ਕੀਤੀ ਹੈ, ਤੇ ਜਿਹੜੇ ਸਾਡੇ ਨੌਜਵਾਨ ਵੀਰ ਭੈਣ ਭਰਾ ਵਿਦੇਸ਼ਾਂ ਦੇ ਵੱਲ ਨੂੰ ਕੂਚ ਕਰ ਰਹੇ ਉਹਦੀ ਗੱਲ ਕੀਤੀ ਹੈ। ਜਿਹੜੇ ਸਭ ਤੋਂ ਅਹਿਮ ਮੁੱਦੇ ਆ ਮੈਂ ਸਮਝਦਾ ਪੰਜਾਬ ਦੇ ਅੱਜ ਕੱਲ ਮਾਈਲਡ ਪ੍ਰੋਬਲਮਸ ਆ ਜਿਹੜੀਆਂ ਪੰਜਾਬ ਦੀਆਂ, ਬੜੇ ਵਧੀਆ 2 ਮੁੱਦੇ ਉਠਾਏ ਆ। ਮੈਂ ਦੱਸਣਾ ਚਾਹੁੰਦਾ ਸਾਰੇ ਪਾਰਟੀ ਦੇ ਨੁਮਾਇੰਦਿਆਂ ਨੂੰ ਤੇ ਤੁਹਾਡੇ ਮਾਧਿਅਮ ਦੇ ਰਾਹੀਂ, ਤੁਹਾਡਾ ਜਿਵੇਂ ਵਿਦੇਸ਼ਾਂ ਦੇ ਵਿੱਚ ਚੈਨਲ ਚੱਲਦਾ, ਸਾਰੇ ਵਿਦੇਸ਼ੀ ਭੈਣ ਭਰਾਵਾਂ ਨੂੰ ਤੇ ਪੰਜਾਬ ਦੇ ਵਿੱਚ ਵੀ ਰਹਿੰਦੇ, ਜਿਹੜੀ ਇਕਨੋਮੀ ਦੀ ਗੱਲ ਹੈ ਤਾਂ 1985 ਦੇ ਵਿੱਚ ਖੋਸਾ ਸਾਹਿਬ ਇਕਨੋਮੀ ਸਾਡੀ ਡਾਊਨਫਾਲ ਦੇ ਵੱਲ ਜਿਹੜੀ ਪੰਜਾਬ ਦੀ ਸ਼ੁਰੂ ਹੋ ਗਈ ਸੀ। ਜਿਹੜਾ ਕਾਲਾ ਦੌਰ ਸੀ 1983 84 82 ਉਹ ਅਰਲੀ 80s ਵਾਲਾ, ਉਦੋਂ ਸਾਡੇ ਜਿਹੜਾ ਨੁਕਸਾਨ ਹੋਇਆ ਸੀ ਪੰਜਾਬ ਦੇ ਵਿੱਚ 500 ਕਰੋੜ ਦਾ ਕਰਜ਼ਾ ਪਹਿਲੀ ਵਾਰ ਪੰਜਾਬ ਤੇ ਚੜ ਗਿਆ ਸੀ। ਤੇ ਅੱਜ 2021 ਪਹੁੰਚਦੇ ਉਹ ਪਹਿਲਾਂ ਸਰਕਾਰਾਂ ਰਹੀਆਂ, ਉਸ ਤੋਂ ਬਾਅਦ ਜਿਹੜੀ ਅਕਾਲੀ ਦਲ ਦੀ 10 ਸਾਲ ਸਰਕਾਰ ਰਹੀ, ਫਿਰ ਹੁਣ ਕਾਂਗਰਸ ਦੀ ਜਿਹੜੀ ਸਰਕਾਰ ਹੈ ਉਹ ਪਹੁੰਚਦੇ 3 ਲੱਖ ਕਰੋੜ ਤੱਕ ਹੋ ਗਿਆ। ਇਹਦੇ 'ਚ ਕੋਈ ਦੋ ਰਹਿਣਾ ਨਹੀਂ। ਪਰ ਜਿਹੜੀ ਮੈਂ ਤੁਹਾਨੂੰ ਬੜੀ ਖੁਸ਼ੀ ਨਾਲ ਇੱਕ ਗੱਲ ਦੱਸਣੀ ਚਾਹੁੰਦਾ, ਜਦੋਂ 2017 ਦੇ ਵਿੱਚ ਕਾਂਗਰਸ ਨੇ ਸਰਕਾਰ ਪੰਜਾਬ ਦੀ ਜਿਹੜੀ ਸੱਤਾ ਉਹ ਹੈਂਡ ਇਨ ਕੀਤੀ, ਤਾਂ ਜਿਹੜਾ ਸਾਡਾ ਪੰਜਾਬ ਦਾ ਫਿਸਕਲ ਡੈਫਿਸਿਟ ਸੀ ਉਹ 12.37% ਸੀ 2016 ਤੋਂ 17 ਲਈ ਜਿਹੜੇ ਇਨਿੰਗਸ ਦੇ ਵਿੱਚ, ਤੇ ਜਿਹੜਾ 2017 ਤੋਂ 18 ਦੇ ਵਿੱਚ ਉਹ 12.37% ਤੋਂ 3.06% ਤੇ ਰਹਿ ਗਿਆ। ਤੇ ਜਿਹੜੀ ਸਾਡੀ ਪ੍ਰਾਇਮਰੀ ਇਨਕਮ ਸੀ ਉਹ ਸਰਪਲਸ ਹੋ ਗਈ, ਜਾਨੀ ਜਿਹੜਾ ਸਾਡਾ ਵਿਆਜ, ਜਿਹੜੀ ਸਾਡੀ ਕਰਜ਼ ਹੈ ਪੰਜਾਬ ਤੇ, ਉਹਦੀ ਵਿਆਜ ਦੀ ਅਦਾਇਗੀ ਨੂੰ ਛੱਡ ਕੇ ਸਾਡਾ ਜਿਹੜਾ ਡੇਲੀ ਦੇ ਪ੍ਰਾਇਮਰੀ ਇਨਕਮ ਤੇ ਪ੍ਰਾਇਮਰੀ ਐਕਸਪੈਂਡੀਚਰ, ਉਹ ਸਾਡਾ ਪ੍ਰਾਇਮਰੀ ਇਨਕਮ ਸਾਡੀ ਵਿਆਜ ਦੀ ਅਸੀਂ ਅਦਾਇਗੀ ਛੱਡ ਦਈਏ ਕਰਜ਼ੇ ਦੀ, ਤਾਂ ਸਾਡੀ ਪ੍ਰਾਇਮਰੀ ਇਨਕਮ ਵੱਧ ਗਈ ਪ੍ਰਾਇਮਰੀ ਐਕਸਪੈਂਡੀਚਰ ਨਾਲੋਂ। ਤਾਂ ਜਿਹੜੀ ਸਟੇਟ ਦੇ ਵਿੱਚ, ਫਾਈਨੈਂਸ਼ੀਅਲ ਸਟੇਟ ਦੇ ਵਿੱਚ ਸੁਧਾਰ ਜ਼ਰੂਰ ਹੋਇਆ, ਪਰ ਮੈਂ ਇਹ ਨਹੀਂ ਕਹਿੰਦਾ ਕਿ ਬਿਲਕੁਲ ਅਸੀਂ ਕਰਜ਼ਾ ਖਤਮ ਕਰਨ ਦੇ ਵਿੱਚ ਕਾਮਯਾਬ ਹੋਏ ਆ। ਪਰ ਮੈਂ ਇਹ ਜ਼ਰੂਰ ਤੁਹਾਨੂੰ ਖੁਸ਼ੀ ਨਾਲ ਦੱਸ ਦੇਣਾ ਚਾਹੁੰਦਾ ਕਿ ਸਾਡੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਤੇ ਫਾਈਨਾਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ, ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਦੇ ਹੇਠ ਜਿਹੜਾ ਕਰਜ਼ਾ ਤੇ ਸਾਡਾ ਫਿਸਕਲ ਡੈਫਿਸਿਟ ਘਟਣ ਦੇ ਵਿੱਚ ਜ਼ਰੂਰ ਜਿਹੜੀ ਸਾਨੂੰ ਮਦਦ ਮਿਲੀ ਹੈ। ਦੂਜੀ ਗੱਲ ਇਹਨਾਂ ਨੇ ਕੀਤੀ ਹੈ ਪ੍ਰਵਾਸ ਦੇ ਵੱਲ ਸਾਡੇ ਨੌਜਵਾਨ ਵੀਰਾਂ ਭੈਣਾਂ ਭਰਾਵਾਂ ਦਾ ਕੂਚ, ਜਿਹੜੇ ਮਾਈਗ੍ਰੇਟ ਹੋ ਰਹੇ ਆ ਲਗਾਤਾਰ। ਇਹ ਜਿਹੜਾ ਦੌਰ ਹੈ ਖੋਸਾ ਸਾਹਿਬ ਬੜੇ ਦੇਰ ਦਾ ਚੱਲਦਾ ਆਇਆ, ਪਰ ਇਹ ਸਮਾਂ ਆਇਆ 2007 ਤੋਂ 2017, ਮੈਂ ਕੋਈ ਜ਼ਬਾਨ ਦੀ ਗੱਲ ਨਹੀਂ ਕਰਦਾ, ਤੁਸੀਂ ਫਿਗਰਸ ਦੇਖੋਗੇ ਤਾਂ 7 ਤੋਂ 17 ਤੱਕ ਹੁਣ ਵੀ ਜਾ ਰਹੇ ਆ। ਜਿਹੜਾ ਉਸ 7-8 ਦੇ ਵਿੱਚ ਜਿਹੜਾ ਦੌਰ ਸ਼ੁਰੂ ਹੋਇਆ ਵੀ +2 ਕੀਤੀ ਸਟੂਡੈਂਟ ਨੇ, ਆਇਲਸ ਕੀਤੀ, ਚਲੋ ਬਾਹਰ, ਇਹ ਸਿਰਫ ਸਾਡਾ ਬੱਚਾ ਨਹੀਂ ਜਾ ਰਿਹਾ ਇੱਥੋਂ ਪੰਜਾਬ ਦੇ ਵਿੱਚੋਂ। ਇੱਕ ਬੱਚੇ ਦੇ ਨਾਲ 20 ਤੋਂ 25 ਲੱਖ ਰੁਪਇਆ ਸਾਡਾ ਕੈਪੀਟਲ ਵੀ ਪੰਜਾਬ ਤੋਂ ਕੈਨੇਡਾ, ਅਮਰੀਕਾ, ਯੂਰਪ, UK ਉੱਥੇ ਜਾ ਰਿਹਾ। ਜੇ ਅਸੀਂ ਐਵਰੇਜ ਕੱਢੀਏ ਤਾਂ ਸਾਲ ਦੇ ਵਿੱਚ ਸਾਡਾ 11 ਤੋਂ 12,000 ਕਰੋੜ ਕੈਪੀਟਲ ਪੰਜਾਬ ਦੇ ਵਿੱਚੋਂ ਜਿਹੜਾ ਜਾ ਰਿਹਾ ਉੱਥੇ। ਇਹਦਾ ਕਾਰਨ ਕੀ ਹੈ? ਇੰਪਲੋਇਮੈਂਟ ਇੰਨੀ ਮਤਲਬ 72 ਲੈਵਲ ਤੇ ਹੋ ਗਈ ਉਹਨਾਂ 10 ਸਾਲਾਂ ਦੇ ਵਿੱਚ। ਪਹਿਲਾਂ ਵੀ ਜ਼ਰੂਰ ਬਾਹਰ ਜਾਂਦੇ ਸੀ, ਪਰ ਇਸ ਲੈਵਲ ਤੇ ਜਿਸ ਤਰੀਕੇ ਨਾਲ ਲੱਖਾਂ ਦੇ ਲੱਖਾਂ ਸਟੂਡੈਂਟ +2 ਕਰਕੇ ਉੱਥੇ ਜਾਣ ਲੱਗ ਪਏ, ਸਭ ਤੋਂ ਵੱਡਾ ਜਿਹੜਾ ਮਾਰ ਇੰਪਲੋਇਮੈਂਟ ਦੀ ਸੀਗੀ। ਤਾਂ ਮੈਂ ਖੁਸ਼ੀ ਨਾਲ ਦੱਸਣਾ ਚਾਹੁੰਦਾ ਕਿ ਅੱਗੇ ਤੋਂ ਇਹ ਫਿਗਰ ਘਟਿਆ ਵੀ ਜ਼ਰੂਰ ਹੈ, ਤੇ ਪੰਜਾਬ ਸਰਕਾਰ ਨੇ ਬੜੇ ਇੰਪਲੋਇਮੈਂਟ ਜਨਰੇਸ਼ਨ ਦੇ ਤਰੀਕੇ ਨਵੇਂ ਲੱਭੇ ਆ। ਇੰਪਲੋਇਮੈਂਟ ਭਾਵੇਂ ਉਹ ਜੌਬ ਫੇਅਰਸ ਹੋਣ, ਭਾਵੇਂ ਜਿਹੜਾ ਰੋਬਿਨ ਜੀ, ਜਿਹੜੀ ਤੁਸੀਂ ਨੌਕਰੀਆਂ ਦੀ ਗੱਲਾਂ ਤੁਸੀਂ ਜਿਹੜੀ ਕਰ ਰਹੇ ਹੋ ਉਹਦੇ ਤੇ ਵੀ ਅਸੀਂ ਜ਼ਰੂਰ ਆਵਾਂਗੇ। ਫਿਲਹਾਲ ਮੈਂ ਜਿਹੜੇ ਅਕਾਲੀ ਦਲ ਤੇ ਜਿਹੜੇ ਰਣਜੀਤ ਸਿੰਘ ਜੀ ਨੇ ਉਹਨਾਂ ਤੋਂ ਜਾਣਨਾ ਚਾਹਾਂਗਾ ਕਿ ਹਰ ਵਾਰ ਤੁਹਾਡੀ ਪਾਰਟੀ ਤੇ ਇਲਜ਼ਾਮ ਲੱਗਦੇ ਨੇ ਕਿ ਤੁਸੀਂ ਜਿਹੜਾ ਪੰਜਾਬ ਦਾ ਜਿਹੜਾ ਕਰਜ਼ਾ ਹੈ ਉਹਦੇ ਵਿੱਚ ਬੜਾ ਵੱਡਾ ਯੋਗਦਾਨ ਅਕਾਲੀ ਦਲ ਦਾ ਹੈ, ਜੇ ਨੌਕਰੀਆਂ ਨਹੀਂ ਹੈ ਉਹ ਵੀ ਅਕਾਲੀ ਦਲ ਨੂੰ ਹੀ ਸਾਰਾ ਕੁਝ ਬਲੇਮ ਕੀਤਾ ਜਾ ਰਿਹਾ। ਸੋ ਤੁਸੀਂ ਰਣਜੀਤ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਅਕਾਲੀ ਦਲ ਜਿਹੜੇ ਹੁਣ ਵਾਅਦੇ ਕਰ ਰਹੀ ਹੈ ਜਾਂ ਜਿਹੜੇ ਪਹਿਲੇ ਵਾਅਦੇ ਕੀਤੇ ਸੀਗੇ ਉਹ ਕਿੰਨੇ ਕੁ ਮੁਕੰਮਲ ਹੋਏ ਨੇ, ਤੇ ਜਿਹੜੇ ਹੁਣ ਵਾਅਦੇ ਜਿਹੜੇ ਤੁਸੀਂ ਕਰ ਰਹੇ ਹੋ ਉਹ ਤੁਸੀਂ ਕਿਵੇਂ ਕਰੋਗੇ? ਪਹਿਲਾਂ ਸਾਰੇ ਸੱਜਣਾਂ ਦਾ ਬਹੁਤ-ਬਹੁਤ ਜੀ ਆਇਆਂ ਨੂੰ, ਧੰਨਵਾਦ ਸਾਰਿਆਂ ਦਾ ਜੀ। ਤੇ ਦੂਸਰੀ ਗੱਲ, ਇਹ ਤੁਸੀਂ ਇੱਕ ਸਵਾਲ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ,
ਸ਼੍ਰੋਮਣੀ ਅਕਾਲੀ ਦਲ ਨੇ ਜੋ ਕਿਹਾ ਉਹ ਕੀਤਾ ਔਰ ਜੋ ਕਹਾਂਗੇ ਉਹ ਕਰਾਂਗੇ। ਪਹਿਲਾਂ ਵੀ 10 ਸਾਲ ਸਰਕਾਰ ਰਹੀ ਆ, ਜੋ ਵੀ ਸਕੀਮਾਂ ਲੋਕ ਭਲਾਈ ਦੀਆਂ ਬਾਦਲ ਸਾਹਿਬ ਨੇ ਸ਼ੁਰੂ ਕੀਤੀਆਂ ਉਹ ਸਾਰੀਆਂ ਪੂਰੀਆਂ ਕੀਤੀਆਂ। ਕਾਂਗਰਸ ਨੇ ਝੂਠ ਬੋਲ ਕੇ ਲੋਕਾਂ ਦੇ ਨਾਲ ਸਰਕਾਰ ਲੈ ਆਂਦੀ ਔਰ ਇਹ ਹਰ ਫਰੰਟ ਦੇ ਉੱਪਰ ਫੇਲ ਹੋਏ ਆ। ਅੱਜ ਹਰ ਜਿਹੜਾ ਵਰਗ ਆ, ਮੁਲਾਜ਼ਮ ਵਰਗ ਆ, ਉਹਨਾਂ ਨੂੰ ਕੁੱਟਿਆ ਲੁੱਟਿਆ ਜਾ ਰਿਹਾ ਔਰ ਜ਼ਿਮੀਂਦਾਰ ਜਿਹੜੇ ਆ ਉਹ ਤਰਾਹ ਤਰਾਹ ਕਰ ਰਹੇ ਆ। ਨੌਜਵਾਨ ਇਹ ਕਹਿੰਦੇ ਕਿ ਨੌਜਵਾਨ ਦਾ ਜਿਹੜਾ ਗ੍ਰਾਫ ਆ ਉਹ ਘਟਿਆ ਆ ਬਾਹਰ ਜਾਣ ਦਾ। ਕੋਵਿਡ ਹੋਣ ਕਰਕੇ ਬੱਚੇ ਨਹੀਂ ਜਾ ਸਕੇ ਜਾਂ ਕੋਈ ਹੋਰ ਪ੍ਰੋਬਲਮ ਹੋ ਸਕਦੀਆਂ, ਪਰ ਕਾਂਗਰਸ ਸਰਕਾਰ ਜਿਹੜੀ ਆ ਹਰ ਵਾਰ ਹਰ ਫਰੰਟ ਦੇ ਉੱਪਰ ਫੇਲ ਹੋਈ ਆ। ਇਹਨਾਂ ਦਾ ਜੋ ਪ੍ਰਸ਼ਾਂਤ ਕਿਸ਼ੋਰ ਇਹਨਾਂ ਨੂੰ ਝੂਠ ਬੋਲਣ ਵਾਸਤੇ ਕਹਿੰਦਾ ਉਹ ਇਹ ਬੋਲਦੇ ਆ। ਤੇ ਦੂਸਰੀ ਗੱਲ ਜਿਹੜੀ ਆਪਾਂ ਕਰਦੇ ਆ ਪੰਜਾਬ ਦੀ ਤਰੱਕੀ ਦੇ ਵਿੱਚ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਵਿਜ਼ਨ ਤਿਆਰ ਕੀਤਾ, ਜੇ ਉਹਨਾਂ ਨੇ ਰੋਡਸ ਦਾ ਜੇ ਆਪਾਂ ਦੇਖ ਲਈਏ ਤੇ ਪੰਜਾਬ ਦੇ ਸਾਰੇ ਰੋਡ ਜਿਹੜੇ ਵੈਲ ਕਨੈਕਟਡ ਕੀਤੇ ਉਹਨਾਂ ਨੇ। ਔਰ ਜਿਹੜਾ ਇਸ ਵਾਰ ਅਸੀਂ ਕਰਨ ਜਾ ਰਹੇ ਆ ਉਹ ਆਪਣਾ ਹਰ ਡਿਸਟ੍ਰਿਕਟ ਦੇ ਵਿੱਚ ਮੈਡੀਕਲ ਕਾਲਜ ਔਰ ਜਿਹੜੀ ਸਿਹਤ ਸਹੂਲਤਾਂ ਉਹਨਾਂ ਨੂੰ ਅਸੀਂ ਪ੍ਰੈਫਰੈਂਸ ਦੇਵਾਂਗੇ, ਆਪਣਾ ਪ੍ਰਮੁਖਤਾ ਨਾਲ ਦੇਵਾਂਗੇ। ਔਰ ਜਿਹੜੀਆਂ ਹੋਰ ਵੀ ਅਸੀਂ ਸਹੂਲਤ ਜਿਹੜੀਆਂ ਗਰੀਬ ਪਰਿਵਾਰਾਂ ਵਾਸਤੇ, ਜਿਹੜੀ ਕਿ ਘਰ ਦੀ ਮੁਖੀ ਆ, ਨੀਲੇ ਕਾਰਡ ਧਾਰਕ ਦੀ ਮੁਖੀ ਬੀਬੀ ਆ, ਉਹਨੇ ਕਈ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਗਰੀਬ ਲੋਕਾਂ ਨੂੰ। 2000 ਰੁਪਇਆ ਪਰ ਮੰਥ ਉਹਨਾਂ ਦੇ ਅਕਾਊਂਟ ਦੇ ਵਿੱਚ ਜਾਇਆ ਕਰੂਗਾ। ਜਿਹੜੇ ਬੱਚੇ ਆਈਲੈਟਸ ਕਰਨ ਬਾਹਰ ਜਾਣਾ ਚਾਹੁੰਦੇ ਆ, ਉਹਨਾਂ ਦਾ ਇੱਕ ਕ੍ਰੈਡਿਟ ਕਾਰਡ ਬਣ ਕੇ ਵਿਆਜ ਤੋਂ ਬਗੈਰ ਉਹਨਾਂ ਨੂੰ 10 ਲੱਖ ਤੱਕ ਦਾ ਲੋਨ ਦਿੱਤਾ ਜਾਊਗਾ। ਔਰ ਜਿਹੜੇ ਕਿਸਾਨ ਵੀਰ ਆ ਉਹਨਾਂ ਨੂੰ 10 ਰੁਪਏ ਖੇਤੀਬਾੜੀ ਦਾ ਡੀਜ਼ਲ ਦੇ ਉੱਪਰ ਫੂਕਣ ਦੇ ਉੱਪਰ 10 ਰੁਪਏ ਦਿੱਤੀ ਜਾਊਗੀ। ਔਰ ਇਹ ਸਮਝਦਾ ਕਿ ਅਸੀਂ ਜੋ ਵੀ ਕਰਨ ਜਾ ਰਹੇ ਹਾਂ ਉਹ ਅਸੀਂ ਪੂਰਾ ਡਾਟਾ ਲੈ ਕੇ ਜੋ ਅਸੀਂ ਕਰ ਸਕਦੇ ਹਾਂ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਲੋਕਾਂ ਨਾਲ ਵਾਅਦਾ ਕਰ ਰਹੇ ਆ। ਤਾਂ ਮੈਂ ਸਮਝਦਾ ਕਿ ਇੱਥੇ ਮੈਂ ਪਲਾਹੀ ਸਾਹਿਬ ਦੀ ਗੱਲ ਨੂੰ ਮੈਂ ਰਿਪੀਟ ਕਰ ਰਿਹਾ ਕਿ ਜਿਵੇਂ ਉਹਨਾਂ ਨੇ ਕਿਹਾ ਸੀ ਕਿ ਰਿਵਾਇਤਾਂ ਜਿਹੜੀ ਰਿਆਇਤਾਂ ਦਿੱਤੀਆਂ ਜਾ ਰਹੀਆਂ ਨੇ ਉਹੀ ਕੰਟੀਨਿਊ ਹੋ ਰਹੀਆਂ। ਆਪਾਂ ਕਿਉਂ ਨਹੀਂ ਪੰਜਾਬ ਨੂੰ ਇੱਕ ਸક્ષਮ ਬਣਾਉਣ ਬਾਰੇ ਗੱਲਬਾਤ ਕਰਦੇ ਹਾਂ। ਮੈਂ ਰੋਬੀ ਜੀ ਤੁਹਾਡੇ ਵੱਲ ਜ਼ਰੂਰ ਜਾਵਾਂਗਾ, ਪਰ ਫਿਲਹਾਲ ਮੈਂ ਅਹਿਬਾਬ ਗਰੇਵਾਲ ਜੀ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੀ ਜਿਹੜੀ ਪਾਰਟੀ ਹੈ ਉਹਨਾਂ ਨੇ ਆਉਂਦੇ ਹਜੇ ਤੱਕ ਇੱਕੋ ਗੱਲ ਹੀ ਕੀਤੀ, ਭਾਵੇਂ ਸਿਰਫ ਬਿਜਲੀ ਦੀ ਜਿਹੜੀ ਗੱਲ ਹੈ ਉਹ ਕੀਤੀ ਹੈ। ਚਲੋ ਨੋ ਡਾਊਟ ਤੁਹਾਡੇ ਕਰਕੇ ਇੱਕ ਗੱਲ ਦਾ ਫਾਇਦਾ ਪੰਜਾਬ ਨੂੰ ਜ਼ਰੂਰ ਹੋਏਗਾ ਕਿ ਹੁਣ ਬਾਕੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੇ ਬਿਜਲੀ ਦਾ ਇੱਕ ਮੁੱਦਾ ਚੁਣਿਆ। ਹੁਣ ਉਹਨਾਂ ਨੇ ਅਲੱਗ-ਅਲੱਗ ਜਿਹੜੇ ਯੂਨਿਟ ਕਹਿ ਤਾਂ ਅਸੀਂ ਫ੍ਰੀ ਕਰਾਂਗੇ ਜਾਂ ਘੱਟ ਕਰਾਂਗੇ, ਪਰ ਇਸ ਤੋਂ ਇਲਾਵਾ ਤੁਸੀਂ ਵੀ ਸੇਮ ਉਸ, ਕਿਉਂਕਿ ਆਮ ਆਦਮੀ ਪਾਰਟੀ ਨੂੰ ਇੱਕ ਬਦਲਾਵ ਦੇ ਤੌਰ ਤੱਕ ਲੋਕੀ ਦੇਖਦੇ ਨੇ, ਪਰ ਤੁਸੀਂ ਵੀ ਸੇਮ ਉਹੀ ਜਿਹੜੀ ਗੱਲ ਹੈ ਛੱਡੀ ਹੈ ਕਿ ਹਾਂ ਵੀ ਅਸੀਂ ਵੀ ਕੁਝ ਇਹੋ ਜਿਹਾ ਹੀ ਕਰਾਂਗੇ। ਕੁਝ ਵੱਖਰਾ ਕੀ ਜਿਹੜੇ ਤੁਸੀਂ ਕਰੋਗੇ ਜੋ ਲੋਕਾਂ ਦੀ ਉਮੀਦ ਹੈ ਤੁਸੀਂ ਖਰਾ ਉਤਰੋ? ਮੋਹਿਤ ਜੀ, ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾ ਪੁਆਇੰਟ ਕਿ ਅਸੀਂ ਜਿਹੜਾ ਮੈਨੀਫੈਸਟੋ ਦੇ ਰਹੇ ਹਾਂ ਅਸੀਂ ਉਹਨੂੰ ਇੱਕ ਲੀਗਲ ਡਾਕੂਮੈਂਟ ਦੇ ਰੂਪ ਚ ਦੇ ਰਹੇ ਹਾਂ। ਗੁਰਜੀਤ ਜੀ ਨੇ ਕਿਹਾ ਕਿ ਇਹਨੂੰ ਇੱਕ ਲੀਗਲ ਡਾਕੂਮੈਂਟ ਬਣਨਾ ਚਾਹੀਦਾ। ਅਸੀਂ ਇਹ ਮੰਨਦੇ ਹਾਂ ਤੇ ਅਸੀਂ ਦੇ ਰਹੇ ਹਾਂ ਤਾਂ ਕਿ ਅਸੀਂ ਲੋਕਾਂ ਦੇ ਜਵਾਬਦਾਇਕ ਹੋਈਏ, ਪਹਿਲੀ ਗੱਲ। ਦੂਜੀ ਗੱਲ, ਅਸੀਂ 300 ਯੂਨਿਟ ਦੀ ਗੱਲ ਜ਼ਰੂਰ ਕਰ ਲਈ। ਅਸੀਂ 300 ਯੂਨਿਟ ਦੀ ਗੱਲ ਕਰਕੇ ਅਸੀਂ ਇਹ ਕਹਿਤਾ ਅਸੀਂ ਉਹਦੇ ਟਰਾਂਸਮਿਸ਼ਨ ਲਾਸ ਤੇ ਕੀ ਕਹਿੰਦੇ ਜਿਹੜਾ ਚੋਰੀ ਹੈ ਬਿਜਲੀ ਦੀ ਉਹਨੂੰ ਰੋਕ ਕੇ ਅਸੀਂ ਸੋਚ ਰਹੇ ਕਿ 30 ਤੋਂ 32% ਜਿਹੜੀ ਪੰਜਾਬ 'ਚ ਜੇ ਚੋਰੀ ਹੈ, ਜੇ ਗ੍ਰਿਡ ਲੋਕ ਜੁੜਦੇ ਆ ਤਾਂ ਉਹਦਾ ਫਾਇਦਾ ਹੁੰਦਾ। ਠੀਕ ਹੈ। ਦੂਜੀ ਗੱਲ ਰਹੀ ਰੈਵਨਿਊ ਕ੍ਰੀਏਸ਼ਨ ਬਾਰੇ। ਰੈਵਨਿਊ ਕ੍ਰੀਏਸ਼ਨ ਤੇ ਜਨਰੇਸ਼ਨ ਲਈ ਕ੍ਰੀਏਟੀਵਿਟੀ ਦੀ ਲੋੜ ਹੈ, ਜਿਹੜੇ ਕਿ ਜ਼ਾਤੀ ਮਫਾਦਾਂ ਦੇ ਕਰਕੇ ਖਰਾਬ ਹੋ ਰਹੀ ਹੈ। ਪੰਜਾਬ ਦੀਆਂ 3 ਦਰਿਆਵਾਂ ਨੇ ਜੀ, ਤੇ ਆਪਾਂ ਨੂੰ ਰੈਵਨਿਊ ਤੇਲੰਗਾਨਾ ਜਿਹੜੀ ਇੱਕ ਦਰਿਆ ਉਹਨੂੰ ਕਿਤੇ ਘੱਟ ਆ ਰਿਹਾ। ਕਿਉਂ ਹੋ ਰਿਹਾ ਹੈ? ਪੰਜਾਬ ਵਿੱਚ ਇੰਨਾ ਜ਼ਿਆਦਾ ਸਕੋਪ ਹੈ ਐਗਰੀਕਲਚਰ ਦਾ, ਟੂਰਿਜ਼ਮ ਦਾ, ਸਮਾਲ ਸਕੇਲ ਇੰਡਸਟਰੀ ਦਾ, ਉਹ ਸਾਰਾ ਸਕੋਪ ਅਨਟੈਪ ਜਾ ਰਿਹਾ ਹੈ। ਐਂਡ ਤੁਸੀਂ ਤਰਾਸਦੀ ਦੇਖੋ ਕਿ ਅੱਜ ਇੱਕ ਪੋਲੀਟੀਕਲ ਪਾਰਟੀ ਜਿਹੜੀ ਹੈ ਉਹ ਬੱਚਿਆਂ ਨੂੰ ਇਸ ਚੀਜ਼ ਦਾ ਫਾਇਦਾ ਦੇ ਰਹੀ ਹੈ ਕਿ ਤੁਸੀਂ ਬਾਹਰ ਜਾਓਗੇ ਤੇ ਅਸੀਂ ਤੁਹਾਡਾ ਇੱਕ ਕ੍ਰੈਡਿਟ ਕਾਰਡ ਬਣਾ ਕੇ ਦੇਵਾਂਗੇ। ਇਹਦਾ ਮਤਲਬ ਕਿ ਅਸੀਂ ਪਲਾਇਨ ਨੂੰ ਆਪਣੀ ਸਟੇਟ ਤੋਂ ਇੱਕ ਪ੍ਰਮੁਖਤਾ ਦੇ ਰਹੇ ਕਿ ਬੱਚਿਓ ਤੁਹਾਡਾ ਇੱਥੇ ਕੁਝ ਨਹੀਂ ਬਣਨਾ, ਤੁਸੀਂ ਬਾਹਰ ਜਾਓ। ਸੋ ਮੇਰਾ ਕਹਿਣਾ ਇਹ ਹੈ ਸਰ ਕਿ ਜਿਹੜੀ ਬਿਊਰੋਕ੍ਰੇਸੀ ਹੈ ਉਹ ਚੱਲਦੀ ਹੈ ਜਿਹੜੇ ਪੋਲੀਟੀਸ਼ੀਅਨਸ ਦੇ ਸਿਰ ਤੇ। ਜੇ ਰਾਜਾ ਨਹੀਂ ਖਾਊਗਾ ਤਾਂ ਅਫਸਰ ਬਿਲਕੁਲ ਨਹੀਂ ਖਾ ਪਾਊਗਾ। ਸੋ ਮੇਰਾ ਬੇਸਿਕ ਮੰਨਣਾ ਕਿ ਜਦੋਂ ਇੱਕ ਸਿਸਟਮ ਇਹੋ ਜਿਹਾ ਦਿੱਤਾ ਜਾਊਗਾ ਜਿਹਦੇ ਚ ਅਕਾਊਂਟੇਬਿਲਿਟੀ ਹੋਊਗੀ, ਜਿਹਦੇ ਚ ਪੈਸਾ ਲੋਕਾਂ ਦਾ ਜਿਹੜਾ ਪੈਸਾ ਹੈ ਉਹਨੂੰ ਖਰਚਣ ਦਾ ਦਰਦ ਹੋਊਗਾ। ਇਹ ਕਿਸੇ ਦੇ ਆਪਣੇ ਕਿਸੇ ਦੇ ਜਗੀਰ ਨਹੀਂ ਹੈਗੀ। ਇਹ ਜਿਹੜੇ ਆਪਾਂ ਅਨਾਉਂਸਮੈਂਟਸ ਕਰ ਰਹੇ ਪੰਜਾਬ ਦੇ ਲੋਕਾਂ ਦਾ ਪੈਸਾ ਹੈ। ਇਹ ਆਪਾਂ ਇਹ ਸੋਚ ਕੇ ਨਾ ਕਰੀਏ ਕਿ ਅਸੀਂ ਦੇ ਦਾਂਗੇ, ਅਸੀਂ ਦੇਣ ਵਾਲੇ ਕੋਈ ਨਹੀਂ ਹੁੰਦੇ। ਇਹ ਪੰਜਾਬ ਦੇ ਲੋਕਾਂ ਦੀ ਧਰੋਹਰ ਹੈ। ਐਂਡ ਰਹੀ 3 ਲੱਖ ਕਰੋੜ ਦੇ ਕਰਜ਼ੇ ਦੀ ਗੱਲ, ਮੈਂ ਦੱਸਣਾ ਚਾਹੂੰਗਾ ਕਿ ਸਾਡੀ ਇਹ ਮਨਸ਼ਾ ਕਿ ਅਸੀਂ ਇੱਕ ਵਾਈਟ ਪੇਪਰ ਲਿਆਈਏ। ਕਿਸੇ ਵੀ ਘਰ 'ਚ ਜੋ ਵੀ ਕੋਈ ਹਾਲਾਤ ਹੁੰਦੇ ਆ, ਜੇ ਉਹ ਘਰ ਦੇ ਸਭ ਮੈਂਬਰਾਂ ਨੂੰ ਪਤਾ ਹੋਣ ਕਿ ਦੇਖੋ ਜੀ ਆਹ ਸਾਡੇ ਕੋਲ ਆਮਦਨ ਦੇ ਜ਼ਰੀਏ ਨੇ, ਆਹ ਸਾਡੇ ਤੇ ਕਰਜ਼ਾ ਚੜਿਆ ਹੋਇਆ, ਚਲੋ ਰਲ ਕੇ ਆਪਾਂ ਇਹਨੂੰ ਕਰੀਏ। ਤੇ ਤੁਸੀਂ ਮੈਨੂੰ ਇੱਕ ਗੱਲ ਦੱਸੋ, ਜੇ ਆਪਾਂ ਆਪਣੇ ਪਰਿਵਾਰ 'ਚ ਕਰ ਸਕਦੇ ਤੇ ਪੰਜਾਬੀ ਜਿਹੜਾ ਬਾਹਰ ਜਾ ਕੇ ਤਰੱਕੀ ਕਰ ਸਕਦਾ, ਜੇ ਪੰਜਾਬੀ ਨੂੰ ਪਤਾ ਲੱਗੂਗਾ ਕਿ ਆਹ ਮੇਰੇ ਘਰ ਦੇ ਹਾਲਾਤ ਨੇ, ਇਹ ਮੇਰੇ ਕੋਲ ਓਪਰਚੁਨਿਟੀਜ਼ ਨੇ,
ਸਰਕਾਰ ਦਾ ਕੰਮ ਬਿਜ਼ਨਸ ਨਹੀਂ ਹੁੰਦਾ, ਪਰ ਸਰਕਾਰ ਦਾ ਕੰਮ ਇੱਕ ਇਹੋ ਜਿਹਾ ਮਾਹੌਲ ਦੇਣਾ ਹੁੰਦਾ ਕਿ ਬਿਜ਼ਨਸ ਫਲੇ ਫੁੱਲੇ ਹੋਵੇ। ਸਰਕਾਰ ਦਾ ਕੰਮ ਇੱਕ ਸੇਫ এনवायरमेंट ਦੇਣਾ ਹੁੰਦਾ, ਐਂਡ ਅਸੀਂ ਉਹ এনवायरमेंट ਦੇਣ ਦਾ ਵਾਅਦਾ ਕਰਦੇ ਹਾਂ। ਮੈਂ ਮਤਲਬ ਪ੍ਰੈਕਟੀਕਲੀ ਮੈਂ ਤੁਹਾਨੂੰ ਹਜ਼ਾਰਾਂ ਇਹੋ ਜਿਹੇ ਪਦ ਗਿਣਾ ਸਕਦਾ, ਇਹ ਸਮਾਂ ਨਹੀਂ ਹੈਗਾ, ਬਟ ਇਹ ਤੁਹਾਨੂੰ ਜ਼ਰੂਰ ਕਹਿਣਾ ਕਿ ਸਾਡਾ ਜਿਹੜਾ ਵਾਅਦਾ ਹੈ ਉਹ ਇੱਕ ਲੀਗਲ ਡਾਕੂਮੈਂਟ ਦੇ ਰੂਪ ਚ ਆ ਰਿਹਾ ਤੇ ਅਸੀਂ ਅਕਾਊਂਟੇਬਿਲਿਟੀ ਵੱਲ ਨੂੰ ਹੀ ਤੁਰ ਰਹੇ ਹਾਂ। ਸਾਡੀ ਪ੍ਰਾਥਮਿਕਤਾ ਸਿੱਖਿਆ, ਸਿਹਤ, ਇਨਫਰਾਸਟ੍ਰਕਚਰ ਐਂਡ ਰੈਵਨਿਊ ਜਨਰੇਸ਼ਨ ਹੋਊਗੀ, ਜਿਹਦੇ ਚ ਕਿਹੜੀ ਅੱਡ ਚੀਜ਼ਾਂ ਅਸੀਂ ਕਰਾਂਗੇ ਤੇ ਅਸੀਂ ਉਹ ਪੇਪਰ ਰੋਡ ਮੈਪ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਜਲਦੀ ਦਵਾਂਗੇ। ਜੀ, ਵਿਚਾਰ ਜਿਹੜੀ ਹੈ ਉਹ ਇੱਦਾਂ ਹੀ ਚੱਲਦੀ ਰਹੇਗੀ, ਵਿਚਾਰ ਚਰਚਾ। ਪਰ ਫਿਲਹਾਲ ਜਿਹੜਾ ਸਮਾਂ ਹੋ ਚੁੱਕਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਪਲਾਹੀ ਸਾਹਿਬ, ਤੁਸੀਂ ਪਹਿਲਾਂ ਕਹਿ ਰਹੇ ਸੀਗੇ ਕਿ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ, ਬੜੀ ਅੱਛੀ ਗੱਲਾਂ ਸਾਡੇ ਸਾਹਮਣੇ ਆਈਆਂ ਨੇ। ਬਹੁਤ ਸਾਰੀਆਂ ਗੱਲਾਂ ਦੇ ਜਵਾਬ ਵੀ ਵੱਖੋ ਵੱਖਰੀਆਂ ਪਾਰਟੀਆਂ ਨੇ ਦਿੱਤੇ ਨੇ। ਬੇਰੁਜ਼ਗਾਰੀ ਦਾ ਮਸਲਾ ਜਿਹੜਾ ਹੈ ਮੁੱਖ ਰੂਪ ਤੇ ਵਿੱਚ ਸਾਡੇ ਸਾਹਮਣੇ ਆਇਆ। ਰੈਵਨਿਊ ਕਿਵੇਂ ਜਨਰੇਟ ਕਰਨਾ ਹੈ, ਇਸ ਮਾਮਲੇ ਦੇ ਉੱਤੇ ਵੀ ਪਾਰਟੀਆਂ ਨੇ ਆਪਣੀ ਗੱਲ ਕੀਤੀ ਹੈ। ਪਰ ਇਹ ਗੱਲ ਜਿਹੜੀ ਮੇਰੇ ਸਾਹਮਣੇ ਆਮ ਤੌਰ ਤੇ ਲੋਕ ਪੁੱਛਦੇ ਨੇ ਕਿ ਇਹ ਤਿੰਨੇ ਪਾਰਟੀਆਂ ਦੇ ਨੁਮਾਇੰਦੇ ਜੇ ਉਸ ਗੱਲ ਨੂੰ ਕਲੀਅਰ ਕਰ ਸਕਣ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਮੁੱਦਾ ਜਿਹੜਾ ਹੈ ਲਗਾਤਾਰ ਚਰਚਾ ਦੇ ਵਿੱਚ ਰਿਹਾ, ਔਰ ਮੈਨੀਫੈਸਟੋ ਦੇ ਵਿੱਚ ਵੀ ਪਿਛਲੇ ਜਦੋਂ ਵੀ ਅਸੀਂ ਇਹਨਾਂ ਦੀਆਂ ਇਲੈਕਸ਼ਨਾਂ ਦੇਖੀਆਂ ਉਹਨਾਂ ਵਿੱਚ ਵੀ ਇਹਨਾਂ ਦੀ ਚਰਚਾ ਅਸੀਂ ਦੇਖੀ ਹੈ। ਸੋ ਮੇਰਾ ਕਹਿਣ ਦਾ ਭਾਵ ਹੈ ਵੀ ਇਹ ਪਾਰਟੀਆਂ ਵਾਲੇ ਹੁਣ ਇਸ ਮਾਮਲੇ ਤੇ ਕੀ ਕਹਿਣਾ ਚਾਹੁੰਦੇ ਨੇ ਕਿ ਅੱਗੋਂ ਉਹ ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਜਿਹੜੀ ਹਰਿਆਣਾ ਦੇ ਨਾਲ ਖਾਸ ਤੌਰ ਤੇ ਹੈ, ਰਾਜਸਥਾਨ ਤੋਂ ਅਸੀਂ ਬਹੁਤ ਸਾਰੀ ਵੱਡੀ ਰਕਮ ਜਿਹੜੀ ਹੈ ਲੈਣੀ ਹੈ, ਇਸ ਮਾਮਲੇ ਤੇ ਉਹਨਾਂ ਦੀ ਕੀ ਰਾਏ ਹੈ। ਦੂਸਰੀ ਇਹ ਹੈ ਵੀ ਚੰਡੀਗੜ੍ਹ ਪੰਜਾਬ ਦਾ ਤੇ ਪੰਜਾਬ ਦੇ ਜਿਹੜੇ ਪੰਜਾਬੀ ਬੋਲਦੇ ਇਲਾਕੇ ਉਸ ਵੇਲੇ ਬਾਹਰ ਰਹਿ ਗਏ, ਉਹਨਾਂ ਮਾਮਲਿਆਂ ਤੇ ਉੱਤੇ ਅਕਾਲੀ ਦਲ ਬੜੇ ਜ਼ੋਰ ਸ਼ੋਰ ਦੇ ਨਾਲ ਗੱਲ ਕਹਿੰਦਾ ਰਿਹਾ ਵੀ ਅਸੀਂ ਉਹ ਵਾਪਸ ਲਵਾਂਗੇ। ਪਰ ਪਿਛਲੇ ਸਮੇਂ ਤੋਂ ਉਹਨਾਂ ਦੀ ਚੁੱਪੀ ਜਿਹੜੀ ਹੈ ਉਹ ਆਪਣੇ ਮੈਨੀਫੈਸਟੋਆਂ ਦੇ ਵਿੱਚ ਵੀ ਹੌਲੀ ਹੌਲੀ ਕਰ ਦੇਣੀ, ਵੱਡੇ ਪੱਧਰ ਤੇ ਨਾ ਕਰਨੀ, ਇਹ ਬੜਾ ਵੱਡਾ ਸਵਾਲ ਖੜੇ ਕਰਦੀ ਹੈ। ਸੋ ਇਸ ਮਾਮਲੇ ਤੇ ਦੋਹਾਂ ਮਾਮਲਿਆਂ ਤੇ ਮੈਂ ਸਮਝਦਾ ਤਿੰਨਾਂ ਪਾਰਟੀਆਂ ਨੂੰ ਆਪਣੀ ਗੱਲ ਜ਼ਰੂਰ ਕਰਨੀ ਚਾਹੀਦੀ ਜੀ। ਸੋ ਰੋਬਿਨ ਜੀ ਤੋਂ ਇਸ ਵਿਚਾਰ ਦਾ ਮਤਲਬ ਇਸ ਡਿਸਕਸ਼ਨ ਦਾ, ਇਸ ਸਵਾਲ ਦਾ ਜਵਾਬ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਰੋਬਿਨ ਜੀ, ਤੁਸੀਂ ਕੀ ਆਖਦੇ ਹੋ ਜੋ ਸਵਾਲ ਪਲਾਹੀ ਸਾਹਿਬ ਨੇ ਚੁੱਕਿਆ? ਮੋਹਿਤ ਜੀ, ਬੜੀ ਇਹ ਵੀ ਇੰਪੋਰਟੈਂਟ ਗੱਲ ਇਹਨਾਂ ਨੇ ਕੀਤੀ ਹੈ। ਇਹ ਮੈਂ ਸਮਝਦਾ ਮੋਹਿਤ ਜੀ, ਮੈਨੂੰ ਕਿਸੇ ਨੂੰ ਵੀ ਦੱਸਣ ਦੀ ਲੋੜ ਨਹੀਂ, ਦੁਨੀਆ ਭਰ ਦੇ ਪੰਜਾਬੀ ਛੱਡੋ, ਮੈਂ ਕਹਿੰਦਾ ਹਰ ਇੱਕ ਇਨਸਾਨ ਜਾਣਦਾ ਹੈ ਕਿ ਪੰਜਾਬ ਦੇ ਪਾਣੀਆਂ ਪਿੱਛੇ ਇੱਕ ਤਾਂ ਪੰਜਾਬ ਦੇ ਕਿਸਾਨਾਂ ਦੇ ਰਾਖੇ ਤੇ ਇਹ ਉਹ ਪ੍ਰਕਾਸ਼ ਸਿੰਘ ਬਾਦਲ ਸ਼ੁਰੂ ਤੋਂ ਇਹਨਾਂ ਗੱਲਾਂ ਤੇ ਇੰਨੇ ਵਾਰ ਮੁੱਖ ਮੰਤਰੀ ਬਣ ਗਏ, ਪਰ ਪੰਜਾਬ ਦੇ ਪਾਣੀਆਂ ਦੇ ਪਿੱਛੇ ਆਖਿਰ ਖੜਿਆ ਕੌਣ? ਅੱਜ ਪੰਜਾਬ ਦੇ ਪਾਣੀਆਂ ਦਾ ਰਾਖਾ ਦਾ ਖਿਤਾਬ ਹੈ ਜਿਹੜਾ, ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕਿਉਂ ਮਿਲਿਆ? ਉਸ ਟਾਈਮ ਤੇ ਅੜ ਕੇ ਜਿਨ੍ਹਾਂ ਨੇ ਅੱਜ ਤੱਕ ਜਿਹੜਾ ਮਸਲਾ ਲਟਕਿਆ ਆਉਂਦਾ, ਸਿਰਫ ਤੇ ਸਿਰਫ ਕੈਪਟਨ ਅਮਰਿੰਦਰ ਸਿੰਘ ਦੀ ਬਦੌਲਤ ਲਟਕਿਆ ਆਉਂਦਾ। ਵਿਧਾਨ ਸਭਾ 'ਚ ਰੈਜ਼ੋਲੂਸ਼ਨ ਲੈ ਕੇ ਆਂਦਾ, ਹਰੇਕ ਨਾਲ ਬਗਾਵਤ ਕਰਕੇ ਪੰਜਾਬ ਦੇ ਪਾਣੀਆਂ ਪਿੱਛੇ ਸਟੈਂਡ ਲਿਆ। ਤੇ ਜੇ ਅਸੀਂ ਗੱਲ ਕਰੀਏ ਜਿਹੜੀ ਇਹਨਾਂ ਨੇ ਕੀਤੀ ਹੈ ਪੱਤਰਕਾਰ ਸਾਹਿਬ ਨੇ, ਕਿ ਅੱਜ ਜਿਹੜਾ ਇਹਨਾਂ ਨੇ ਅਕਾਲੀ ਦਲ ਨੇ ਸ਼ੁਰੂ ਤੋਂ ਜਿਹੜੇ ਮੁੱਦੇ ਤੇ ਸਿਆਸਤ ਕੀਤੀ ਹੈ ਕਿ ਚੰਡੀਗੜ੍ਹ ਦਾ ਮੁੱਦਾ ਤੇ ਪੰਜਾਬੀ ਬੋਲਦੇ ਜਿਹੜੇ ਸੂਬੇ ਆ ਉਹਨਾਂ ਦਾ ਜਿਹੜਾ ਮੁੱਦਾ, ਅਕਾਲੀ ਦਲ ਨੇ ਸ਼ੁਰੂ ਤੋਂ ਲੈ ਕੇ ਉਹਨਾਂ ਤੇ ਇੱਕ ਤਾਂ ਕਿਸਾਨਾਂ ਤੇ ਦੂਜਾ ਇਹ ਜਿਹੜੇ ਦੋ ਤਿੰਨ ਮੁੱਦੇ ਆ ਜਿਹੜੇ ਉਹ ਅਨੰਦਪੁਰ ਰੈਜ਼ੋਲੂਸ਼ਨ 'ਚ ਸੀਗੇ, ਇਹਨਾਂ ਤੇ ਸਿਆਸਤ ਕੀਤੀ ਹੈ। ਅੱਜ ਤੱਕ ਅਕਾਲੀ ਦਲ ਨੇ ਇਹਨਾਂ ਚੋਂ ਸੌਟ ਆਊਟ ਕੀ ਕਰਾਇਆ, ਤੇ ਇਹਨਾਂ ਨੇ ਸੌਟ ਆਊਟ ਵੀ ਛੱਡ ਦੋ, ਇਹਨਾਂ ਨੇ ਮੁੱਦਾ ਇਸ ਤੋਂ ਬਾਅਦ ਚੱਕਿਆ ਕੀ ਹੈ। ਤੇ ਇੱਕ ਗੱਲ ਮੈਂ ਗਰੇਵਾਲ ਸਾਹਿਬ ਤੋਂ ਪੁੱਛ ਲੈਣੀ ਚਾਹੁੰਦਾ, ਜਿਵੇਂ ਪਾਣੀਆਂ ਦੀ ਗੱਲ ਛਿੜੀ ਹੈ, ਕਿ ਕੇਜਰੀਵਾਲ ਸਾਹਿਬ ਦੀ ਜਿਹੜੀ ਸਟੇਟਮੈਂਟ ਹੈ ਜਿਹੜੀ ਉਹ ਸਾਰਿਆਂ ਨੂੰ ਯਾਦ ਹੀ ਹੋਊਗੀ, ਬਰਸਾਤੀ ਡੱਡੂ ਵਾਲੀ, ਪੰਜਾਬ 'ਚ ਆ ਕੇ ਜਿਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਹੈ, ਜਿਹੜੇ ਦਰਿਆਈ ਪਾਣੀ ਹੈ। ਹਰਿਆਣੇ 'ਚ ਜਾ ਕੇ ਉਹਨਾਂ ਨੇ ਕਿਹਾ ਕਿ ਹਰਿਆਣੇ ਦਾ ਹੱਕ ਹੈ। ਇਹ ਵੀ ਆਮ ਆਦਮੀ ਪਾਰਟੀ ਨੂੰ ਅੱਜ ਕਲੀਅਰ ਕਰ ਦੇਣ ਦੀ ਲੋੜ ਹੈ। ਇੱਕ ਗਰੇਵਾਲ ਸਾਹਿਬ ਨੇ ਗੱਲ ਕੀਤੀ ਕਿ ਦਿੱਲੀ ਦੇ ਵਿੱਚ ਜਿਹੜਾ ਦਿੱਲੀ ਮਾਡਲ ਦੀ ਸਿਆਸਤ ਬੜੀ ਕਰਦੀ ਆ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ, ਹੈਲਥ ਦੀ ਗੱਲ ਤੇ ਐਜੂਕੇਸ਼ਨ ਦੀ ਗੱਲ। ਗਰੇਵਾਲ ਸਾਹਿਬ ਤੇ ਜਿੰਨੇ ਇੱਥੇ ਪਾਰਟੀਆਂ ਦੇ ਨੁਮਾਇੰਦੇ ਬੈਠੇ ਆ, ਪੱਤਰਕਾਰ ਸਾਹਿਬ ਤੇ ਮੋਹਿਤ ਜੀ, ਤੁਹਾਨੂੰ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਬਾਰੇ ਤਾਂ ਜਾਣਕਾਰੀ ਹੋਣੀ ਹੈ, ਜਿਹਦੇ ਚ ਪੂਰੇ ਇੰਡੀਆ ਦੇ ਵਿੱਚ ਪੰਜਾਬ ਦੇ ਸਕੂਲ ਪਹਿਲੇ ਨੰਬਰ ਤੇ ਆਏ ਆ। ਤੇ ਹੈਲਥ ਸਿਸਟਮ ਦੀ ਗੱਲ ਕਰ ਲੈਂਦੇ ਆ, ਜਦੋਂ ਕਰੋਨਾ ਪੀਕ ਤੇ ਸੀ, ਆਮ ਆਦਮੀ ਪਾਰਟੀ ਕਲੇਮ ਕਰਦੀ ਹੈ ਕਿ ਅਸੀਂ ਆਪਦੇ ਰਾਜ ਦੇ ਵਿੱਚ 40,000 ਬੈੱਡ
ਜਿਹੜੇ ਨਵੇਂ ਹਸਪੀਟਲ ਦੇ ਵਿੱਚ ਲੈ ਕੇ ਆਂਦੇ, ਤੇ ਕਿ ਦਿੱਲੀ ਦੇ ਰੈਜ਼ੀਡੈਂਟ ਨੇ RTI ਪਾਈ ਵੀ ਕਿੰਨੇ ਬੈੱਡ, ਉਹਦੇ 'ਚ ਇੱਕ ਬੈੱਡ ਨਹੀਂ। ਤੇ ਹੋਰ ਇੱਕ ਸ਼ਰਮਨਾਕ ਗੱਲ ਹੈ ਦਿੱਲੀ ਸਰਕਾਰ ਲਈ, ਹੋਟਲ, ਪ੍ਰਾਈਵੇਟ ਹੋਟਲਸ ਹਸਪੀਟਲ ਨਾਲ ਲਿੰਕ ਕਰਨੇ ਪਏ ਬੈਡਸ ਦੀ ਕਮੀ ਨੂੰ ਪੂਰੀ ਕਰਨ ਵਾਸਤੇ। ਇਹ ਹੈਲਥ ਸਿਸਟਮ ਤੇ ਐਜੂਕੇਸ਼ਨ ਸਿਸਟਮ ਦੀ ਗੱਲ ਕਰਦੇ ਆ। ਤੋ ਇਹ ਗੱਲਾਂ ਗੁੰਮਰਾਹ ਕਰਨ ਵਾਲੀਆਂ ਗੱਲਾਂ ਜਿਹੜੀਆਂ ਮੈਂ ਸਮਝਦਾ। ਜਵਾਬ ਲੈ ਲਿਓ ਮੋਹਿਤ ਜੀ। ਰਣਜੀਤ ਜੀ ਮੈਂ ਰਣਜੀਤ ਜੀ ਤੋਂ, ਫਿਰ ਉਸ ਤੋਂ ਬਾਅਦ ਹਬਾਬ ਗਰੇਵਾਲ ਜੀ ਤੋਂ ਮੈਂ ਜਵਾਬ ਲਵਾਂਗਾ। ਪਹਿਲਾਂ ਰਣਜੀਤ ਜੀ ਤੋਂ ਲਵਾਂਗਾ ਕਿ ਤੁਹਾਡੇ ਤੇ ਇਲਜ਼ਾਮ ਹੈ ਕਿ ਤੁਸੀਂ ਚੰਡੀਗੜ੍ਹ ਦੇ ਮਸਲੇ ਉੱਪਰ ਦੁਬਾਰਾ ਨਹੀਂ ਬੋਲੇ, ਜਾਂ ਫਿਰ ਜਿਹੜੇ ਸੂਬੇ ਨੇ ਜਿੱਥੇ ਪੰਜਾਬੀ ਬੋਲੀ ਜਾਂਦੀ ਹੈ ਜਾਂ ਪਾਣੀਆਂ ਦਾ ਮਸਲਾ ਹੈ ਉਹਦੇ 'ਚ ਤੁਸੀਂ ਸਿਰਫ ਰਾਜਨੀਤੀ ਕੀਤੀ ਹੈ, ਰੋਟੀਆਂ ਸੇਕੀਆਂ ਨੇ, ਪਰ ਹਕੀਕਤ ਤੇ ਜ਼ਮੀਨੀ ਪੱਧਰ ਤੇ ਕੋਈ ਕੰਮ ਨਹੀਂ ਕੀਤਾ। ਉਹਦਾ ਜਵਾਬ ਤੁਸੀਂ ਕੀ ਦੇਣਾ ਚਾਹੁੰਦੇ ਹੋ? ਨਹੀਂ ਜੀ, ਬਿਲਕੁਲ ਸਰਾਸਰ ਇਲਜ਼ਾਮ ਲਾ ਰਹੇ ਆ ਜੀ। ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਵਾਲੀ ਪਾਰਟੀ ਆ, ਕਿਸਾਨਾਂ ਦੀ ਆਪਣੀ ਪਾਰਟੀ ਆ, ਔਰ ਜੋ ਕਿਸਾਨਾਂ ਵਾਸਤੇ ਜਾਂ ਪੰਜਾਬੀਆਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ, ਹੋਰ ਕੋਈ ਪਾਰਟੀ ਨਹੀਂ ਕਰ ਸਕਦੀ। ਇਹ ਕਾਂਗਰਸ ਵਾਲੇ ਆ ਜਾਣ ਜਾਂ ਭਾਵੇਂ ਆਮ ਆਦਮੀ ਪਾਰਟੀ ਵਾਲੇ ਆ ਜਾਣ, ਇਹਨਾਂ 'ਚ ਆਪਣਾਪਣ ਹੈ ਨਹੀਂ। ਇਹ ਸਿਰਫ ਤੇ ਸਿਰਫ ਝੂਠ ਬੋਲ ਸਕਦੇ, ਹੋਰ ਕੁਝ ਨਹੀਂ ਕਰ ਸਕਦੇ ਜੀ। ਹਬਾਬ ਗਰੇਵਾਲ ਜੀ, ਤੁਹਾਡੇ ਤੇ ਕਾਫੀ ਵੱਡਾ ਜਿਹੜਾ ਸਵਾਲ ਹੈ ਉਹ ਚੁੱਕਿਆ ਹੈ, ਉਹਦਾ ਤੁਸੀਂ ਕੀ ਜਵਾਬ ਦੇਣਾ ਚਾਹੁੰਦੇ ਹੋ? ਸਰ ਦੇਖੋ, ਪਹਿਲਾਂ ਤਾਂ ਮੈਂ ਜਿਹੜੀ ਭੁੱਲਰ ਸਾਹਿਬ ਕਹਿ ਰਹੇ RTI ਪਾਈ, ਉਹ ਜੇ ਹੁੰਦੀ ਤਾਂ ਇੱਥੇ ਅਖਬਾਰਾਂ 'ਚ ਲੱਗੀ ਹੁੰਦੀ। ਚਲੋ ਛੱਡੋ, ਆਪਾਂ ਉਹਦੇ 'ਚ ਨਾ ਪਏ। ਰਹੀ ਭੁੱਲਰ ਸਾਹਿਬ, ਮੈਂ ਤੁਹਾਡੀ ਗੱਲ ਨਹੀਂ ਟੋਕੀ, ਮੈਨੂੰ ਗੱਲ ਕਰਨ ਦਿਓ ਪਲੀਜ਼। ਮੈਨੂੰ ਗੱਲ ਕਰਨ ਦਿਓ ਪਲੀਜ਼। ਮੈਂ ਤੁਹਾਨੂੰ ਨਹੀਂ ਰੋਕਿਆ, ਮੈਨੂੰ ਗੱਲ ਕਰਨ ਦਿਓ, ਜੋ ਮਰਜ਼ੀ ਬੋਲ ਲਓ। ਲੈਟ ਮੀ ਫਿਨਿਸ਼। ਜੀ ਤੁਸੀਂ ਬਾਅਦ 'ਚੋਂ ਤੁਸੀਂ ਬਾਅਦ 'ਚ ਆਪਣਾ ਜਵਾਬ ਰੱਖ ਸਕਦੇ ਹੋ। ਅੱਛਾ ਮੋਹਿਤ ਜੀ, ਹੁਣ ਏਦਾਂ ਦੇਖੋ, ਪੰਜਾਬ ਦੇ 3 ਦਰਿਆ ਨੇ, ਠੀਕ ਹੈ। ਆਪਣਾ ਹਰਿਆਣੇ ਨਾਲ ਬੜਾ ਰੌਲਾ ਚੱਲ ਰਿਹਾ ਸੀ SYL ਦਾ। ਕਿੰਨੇ ਕੁ ਭਰਾਵਾਂ ਨੂੰ ਇਹ ਜਾਣਕਾਰੀ ਹੈ, ਭਲਾਈ ਸਾਹਿਬ ਨੂੰ ਪਤਾ ਹੋਊਗੀ ਕਿ ਆਪਣਾ ਪੂਰਾ ਇੱਕ ਰਿਵਰ ਸਿਸਟਮ ਦਾ ਪਾਣੀ ਜਿਹੜਾ ਕਿ ਆਪਾਂ ਪਿਛਲੇ 70 ਸਾਲਾਂ ਤੋਂ ਪਾਕਿਸਤਾਨ ਜਾਣ ਤੋਂ ਨਹੀਂ ਰੋਕ ਸਕੇ। ਆਪਣੀ 3 ਦਰਿਆਵਾਂ ਚੋਂ ਇੱਕ ਦਰਿਆ ਦਾ ਪਾਣੀ ਪਾਕਿਸਤਾਨ ਜਾ ਰਿਹਾ ਹੈ, ਪਾਕਿਸਤਾਨ ਨੂੰ ਆਪਾਂ ਦੇ ਰਹੇ ਹਾਂ, ਪਰ ਇੱਥੇ ਆਪਾਂ ਪਾਣੀ ਦੀ ਬੂੰਦ-ਬੂੰਦ ਦੇ ਲੜ ਰਹੇ ਹਾਂ। ਇਹ ਵੀ ਦੱਸਣ ਕਿ 17 ਸਾਲਾਂ 'ਚ ਆਪਾਂ ਉਹ ਪਾਣੀ ਨੂੰ, ਜਿਹੜੀ ਇੰਡਸ ਵਾਟਰ ਟ੍ਰੀਟੀ ਦੇ ਤਹਿਤ ਆਪਣਾ ਬਣਦਾ, ਆਪਾਂ ਉਹਨੂੰ ਨਹੀਂ ਰੋਕ ਪਾਏ। ਸੋ ਉਹਦਾ ਆਪਾਂ ਕੀ ਹੱਲ ਕਰਾਂਗੇ? ਅਸੀਂ ਕਹਿ ਰਹੇ ਹਾਂ ਅਸੀਂ ਉਸ ਪਾਣੀ ਨੂੰ ਸਟਾਪ ਕਰਾਂਗੇ। ਹਰਿਆਣੇ ਨਾਲ ਤਾਂ ਸਾਨੂੰ ਬਿਨਾਂ ਮਤਲਬ ਤੋਂ ਲੜਾਇਆ ਗਿਆ ਜੀ। ਜਦੋਂ ਹੁਣ ਕਿਸਾਨੀ ਦੇ ਮੁੱਦੇ ਤੇ ਲੋੜ ਪਈ ਤਾਂ ਕੌਣ ਖੜਾ ਨਾਲ ਜੀ? ਤੁਸੀਂ ਸਾਰੇ ਹਿੰਦੁਸਤਾਨ 'ਚ ਹਾਥੀ ਮਾਰ ਕੇ ਦੇਖ ਲਓ, ਪੰਜਾਬ ਤੇ ਹਰਿਆਣਾ ਹੀ ਖੜਿਆ, ਮਾੜਾ ਮੋਟਾ ਵੈਸਟਰਨ UP ਹੈ। ਸੋਚ ਕੇ ਦੇਖੋ, ਜਦੋਂ ਇੱਜ਼ਤ ਤੇ ਬਣਾਈ ਤਾਂ ਭਰਾ ਹੀ ਖੜੇ ਹੋਏ। ਤੇ ਜੇ ਆਪਣੀ ਸਟੇਟ 'ਚ ਆਪਾਂ ਚੰਡੀਗੜ੍ਹ ਦੀ ਗੱਲ ਕਰ ਰਹੇ, ਭਲਾਈ ਸਾਹਿਬ ਨੇ ਪੁੱਛਿਆ ਚੰਡੀਗੜ੍ਹ ਦਾ, ਸਰ ਸਾਡਾ ਬੜਾ ਅਨਇਕੁਇਵਲ ਸਟੈਂਡ ਹੈ ਕਿ ਚੰਡੀਗੜ੍ਹ ਪੰਜਾਬ ਦੇ ਲਈ ਕੈਪੀਟਲ ਬਣਾਈ ਗਈ ਸੀ, ਜਿਹੜਾ ਕਿ ਲਾਹੌਰ ਆਪਣੇ ਤੋਂ ਖਿੰਝਿਆ ਸੀ, ਉਹਦੇ ਲਈ ਚੰਡੀਗੜ੍ਹ ਬਣਾਇਆ ਗਿਆ ਸੀਗਾ। ਇਹਦੇ ਤੇ ਬਾਰ-ਬਾਰ ਰਾਜਨੀਤੀ ਹੋਈ ਹੈ। ਅਸੀਂ ਬਿਲਕੁਲ ਸਪਸ਼ਟ ਹਾਂ ਕਿ ਚੰਡੀਗੜ੍ਹ ਪੰਜਾਬ ਨੂੰ ਹੀ ਮਿਲਣਾ ਚਾਹੀਦਾ, ਪਹਿਲੀ ਗੱਲ। ਦੂਜੀ ਰਹੀ ਪੰਜਾਬੀ ਸਪੀਕਿੰਗ ਏਰੀਆਜ਼ ਦੀ ਗੱਲ। ਅੱਜ ਉਹ ਪੰਜਾਬੀ ਸਪੀਕਿੰਗ ਏਰੀਆਜ਼ ਭਾਵੇਂ ਉਹ ਹਿਮਾਚਲ 'ਚ ਨੇ, ਭਾਵੇਂ ਉਹ ਹਰਿਆਣੇ 'ਚ ਨੇ, ਅੱਜ ਉਹ ਦੇਖਦੇ ਆ ਕਿ ਪੰਜਾਬ ਦਾ ਇੰਨਾ ਬੁਰਾ ਹਾਲ ਹੈ, ਉੱਥੇ ਕੋਈ ਰੌਲਾ ਹੀ ਨਹੀਂ ਪੈਂਦਾ। ਜਦੋਂ ਉਹ ਦੇਖਣਗੇ ਕਿ ਪੰਜਾਬ ਦੇ ਹਾਲਾਤ ਬਿਹਤਰ ਹੋ ਰਹੇ ਆ, ਉਹ ਲੋਕ ਆਪੇ ਕਹਿਣਗੇ ਕਿ ਭਾਈ ਸਾਡੀ ਮਦਰ ਸਟੇਟ ਤਾਂ ਪੰਜਾਬ ਸੀ, ਸਾਨੂੰ ਪੰਜਾਬ ਕੋ ਜਾਣ ਦਿਓ। ਫਿਲਹਾਲ ਉਹਨਾਂ ਨੂੰ ਇਹ ਲੱਗਦਾ ਕਿ ਚੰਗੇ ਬੈਠੀਆਂ ਬਾਹਰ ਹੋ ਗਏ, ਠੀਕ ਚੰਗੇ ਬੈਠੇ, ਕਿਉਂਕਿ ਸਿਆਸੀ ਪਾਰਟੀਆਂ ਮਾਹੌਲ ਹੀ ਨਹੀਂ ਬਣਾ ਸਕੀਆਂ। ਸੋ ਮੇਰਾ ਮੰਨਣਾ, ਸਾਡੀ ਪਾਰਟੀ ਦਾ ਮੰਨਣਾ ਇਹ ਹੈ ਕਿ ਇੱਕ ਓਵਰਆਲ ਇਨਵਾਇਰਨਮੈਂਟ ਦੇ ਕੇ, ਅੱਛਾ ਫਿਰ ਆਪਾਂ ਗੱਲ ਕਰ ਰਹੇ ਹਾਂ ਪਾਣੀ ਦੀ। ਆਪਣੇ ਰਿਵਰ ਸਿਸਟਮ ਜਾਂ ਆਪਣੇ ਕਨਾਲ ਸਿਸਟਮ ਹੈ, ਉਹਨੇ 70 ਸਾਲਾਂ ਤੋਂ ਕੰਮ ਨਹੀਂ ਹੋਇਆ। 30 ਤੋਂ 35% ਵਾਟਰ ਦੀ ਵੇਸਟੇਜ ਹੈ। ਆਪਾਂ 30 ਤੋਂ 35% ਵਾਟਰ ਆਪਣੀ ਕਨਾਲ ਸਿਸਟਮ 'ਚ ਵੇਸਟ ਕਰ ਰਹੇ ਹਾਂ। ਇੱਕ ਪੂਰੀ ਦਰਿਆ ਦਾ ਪਾਣੀ ਆਪਾਂ ਪਾਕਿਸਤਾਨ ਨੂੰ ਜਾਣ ਦੇ ਰਹੇ ਹਾਂ, ਤੇ ਆਪਾਂ ਡਾਂਗ ਸੋਟਾ ਸਾਨੂੰ ਕਰਾਈ ਜਾਂਦੇ ਹਰਿਆਣੇ ਨਾਲ। ਤੁਸੀਂ ਘੱਟੋ ਘੱਟ ਇਹਨਾਂ ਨੂੰ ਇਹ ਸਵਾਲ ਤਾਂ ਪੁੱਛੋ ਕਿ ਪਾਣੀ ਦੇ ਰਾਖਿਓ ਪਾਕਿਸਤਾਨ ਕੋ ਤਾਂ ਜਾਣੋਂ ਰੋਕ ਲਓ, ਬਾਕੀ ਛੱਡ ਦਿਓ, ਬਾਕੀ ਬਾਅਦ ਦੀਆਂ ਗੱਲਾਂ ਨੇ। ਪਹਿਲੀ ਗੱਲ। ਬਾਕੀ ਸਰ ਇੱਕ ਗੱਲ ਹੈ ਮੋਹਿਤ ਜੀ, ਮੈਂ ਸਿਰਫ ਇਹ ਕਹਿਣਾ ਹੈ ਕਿ ਇੱਕ ਸਾਫ਼ ਨੀਤ ਦੀ ਲੋੜ ਹੈ। ਜ਼ਾਤੀ ਮੁਫਾਦਾਂ ਨੂੰ ਛੱਡ ਕੇ ਇਹ ਪਾਣੀਆਂ ਦਾ ਮੈਟਰ ਕਿਉਂ ਨਹੀਂ ਸੈਟਲ ਹੁੰਦਾ? ਕਿਉਂਕਿ ਦਰਿਆਵਾਂ 'ਚੋਂ ਰੇਤਾ ਕੱਟਿਆ ਜਾਂਦਾ। ਜਦੋਂ ਰੇਤਾ ਕੱਢਿਆ ਜਾਊਗਾ ਸਾਰਿਆਂ ਨੂੰ ਫਾਇਦਾ ਮਿਲ ਰਿਹਾ, ਤਾਂ ਨਹੀਂ ਇਹ ਪਾਣੀ ਦਾ ਮੈਟਰ ਸੈਟਲ ਕਰਕੇ ਰਾਜੀ। ਸੋ ਇਹ ਆਪਾਂ ਛੱਡਦੀ, ਆਪਾਂ ਨੂੰ ਸਭ ਨੂੰ ਪਤਾ ਕਿਹਦੇ ਵਿੱਚ ਹੱਥ ਤਾਂ। ਮੈਂ ਫੇਰ ਕੋਈ ਇਲਜ਼ਾਮ ਨਹੀਂ ਲਾਉਣੇ, ਪਰ ਮੈਂ ਪ੍ਰੈਕਟੀਕਲੀ ਗੱਲ ਕਹੂੰਗਾ ਕਿ ਹਰ ਇੱਕ ਚੀਜ਼ ਦਾ ਇੱਕ ਲਿਖਿਤ ਵਾਅਦਾ ਕੀਤਾ ਜਾਊਗਾ ਤੇ ਉਹ ਵਾਅਦੇ ਪੂਰੇ। ਮੈਂ ਇੱਕ ਆਖਰੀ ਸਵਾਲ ਸਾਰਿਆਂ ਨੂੰ ਪੁੱਛਣਾ ਚਾਹਾਂਗਾ, ਕਿਉਂਕਿ ਸਾਰੇ ਭੁੱਲਰ ਜੀ ਠੀਕ ਹੈ, ਮੈਂ ਇੱਕ ਆਖਰੀ ਸਵਾਲ ਪੁੱਛਾਂਗਾ ਕਿਉਂਕਿ ਜਿਹੜੇ ਹਬਾਬ ਗਰੇਵਾਲ ਜੀ ਨੇ ਜਾਂ ਖੋਜੇਵਾਲ ਜੀ ਨੇ, ਚਲੋ ਦੇ ਲਓ, ਤੁਸੀਂ ਦੇ ਲਓ। ਗਰੇਵਾਲ ਸਾਹਿਬ ਕਹਿੰਦੇ ਕਿਸੇ ਅਖਬਾਰ 'ਚ ਨਹੀਂ ਆਈ। ਗਰੇਵਾਲ ਸਾਹਿਬ, ਮੇਰੀ ਆਦਤ ਨਹੀਂ ਹਵਾ 'ਚ ਗੱਲਾਂ ਕਰਨ ਦੀ, ਮੈਂ ਮੇਰਾ ਫੈਕਟਸ ਤੇ ਗੱਲ ਕਰਦਾ। ਆ ਇੰਡੀਅਨ ਐਕਸਪ੍ਰੈਸ ਦੀ ਹੈ ਜੀ, ਹੋ ਸਕਦਾ ਜੇ ਤੁਸੀਂ ਪੜ੍ਹ ਸਕੋ ਤਾਂ। ਇੰਡੀਅਨ ਐਕਸਪ੍ਰੈਸ ਦੀ ਹੈ। ਮੈਂ ਇੱਕ ਮਿੰਟ, RTI 2019 'ਚ ਪਾਈ, ਤੇਜਪਾਲ ਸਿੰਘ ਨੇ, ਦਿੱਲੀ ਦੇ ਰੈਜ਼ੀਡੈਂਟ ਤੇਜਪਾਲ ਸਿੰਘ। ਕੀ ਲਿਖਿਆ? No new hospital commissioned, said Delhi government health systems. AAP had promised to increase the hospital beds to 40,000. No new beds
Okay. Delhi PW said no new flyovers were built. Okay. 189 mohalla clinics were opened while Okay. 1000 were promised. ਓਕੇ RTI ਚਲੋ ਦੀ ਹੈ ਜੀ ਓਕੇ ਬੜੀ ਅੱਛੀ ਗੱਲ ਹੈ। ਹੁਣ ਇਹਦਾ ਵੀ ਮੈਂ ਭੁੱਲਰ ਸਾਹਿਬ ਨੂੰ ਆ ਵੀ ਜਵਾਬ ਦੇਦਾ, ਨਵੇਂ ਹਸਪੀਟਲ ਸਰ ਤਾਂ ਨਹੀਂ ਖੁੱਲੇ ਕਿਉਂਕਿ ਪੁਰਾਣੀ ਹਸਪੀਟਲ ਐਕਸਪੈਂਸ਼ਨ ਹੋਈ ਹੈ, ਸਾਨੂੰ ਜ਼ਮੀਨ ਨਹੀਂ ਦਿੱਤੀ। ਦਿੱਲੀ ਡਿਵੈਲਪਮੈਂਟ ਅਥਾਰਟੀ ਨੇ ਸਾਨੂੰ ਭੁੱਲਰ ਸਾਹਿਬ ਸੁਣੋ, ਹੁਣ ਜਵਾਬ ਸੁਣਨ ਦਾ ਮਾਦਾ ਰੱਖੋ। ਭੁੱਲਰ ਸਾਹਿਬ ਤੁਸੀਂ ਆਪਣੀ ਗੱਲ ਰੱਖੀ, ਗਰੇਵਾਲ ਜੀ ਨੂੰ ਆਪਣਾ ਜਵਾਬ ਦੇਣ ਦਿਓ। ਭੁੱਲਰ ਜੀ ਉਹਨਾਂ ਨੂੰ ਆਪਣਾ ਜਵਾਬ ਦੇ ਦਿਓ। ਅਸੀਂ ਡਿਬੇਟ ਦੇ ਐਂਡ ਵਿੱਚ ਪਹੁੰਚ ਰਹੇ ਹਾਂ, ਸੋ ਉਹਨਾਂ ਨੂੰ ਆਪਣਾ ਜਵਾਬ ਤੁਸੀਂ ਰੱਖਤਾ, ਹੁਣ ਉਹਨਾਂ ਨੂੰ ਆਪਣੀ ਗੱਲ ਪੂਰੀ ਕਰ ਦਿਓ। ਮੈਂ ਕਹਿਣਾ ਸਾਡੇ ਨਿਊ ਹਸਪੀਟਲਸ ਆਰ ਓਪਨਡ ਵਾਈ ਬਿਕੋਜ਼ ਦਿੱਲੀ ਗਵਰਨਮੈਂਟ ਨੇ, ਦਿੱਲੀ ਡਿਵੈਲਪਮੈਂਟ ਅਥਾਰਟੀ ਨੇ ਸਾਨੂੰ ਲੈਂਡ ਦੇ ਰੇਟ ਬਹੁਤ ਮਹਿੰਗੇ ਕਰਤੇ। ਜਿਹੜੇ ਰੇਟਸ ਕਮਿਸ਼ਨ ਹੋਏ, ਜਿਹੜੇ ਬੈਡਸ ਬਣੇ, ਉਹ ਯਾਰ ਬੋਲ ਤਾਂ ਲੈਣ ਦਿਓ ਯਾਰ। ਤੁਸੀਂ ਇਹ ਪਤਾ ਨਹੀਂ ਕਿਹੜੀ ਦੁਨੀਆ 'ਚ ਵਸਦੇ ਆ, ਗੱਲ ਜਵਾਬ ਨਹੀਂ ਦੇਣ ਦੇਣਾ। ਭੁੱਲਰ ਸਾਹਿਬ ਮੈਂ ਤੁਹਾਡੇ ਵਰਗਾ ਕੰਮ ਨਹੀਂ ਕਰਦਾ, ਚੀਕਾਂ ਮਾਰਨੀਆਂ ਮੈਨੂੰ ਵੀ ਆਉਂਦੀਆਂ ਨੇ, ਜਵਾਬ ਸੁਣ ਲਓ। ਮੈਂ ਤਾਂ ਫੈਕਟ ਦੀ ਗੱਲ ਕਰਦਾ, ਓਕੇ ਜਵਾਬ ਸੁਣ ਆ ਲਓ। ਹੁਣ ਫੈਕਟਸ ਦਾ ਜਵਾਬ ਤਾਂ ਸੁਣ ਲਓ। ਉਹ ਜਵਾਬ ਤਾਂ ਜਵਾਬ ਸੁਣ ਲਓ, ਨਹੀਂ ਤਾਂ ਮੈਂ ਸਵਾਲ ਵੱਲ ਜਵਾਬ ਭਾਈ ਜਵਾਬ ਸੁਣਨ ਦਾ ਮਾਦਾ ਨਹੀਂ ਹੈਗਾ। ਦੇਖੋ ਜਿਹੜੇ ਬੈਡਸ ਵੀ ਹੈਡ ਪ੍ਰੋਮਿਸਡ 40,000 ਬੈਡਸ, ਵੀ ਹੈਵ ਡਿਲੀਵਰਡ 28,000 ਬੈਡਸ। ਪਹਿਲੀ ਗੱਲ। ਦੂਜੀ ਗੱਲ, ਦਿੱਲੀ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਆਲਮੋਸਟ ਹਰ ਇੱਕ ਹਸਪੀਟਲ 'ਚ 5 ਫਲੋਰ ਐਡ ਕੀਤੇ ਗਏ ਨੇ। ਉਹ ਸਿੰਪਲ ਸਾਨੂੰ ਇੱਕ ਪ੍ਰੋਬਲਮ ਨਹੀਂ ਆ ਰਹੀ ਸੀ, ਸਾਨੂੰ ਲੈਂਡ ਨਹੀਂ ਦੇ ਰਹੇ ਸੀ, ਅਸੀਂ ਉੱਥੇ ਅੱਧੀ ਸਰਕਾਰ ਚਲਾ ਰਹੇ ਹਾਂ। ਐਂਡ ਇਹਦਾ ਜਵਾਬ ਮੈਂ ਨਹੀਂ ਸਰ, ਦਿੱਲੀ 'ਚ ਇਲੈਕਸ਼ਨਾਂ ਤਾਂ ਹੁਣ ਹੋਈਆਂ ਨੇ। ਦਿੱਲੀ ਦੇ ਲੋਕਾਂ ਨੂੰ ਜੇ ਅਰਵਿੰਦ ਕੇਜਰੀਵਾਲ ਨੇ ਕੱਖ ਵੀ ਨਾ ਕੀਤਾ ਹੁੰਦਾ ਤਾਂ ਕੀ ਸਾਡੀਆਂ ਫੇਰ 17 ਚੋਂ 63 ਸੀਟਾਂ ਆ ਜਾਂਦੀਆਂ। ਸੋ ਇਹ ਦਿੱਲੀ ਦੇ ਲੋਕ ਜਾਣਦੇ ਨੇ। ਇੱਕ ਨਿਊਜ਼ਪੇਪਰ ਰਿਪੋਰਟ ਦਿਖਾ ਕੇ, ਫੈਕਟਸ ਨੂੰ ਕਿਸੇ ਨਾ ਕਿਸੇ ਘੁਮਾ ਫਰਾ ਕੇ। ਓਕੇ ਜੀ, ਮੈਂ ਹੁਣ ਆਪਣੇ ਚਰਚਾ ਦੇ ਹੁਣ ਆਖਰੀ ਸਵਾਲ ਵੱਲ ਵਧ ਰਿਹਾ ਹਾਂ ਕਿ ਆਰਟੀਆਈ DGHS ਨੇ, ਦਿੱਲੀ ਗਵਰਨਮੈਂਟ ਹੈਲਥ ਸਿਸਟਮ ਨੇ ਜਿਹੜੀ ਰਿਪੋਰਟ ਦਿੱਤੀ ਹੈ, ਤੁਸੀਂ ਉਹਨੂੰ ਠੀਕ ਹੈ ਜੀ। ਅਸੀਂ ਹੁਣ ਆਪਣੇ ਜਿਹੜੀ ਸਾਡੀ ਸਾਰਥਕ, ਅਸੀਂ ਸ਼ੁਰੂ ਤੋਂ ਕਹਿ ਰਹੇ ਕਿ ਸਾਡੀ ਜਿਹੜੀ ਡਿਬੇਟ ਹੋਏਗੀ, ਡਿਬੇਟ ਨਹੀਂ ਹੋਏਗੀ, ਬੇਸਿਕਲੀ ਇੱਕ ਸਾਰਥਕ ਵਿਚਾਰ ਚਰਚਾ ਹੋਏਗੀ। ਸੋ ਹੁਣ ਅਸੀਂ ਆਖਰੀ ਸਵਾਲ ਸਾਰੀਆਂ ਹੀ ਪਾਰਟੀਆਂ ਤੋਂ ਪੁੱਛਣਾ ਚਾਹਾਂਗੇ। ਸਪੈਸ਼ਲੀ ਮੈਂ ਕਾਂਗਰਸ ਤੋਂ ਵੀ ਇੱਕ ਵੱਖਰਾ ਪੁਆਇੰਟ ਜ਼ਰੂਰ ਪੁੱਛਾਂਗਾ, ਪਰ ਬਾਕੀ ਪਾਰਟੀ ਤੋਂ ਮੈਂ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਅਗਰ ਤੁਹਾਡੀ ਪਾਰਟੀ ਨੂੰ ਮੌਕਾ ਦਿੱਤਾ ਜਾਂਦਾ ਤੇ ਕਿਉਂ ਦਿੱਤਾ ਜਾਵੇ, ਕਿਉਂ ਤੁਹਾਡੀ ਪਾਰਟੀ ਤੇ ਭਰੋਸਾ ਕੀਤਾ ਜਾਵੇ। 2-2 ਮਿੰਟ ਸਾਰਿਆਂ ਨੂੰ। ਤੇ ਕਾਂਗਰਸ ਤੋਂ ਮੈਂ ਇੱਕ ਸਵਾਲ ਇਹ ਪੁੱਛਣਾ ਚਾਹਾਂਗਾ ਕਿ ਹੁਣ ਤਾਂ ਜਿਹੜੇ ਤੁਹਾਡੇ ਡਿਸਟਰਬੈਂਸ ਜਿਹੜੀ ਚੱਲ ਰਹੀ ਸੀਗੀ, ਜਿਹੜੀ ਡਿਵਾਈਡੇਸ਼ਨ ਜਿਹੜੀ ਚੱਲ ਰਹੀ ਸੀਗੀ ਸਿੱਧੂ ਐਂਡ ਆਪਣੇ ਜਿਹੜੇ ਕੈਪਟਨ ਸਾਹਿਬ ਨੇ ਉਹਨਾਂ ਦੀ, ਉਹ ਹਲੇ ਵੀ ਕੰਟੀਨਿਊ ਚੱਲ ਰਹੀ ਹੈ। ਹਲੇ ਵੀ ਜਿਹੜੇ ਸਿੱਧੂ ਸਾਹਿਬ ਨੇ ਉਹ ਨਵੇਂ ਪ੍ਰਧਾਨ ਬਣੇ ਗਏ ਨੇ, ਪਰ ਪ੍ਰਧਾਨ ਬਣਨ ਤੋਂ ਬਾਅਦ 3-4 ਲਗਾਤਾਰ ਉਹਨਾਂ ਦੇ ਅਜਿਹੇ ਬਿਆਨ ਆਏ ਨੇ ਜੋ ਕਿ ਕੰਟਰੋਵਰਸੀ ਨੂੰ ਸੱਦਾ ਦਿੰਦੇ ਨੇ। ਜਿਵੇਂ ਹੀ ਜਦੋਂ ਪ੍ਰਧਾਨ ਮੰਤਰੀ ਨਾਲ ਹੀ ਕਹਿ ਦਿੰਦੇ ਨੇ ਕਿ ਹਾਂ ਵੀ ਜਿਹੜੇ ਕਿਸਾਨ ਨੇ ਉਹ ਪਿਆਸੇ ਨੇ, ਉਹ ਮੇਰੇ ਕੋਲ ਆ ਜਾਣ। ਫਿਰ ਭਗਤ ਕਬੀਰ ਜੀ ਦੀ ਜਿਹੜੀ ਦੋਹੇ ਨੇ ਉਹਨਾਂ ਨੂੰ ਮਿਸਯੂਜ਼ ਕਰਦੇ ਨੇ, ਗਲਤ ਬੋਲਦੇ ਨੇ। ਤੀਸਰੇ ਨੰਬਰ ਤੇ ਉਹਨਾਂ ਨੇ ਹੁਣ ਪਿੱਛੇ ਜੀ ਕਹਿਤਾ ਕਿ ਵੀ ਸਾਡੀ ਸਰਕਾਰ ਜਦੋਂ ਆਏਗੀ ਉਹ 3 ਰੁਪਏ ਜਿਹੜੇ ਯੂਨਿਟ ਹੈ ਬਿਜਲੀ ਦਾ ਕੀਤਾ ਜਾਵੇਗਾ। ਸਲਾਹਕਾਰ ਮਗਰੋਂ ਰੱਖੇ ਨੇ, ਬਾਅਦ ਚ ਉਹਨਾਂ ਨੂੰ ਸ਼ਾਇਦ ਪਤਾ ਲੱਗੂਗਾ ਕਿ ਸਰਕਾਰ ਉਹਨਾਂ ਦੀ ਹੀ ਚੱਲ ਰਹੀ ਹੈ। ਸੋ ਇਹ ਪੁਆਇੰਟ ਤੁਹਾਡੇ ਤੋਂ ਵੱਖਰਾ ਪੁੱਛਿਆ ਜਾਵੇਗਾ। ਪਰ ਬਾਕੀ ਪਾਰਟੀਆਂ ਤੋਂ ਪਹਿਲਾਂ ਮੈਂ ਅਕਾਲੀ ਦਲ ਤੋਂ ਪੁੱਛਣਾ ਚਾਹਾਂਗਾ ਕਿ ਰਣਜੀਤ ਜੀ ਤੁਸੀਂ ਕੀ ਆਖਦੇ ਹੋ, ਕੀ 2 ਮਿੰਟਾਂ ਵਿੱਚ ਤੁਸੀਂ ਆਪਣਾ ਪੁਆਇੰਟ ਰੱਖਦੇ ਹੋ ਕਿ ਹਾਂ ਵੀ ਤੁਹਾਨੂੰ ਮੌਕਾ ਦਿੱਤਾ, ਕਿਉਂ ਦਿੱਤਾ ਜਾਵੇ, ਕਿਉਂ ਦੁਬਾਰਾ ਤੁਹਾਡੇ ਤੇ ਭਰੋਸਾ ਕੀਤਾ ਜਾਵੇ? ਦੇਖੋ ਜੀ, ਮੈਂ ਫਿਰ ਦੁਬਾਰਾ ਬੇਨਤੀ ਕਰਦਾ, ਜਿਹੜਾ ਕਾਂਗਰਸ ਦਾ ਅੰਦਰੂਨੀ ਡਰਾਮਾ ਚੱਲਣ ਡਿਆ ਨਾ ਜੀ, ਸਿੱਧੂ ਵਰਸਸ ਕੈਪਟਨ ਸਾਹਿਬ, ਇਹ ਕਾਂਗਰਸ ਦੀਆਂ ਨਾਕਾਮੀਆਂ ਛੁਪਾਉਣ ਵਾਸਤੇ ਸਾਰਾ ਡਰਾਮਾ ਰਚਿਆ ਜਾ ਰਿਹਾ, ਕਿਉਂਕਿ ਪੰਜਾਬ ਦੇ ਲੋਕਾਂ ਦਾ ਕੋਈ ਭਲਾ ਨਹੀਂ ਕਰ ਸਕੇ, ਕੁਝ ਨਹੀਂ ਕਰ ਸਕੇ। ਦੂਸਰੀ ਗੱਲ ਮੈਂ ਜਿਹੜੀ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ 10 ਸਾਲ ਰਾਜ ਕੀਤਾ, ਲੋਕਾਂ ਨੇ ਆਪਣੇ ਜਨਰੇਟਰ ਹਟਾ ਰਹੇ ਸੀਗੇ, ਬਿਜਲੀ ਸਰਪਲਸ ਸੂਬਾ ਬਣਾਤਾ ਸੀ। ਇਹ ਕੋਈ ਪਾਵਰ ਪਲਾਂਟ ਨੂੰ ਸਾਂਭ ਨਹੀਂ ਸਕੇ, ਕੋਈ ਚਲਾ ਨਹੀਂ ਸਕੇ, ਕਿਉਂਕਿ ਸਵਾਈ ਇਹਨਾਂ ਨੇ ਲੁੱਟਣ ਕੁੱਟਣ ਤੋਂ ਇਲਾਵਾ ਹੋਰ ਕੁਝ ਕੀਤਾ ਨਹੀਂ। ਦੂਸਰਾ, ਅਕਾਲੀ ਦਲ ਦੇ ਵੇਲੇ ਹਮੇਸ਼ਾ ਹੀ ਜਿਹੜਾ ਰੈਵਨਿਊ ਆ, ਉਹ ਭਾਵੇਂ ਐਕਸਾਈਜ਼ ਦਾ ਹੋਵੇ, ਬੇਸ਼ੱਕ ਉਹ ਮਾਈਨਿੰਗ ਡਿਪਾਰਟਮੈਂਟ ਦਾ ਹੋਵੇ, ਕੋਈ ਵੀ ਹੋਵੇ, ਉਹ ਹਮੇਸ਼ਾ ਇਨਕਰੀਜ਼ ਵਧਿਆ। ਪਰ ਕਾਂਗਰਸ ਸਰਕਾਰ ਦੇ ਵੇਲੇ ਜਿਹੜਾ ਹੈਗਾ ਪੁੱਲਰ ਜੀ ਤੁਸੀਂ ਪੁਆਇੰਟ ਰੱਖਣ ਦਿਓ ਪਲੀਜ਼, ਤੁਹਾਡਾ ਵੀ ਵਾਰੀ ਹੈ ਕਿ ਤੁਸੀਂ ਆਪਣੇ ਆਰਾਮ ਨਾਲ ਬੋਲ ਸਕਦੇ ਹੋ। ਤੁਸੀਂ ਬੋਲ ਲਓ ਮੇਰਾ ਵੀਰ ਯਾਰ, ਮੈਂ ਨਹੀਂ ਬੋਲਦਾ ਭਰਾ। ਰਣਜੀਤ ਜੀ ਬੋਲੋ। ਕੋਈ ਨਹੀਂ ਰਣਜੀਤ ਜੀ ਤੁਸੀਂ ਬੋਲੋ। ਹਾਂਜੀ। ਸੋ ਜਿਹੜੀ ਮੈਂ ਗੱਲ ਕਰਦਾ ਕਿ ਦੇਖੋ, ਜਿਹੜੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਆਪਾਂ ਵਿਸ਼ਵਾਸ ਵਿੱਚ ਰਹਿਣਾ, ਉਹਨਾਂ ਨੂੰ ਦੁਆਰਾ ਸਰਕਾਰ ਬਣਾਉਣੀ ਹੈ 2022 ਚ ਸ਼੍ਰੋਮਣੀ ਅਕਾਲੀ ਦਲ ਦੀ, ਅਸੀਂ ਪੂਰਾ ਪਲਾਨ ਕਰਕੇ ਹਾਲੇ ਪੂਰਾ ਚੋਣ ਮੈਨੀਫੈਸਟੋ ਜਾਰੀ ਨਹੀਂ ਕੀਤਾ। ਹਾਲੇ ਸਿਰਫ 13 ਪ੍ਰੋਗਰਾਮ ਜਿਹੜੇ ਆ ਉਹ ਜਾਰੀ ਕੀਤੇ ਆ, ਜਿਹਦੇ ਵਿੱਚ ਅਸੀਂ ਪੂਰਾ ਉਹਨਾਂ ਨੂੰ ਸਫਲ ਕਰਨ ਦੇ ਵਿੱਚ ਪੂਰਾ ਜਿਹੜਾ ਤਨ ਮਨ ਦੇ ਨਾਲ ਜਿਹੜਾ ਜ਼ੋਰ ਲਾਵਾਂਗੇ ਜੀ। ਮੈਂ ਹੁਣ ਆਮ ਆਦਮੀ ਪਾਰਟੀ ਦੇ ਅਹਿਬਾਬ ਗਰੇਵਾਲ ਜੀ ਤੋਂ ਪੁੱਛਣਾ ਚਾਹਾਂਗਾ। ਗਰੇਵਾਲ ਸਾਹਿਬ ਤੁਸੀਂ ਕੀ ਕਹਿੰਦੇ ਹੋ, ਭਰੋਸਾ ਕਿਉਂ ਕੀਤਾ ਜਾਵੇ ਕਿ ਤਾਂ ਜੋ ਦਿੱਲੀ ਵਿੱਚ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਬਾਰ-ਬਾਰ 3 ਵਾਰ ਲੋਕਾਂ ਨੇ ਜਿਤਾਇਆ, ਪੰਜਾਬ 'ਚ ਪਹਿਲੀ ਵਾਰ ਤੁਸੀਂ ਕੋਸ਼ਿਸ਼ ਕਰ ਚੁੱਕੇ, ਉੱਥੇ ਤੁਹਾਨੂੰ ਕਾਮਯਾਬੀ ਜਿਹੜੀ ਹੈ ਬਹੁਤੀ ਨਹੀਂ ਮਿਲੀ, ਇਸ ਵਾਰ ਕਿਉਂ ਮਿਲੇ ਤੇ ਕਿਵੇਂ ਤੁਸੀਂ ਸੋਚਦੇ ਹੋ?
ਦੇਖੋ ਪਿਛਲੀ ਵਾਰੀ ਦੇ ਕਾਰਨਾਂ 'ਚ ਮੈਂ ਨਹੀਂ ਜਾਊਂਗਾ, ਪਰ ਲੋਕਾਂ ਨੇ 4.5 ਸਾਲ ਕਾਂਗਰਸ ਸਰਕਾਰ ਦੇਖ ਲਈ। ਮੈਂ ਤਾਂ ਸਿਰਫ ਇੱਕ ਓਪਨਲੀ ਚੈਲੰਜ ਕਰਦਾ ਜੀ, ਅਸੀਂ ਆਪਣੇ ਵਾਅਦੇ ਉਹਨੂੰ ਆਪਣੇ ਜਿਹੜਾ ਸਾਡਾ ਮੈਨੀਫੈਸਟੋ ਹੈ ਅਸੀਂ ਉਹਨੂੰ ਇੱਕ ਲੀਗਲ ਡਾਕੂਮੈਂਟ ਮੰਨ ਕੇ ਚੱਲਦੇ ਹਾਂ। ਪਹਿਲੀ ਗੱਲ ਸਾਡੇ ਤੇ ਆਹ ਗੱਲ ਹੈ, ਪਹਿਲੀ ਗੱਲ ਤਾਂ ਯਕੀਨ ਦੀ ਆ ਹੈ। ਦੂਜੀ ਗੱਲ ਰਹੀ, ਮੈਨੂੰ ਨਹੀਂ ਕਹਿਣ ਦੀ ਲੋੜ ਕੌਣ ਸੱਚਾ ਕੌਣ ਝੂਠਾ, ਲੋਕ ਟਰੈਕ ਰਿਕਾਰਡ ਜਾਣਦੇ ਆ, ਲੋਕ ਜਾਣਦੇ ਆ ਕਿ ਕਿਸ ਤਰ੍ਹਾਂ ਪੰਜਾਬ ਦਾ ਪਤਨ ਹੋਇਆ, ਲੋਕ ਜਾਣਦੇ ਆ ਕਿਵੇਂ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਗਿਆ। ਤੇ ਹੁਣ ਮੈਨੂੰ ਲੱਗਦਾ ਕਿ ਹੁਣ ਤਾਂ ਪੰਜਾਬ ਦੀ ਤੇ ਪੰਜਾਬੀਆਂ ਦੀ ਹੋਂਦ ਦੀ ਲੜਾਈ ਹੈ, ਤੇ ਹੋਂਦ ਦੀ ਲੜਾਈ ਆਪਾਂ ਨਹੀਂ ਹਾਰ ਸਕਦੇ। ਉਹਦੇ ਲਈ ਆਪਾਂ ਨੂੰ ਇੱਕ ਇਮਾਨਦਾਰ ਕੋਸ਼ਿਸ਼ ਦੀ ਲੋੜ ਹੈ, ਤੇ ਅਸੀਂ ਉਹ ਇਮਾਨਦਾਰ ਕੋਸ਼ਿਸ਼ ਪੂਰੀ ਵਾਹ ਲਾ ਕੇ ਕਰਾਂਗੇ ਤਾਂ ਕਿ ਪੰਜਾਬ ਨੂੰ ਅੱਗੇ ਲੈ ਕੇ ਜਾਇਆ ਜੀ। ਲਾਸਟ ਮੈਂ ਰੋਬਿਨ ਜੀ ਤੋਂ ਜਾਣਨਾ ਚਾਹਾਂਗਾ, ਰੋਬਿਨ ਜੀ ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਮੈਨੂੰ ਸਵਾਲ ਕੀਤਾ ਸੀ ਮੋਹਿਤ ਜੀ, ਸਾਰੀਆਂ ਪਾਰਟੀਆਂ ਵਾਰ-ਵਾਰ ਆਪਣਾ ਜਿਹੜਾ ਨੱਕ ਡਾਉਂਦੀਆਂ ਕਾਂਗਰਸ ਦੇ ਇੰਟਰਨਲ ਅਫੇਅਰਸ ਦੇ ਵਿੱਚ। ਮੈਂ ਇੱਕ ਬੇਨਤੀ ਕਰ ਦਿੰਦਾ ਤੁਹਾਨੂੰ ਵੀ ਤੇ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ, ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਤੇ ਕਾਂਗਰਸ ਦੇ ਲੀਡਰ ਦੇ ਵਿੱਚ ਕੀ ਚੱਲ ਰਿਹਾ, ਇਹ ਮੈਂ ਸਮਝਦਾ ਕਿਸੇ ਨਾ ਆਮ ਆਦਮੀ ਪਾਰਟੀ, ਨਾ ਬੀਜੇਪੀ ਤੇ ਨਾ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੇ ਚਿੰਤਾ ਦਾ ਵਿਸ਼ਾ ਨਹੀਂ। ਸਭ ਤੋਂ ਜਿਹੜੀ ਵੱਡੀ ਗੱਲ ਹੈ, ਜੇ ਅੱਜ ਨਵਜੋਤ ਸਿੰਘ ਸਿੱਧੂ ਜਾਂ ਕਾਂਗਰਸ ਦਾ ਕੋਈ ਲੀਡਰ MLA ਮਿਨਿਸਟਰ ਜੇ ਕੈਪਟਨ ਅਮਰਿੰਦਰ ਸਿੰਘ ਨੂੰ, ਆਪਦੇ CM ਨੂੰ ਜਾਂ ਆਪਦੀ ਹਾਈ ਕਮਾਂਡ ਨੂੰ ਕੋਈ ਗੱਲ ਰੱਖਦਾ ਹੈ ਕਿ ਕੋਈ ਜੇ ਸਰਕਾਰ ਦੇ ਵਿੱਚ ਕਮੀ ਹੈ, ਉਹ ਉਹਨੂੰ ਸੁਜੈਸਟ ਕਰਦਾ ਇਹਨੂੰ ਕਿਵੇਂ ਆਪਾਂ ਇੰਪਰੂਵ ਕਰ ਸਕਦੇ ਹਾਂ, ਤੇ ਮੈਂ ਸਮਝਦਾ ਇਹ ਕੋਈ ਵੱਡੀ ਗੱਲ ਨਹੀਂ। ਇਹਨੂੰ ਇੰਟਰਨਲ ਡੈਮੋਕ੍ਰੇਸੀ, ਹੈਲਦੀ ਡੈਮੋਕ੍ਰੇਸੀ ਕਹਿੰਦੇ ਆ। ਇਹ ਬਾਕੀ ਹੁਣ ਸਾਡਾ ਕੀ ਕਸੂਰ ਹੈ, ਆਮ ਆਦਮੀ ਪਾਰਟੀ ਦੇ ਵਿੱਚ ਹੈ ਨਹੀਂ। ਜੇ ਇਹਨਾਂ ਦੇ ਜਾਂ ਅਕਾਲੀ ਦਲ ਦੇ ਜਾਂ BJP ਦੇ ਇਹਨਾਂ ਦੇ ਲੀਡਰਾਂ ਦੀ ਜੇ ਹਾਈ ਕਮਾਂਡ ਜਾਂ ਇਹਨਾਂ ਦੇ ਸੀਨੀਅਰ ਲੀਡਰ ਨਹੀਂ ਸੁਣਦੇ, ਅੱਜ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦਾ ਇਹ ਮੈਂ ਸਮਝਦਾ ਕੋਈ ਕਲੈਸ਼ ਨਹੀਂ। ਇਹਨੂੰ ਇੰਟਰਨਲ ਡੈਮੋਕ੍ਰੇਸੀ ਇੱਕ ਜਿਹੜੀ ਚੀਜ਼ ਆ ਉਹ ਕਾਂਗਰਸ ਦੇ ਵਿੱਚ। ਮੈਂ ਹੁਣ ਲਾਸਟ 'ਚ ਮੈਂ ਪਲਾਹੀ ਸਾਹਿਬ ਤੋਂ ਮਤਲਬ ਇਸ ਪ੍ਰੋਗਰਾਮ ਬਾਰੇ ਕੀ ਪੂਰੀ ਵਿਚਾਰ ਚਰਚਾ ਰਹੀ, ਕੀ ਤੁਸੀਂ ਸੋਚਦੇ ਹੋ ਕਿ ਸਾਡਾ ਜਿਹੜਾ ਕਿੱਧਰ ਨੂੰ ਅਸੀਂ ਵਧੇ ਹਾਂ, ਜਿਹੜਾ ਮੇਨ ਸਾਡਾ ਮੁੱਦਾ ਸੀ ਕਿ ਕੀ ਅਸੀਂ ਉਹਦੇ ਆਲੇ ਦੁਆਲੇ ਰਹੇ ਹਾਂ? ਬਹੁਤ ਮਿਹਰਬਾਨੀ ਮੋਹਿਤ ਜੀ। ਅਸੀਂ ਤਿੰਨੇ ਨੁਮਾਇੰਦਿਆਂ ਦੀ ਵੱਖੋ ਵੱਖਰੀ ਪਾਰਟੀ ਦੇ ਬਹੁਤ ਹੀ ਲਰਨਡ ਜਿਹੜੇ ਨੁਮਾਇੰਦੇ ਨੇ, ਉਹਨਾਂ ਨੇ ਆਪਣੀ ਆਪਣੀ ਗੱਲ ਕੀਤੀ ਹੈ। ਔਰ ਪੰਜਾਬ ਨੂੰ ਜੇ ਇਸ ਕਿਸਮ ਦੀ ਲੋੜ ਹੈ ਕਿ ਪੰਜਾਬ ਹਤੈਸ਼ੀ ਮੁੱਦੇ ਜਿਹੜੇ ਨੇ ਉਹ ਉਠਾਏ ਜਾਣ, ਔਰ ਉਹਨਾਂ ਦੀ ਖਾਤਰ ਇਹ ਸਾਰੀਆਂ ਪਾਰਟੀਆਂ, ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ, ਉਹ ਆਪਣਾ ਪੱਖ ਹੀ ਪੇਸ਼ ਨਾ ਕਰਨ, ਸਗੋਂ ਪੰਜਾਬ ਦੀ ਜਿਹੜੀ ਭੈੜੀ ਹਾਲਤ ਹੋ ਚੁੱਕੀ ਹੈ ਉਸ ਨੂੰ ਸਹੀ ਕਰਨ ਦਾ ਯਤਨ ਕਰਨ। ਸੋ ਮੇਰੀ ਸਮਝ ਵਿੱਚ ਇਹ ਗੱਲ ਪੈਂਦੀ ਹੈ ਕਿ ਇਹਨਾਂ ਪਾਰਟੀਆਂ ਦਾ ਜਿਹੜਾ ਸੋਚਣ ਦਾ ਢੰਗ ਹੈ ਉਹ ਬਿਲਕੁਲ ਪੰਜਾਬ ਪੱਖੀ ਹੈ, ਔਰ ਉਹਨਾਂ ਵੱਲੋਂ ਯਤਨ ਵੀ ਹੋਏਗਾ ਕਿ ਆਪਣੇ ਮੈਨੀਫੈਸਟੋ ਨੂੰ ਇਸ ਢੰਗ ਦੇ ਨਾਲ ਪੇਸ਼ ਕਰਨ ਕਿ ਉਹ ਇੱਕ ਲੀਗਲ ਡਾਕੂਮੈਂਟ ਹੋਵੇ ਔਰ ਜਵਾਬਦੇਹੀ ਲੋਕਾਂ ਦੀ ਹੋਵੇ। ਪੰਜਾਬ ਵਿੱਚ ਸਿੱਖਿਆ, ਸਿਹਤ ਤੇ ਬੁਨਿਆਦੀ ਢਾਂਚਾ ਤੇ ਇਸ ਤੋਂ ਵੀ ਅਗਲੀ ਗੱਲ ਵਾਤਾਵਰਣ ਦਾ ਜੋ ਵਿਗਾੜ ਹੋ ਚੁੱਕਾ ਉਸ ਨੂੰ ਸਹੀ ਕਰਨ ਦੀ ਲੋੜ ਹੈ, ਤੇ ਪੰਜਾਬ ਦੇ ਵਿੱਚ ਉਹੀ ਪਾਰਟੀ ਟਿਕ ਸਕੇਗੀ ਜਿਹੜੀ ਇਹਨਾਂ ਮੁੱਦਿਆਂ ਨੂੰ ਲੈ ਕੇ ਆਪਣੇ ਵੱਲੋਂ ਯਤਨ ਕਰੇਗੀ। ਸੋ ਇਹਨਾਂ ਨੁਮਾਇੰਦਿਆਂ ਦੇ ਬਹੁਤ ਅਸੀਂ ਧੰਨਵਾਦੀ ਹਾਂ ਕਿ ਉਹਨਾਂ ਨੇ ਬੜੀਆਂ ਵੱਡੀਆਂ ਗੱਲਾਂ ਸਾਡੇ ਸਾਹਮਣੇ ਰੱਖੀਆਂ ਨੇ। ਔਰ ਸਭ ਤੋਂ ਵੱਡੀ ਗੱਲ ਕਿ ਰੈਵਨਿਊ ਪੰਜਾਬ ਦਾ ਕਿਵੇਂ ਵਧੇ, ਪੰਜਾਬ ਦੀ ਆਮਦਨੀ ਕਿਵੇਂ ਵਧੇ, ਪੰਜਾਬ ਦੇ ਲੋਕ ਕਿਵੇਂ ਤਰੱਕੀ ਕਰਨ, ਪੰਜਾਬ ਦੇ ਨੌਜਵਾਨ ਬਾਹਰ ਜਾਣ ਲਈ ਮਜਬੂਰ ਨਾ ਹੋਣ, ਸਗੋਂ ਪੰਜਾਬ ਤੋਂ ਭਗੌੜੇ ਨਾ ਬਣ, ਸਗੋਂ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਦਿਲ ਲਾ ਕੇ ਪੜ੍ਹਾਈ ਕਰਨ, PCS, IAS, IPS ਜਿਹੜੇ ਐਗਜ਼ਾਮ ਹੁੰਦੇ ਨੇ ਦੇਸ਼ ਭਰ ਦੇ ਵਿੱਚ, ਉਹਨਾਂ ਦੇ ਵਿੱਚ ਆਪਣਾ ਹਿੱਸਾ ਲੈਣ, ਕਿਉਂਕਿ ਉਹਨਾਂ ਦੇ ਇੱਥੋਂ ਜਾਣ ਦੇ ਨਾਲ ਸਿਰਫ ਉਹੀ ਨਹੀਂ ਜਾਂਦੇ, ਬ੍ਰੇਨ ਵੀ ਜਾਂਦਾ ਹੈ ਔਰ ਵੈਲਥ ਵੀ ਡਰੇਨ ਹੁੰਦੀ ਹੈ। ਔਰ ਇਸ ਮਾਮਲੇ ਦੇ ਉੱਤੇ ਮੈਂ ਸਮਝਦਾ ਕਿ ਪਾਰਟੀਆਂ ਨੂੰ ਹੋਰ ਜ਼ਿਆਦਾ ਚਿੰਤਾ ਕਰਨ ਦੀ ਲੋੜ ਹੈ। ਔਰ ਪੰਜਾਬ ਦੇ ਵਿੱਚ ਖੇਤੀ ਨਾਲ ਸੰਬੰਧਿਤ ਇੰਡਸਟਰੀ ਲੱਗੇ, ਛੋਟੀ ਛੋਟੀ ਇੰਡਸਟਰੀ ਲਾਉਣ ਦੀ ਗੱਲ ਪਾਰਟੀਆਂ ਨੇ ਕੀਤੀ ਵੀ ਹੈ, ਪਰ ਇਹ ਗੱਲ ਜਿਹੜੀ ਘਰ ਘਰ ਰੁਜ਼ਗਾਰ ਦੀ ਔਰ ਨੌਕਰੀਆਂ ਦੇਣ ਦੀ ਗੱਲ ਸਾਡੇ ਸਾਹਮਣੇ ਆਈ ਹੈ, ਉਸ ਬਾਰੇ ਚਿੰਤਾ ਕਰਨ ਦੀ ਲੋੜ ਹੈ, ਕਿਉਂਕਿ ਪੰਜਾਬ ਵਿੱਚ ਨੌਕਰੀਆਂ ਪੈਦਾ ਨਹੀਂ ਹੋ ਰਹੀਆਂ ਔਰ ਪਾਰਟੀਆਂ ਵੱਲੋਂ ਬਹੁਤ ਹੀ ਸੰਜੀਦਗੀ ਦੇ ਨਾਲ ਇਸ ਮਾਮਲੇ ਤੇ ਯਤਨ ਨਾ ਹੋਣ ਕਾਰਨ ਹੀ ਪ੍ਰਵਾਸ ਜਿਹੜਾ ਹੈ ਵਧਿਆ ਹੈ। ਬਿਨਾਂ ਸ਼ੱਕ ਪੂਰੀ ਇੱਕ ਸਦੀ ਤੋਂ ਵੱਧ ਸਮੇਂ ਤੋਂ ਪ੍ਰਵਾਸ ਪੰਜਾਬੀ ਨੇ, ਭਾਰਤੀ ਵੀ ਪ੍ਰਵਾਸ ਹੰਡਾ ਰਹੇ ਨੇ। ਇੱਕ ਜਨਰਲ ਗੱਲ ਹੈ, ਇਹ ਵਰਲਡ ਫਨੋਮੀਨਾ ਹੈ।
ਪਰ ਪੰਜਾਬ ਦੇ ਵਿੱਚੋਂ ਇਸ ਵੱਡੀ ਪੱਧਰ ਤੇ ਉਹਨਾਂ ਦਾ ਇੱਥੋਂ ਤੁਰ ਜਾਣਾ ਅਤੇ ਉਹਨਾਂ ਦਾ ਇੱਥੇ ਜੀ ਨਾ ਲੱਗਣਾ ਪੰਜਾਬੀਆਂ ਦਾ, ਇਹ ਸਾਰੀਆਂ ਪਾਰਟੀਆਂ ਦੇ ਦਾ ਇੱਕ ਬਹੁਤ ਵੱਡਾ ਵਿਸ਼ਾ ਹੈ। ਔਰ ਪੰਜਾਬੀਆਂ ਨੂੰ ਖਾਸ ਤੌਰ ਤੇ ਸਿਆਸੀ ਪਾਰਟੀਆਂ ਨੂੰ ਜਿਹੜੇ ਕਿ ਮੁੱਖ ਤੌਰ ਤੇ ਲੋਕ ਸੇਵਾ ਵੱਲ ਨੂੰ ਰੁਚਿਤ ਪਾਰਟੀਆਂ ਹੋਣ ਦੀ ਗੱਲ ਅਸੀਂ ਕਰਦੇ ਹਾਂ, ਕਿਉਂਕਿ ਪਾਰਟੀਆਂ ਮੁੱਖ ਤੌਰ ਤੇ ਸਮਾਜ ਸੇਵਾ ਕਰਨ ਲਈ ਹੀ ਗਿਣੀਆਂ ਜਾਂਦੀਆਂ ਨੇ, ਧਨ ਕਮਾਉਣ ਦਾ ਉਹਨਾਂ ਦਾ ਕੋਈ ਵਿਸ਼ਾ ਨਹੀਂ ਹੁੰਦਾ। ਸੋ ਇਸ ਮਾਮਲੇ ਤੇ ਉਹਨਾਂ ਨੂੰ ਯਤਨ ਕਰਨੇ ਚਾਹੀਦੇ ਨੇ ਤੇ ਉਹਨਾਂ ਦੇ ਉੱਤੇ ਜਿਹੜੇ ਪਿਛਲੇ ਸਮੇਂ ਤੇ ਮਾਫੀਆ ਦੇ ਨਾਲ ਰਲੇ ਹੋਣ ਦੇ ਸੂਬੇ ਦੇ ਵਿੱਚ ਕਾਨੂੰਨ ਦੀ ਵਿਵਸਥਾ ਠੀਕ ਨਾ ਹੋਣ ਦੇ ਇਲਜ਼ਾਮ ਲੱਗੇ ਨੇ, ਜਾਂ ਕਿਸੇ ਮੁੱਦੇ ਬਾਰੇ ਵੱਖਰੇ ਰਾਜ ਵਿੱਚ ਵੱਖਰੀ ਰਾਏ ਰੱਖਣ ਦੇ ਇਲਜ਼ਾਮ ਲੱਗੇ ਨੇ, ਉਹਨਾਂ ਬਾਰੇ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਔਰ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਠੋਸ ਗੱਲਾਂ ਜਿਹੜੀਆਂ ਨੇ ਉਹ ਰੱਖਣੀਆਂ ਚਾਹੀਦੀਆਂ ਨੇ। ਮੈਂ ਸਮਝਦਾ ਅੱਜ ਤਿੰਨੇ ਨੁਮਾਇੰਦਿਆਂ ਨੇ ਆਪੋ ਆਪਣੇ ਗਿਆਨ ਦੇ ਨਾਲ ਬਹੁਤ ਅੱਛੇ ਢੰਗ ਦੇ ਨਾਲ ਆਪਣੀਆਂ ਗੱਲਾਂ ਕੀਤੀਆਂ। ਜੀ ਵਾਕਈ ਅਸੀਂ ਸਾਰੇ ਵੀ ਇਹੀ ਉਮੀਦ ਕਰਦੇ ਹਾਂ, ਚਾਹੇ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਭਾਵੇਂ ਜਿੱਥੇ ਵੀ ਬੈਠੇ ਨੇ ਪੰਜਾਬੀ, ਉਹ ਇਹੀ ਸੋਚਦਾ ਕਿ ਪੰਜਾਬ ਦੁਬਾਰਾ ਆਪਣੇ ਪੈਰਾਂ ਤੇ ਖੜੇ ਹੋਵੇ ਤੇ ਪੰਜਾਬ ਇੱਕ ਖੁਸ਼ਹਾਲ ਸੂਬਾ ਬਣੇ। ਸੋ ਸਾਰੇ ਹੀ ਜਿਹੜੇ ਨੁਮਾਇੰਦੇ ਸਾਡੇ ਨਾਲ ਜਿਹੜੇ ਜੁੜੇ ਨੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਅੱਜ ਦੀ ਇਸ ਡਿਬੇਟ ਜਾਂ ਵਿਚਾਰ ਚਰਚਾ ਵਿੱਚ ਸ਼ਾਮਲ ਹੋਏ। ਥੈਂਕ ਯੂ ਸੋ ਮਚ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ, ਤੇ ਅਸੀਂ ਸਾਰਥਕ ਚਰਚਾ ਦੇ ਵਿੱਚ ਜੁੜੇ ਹੋਏ ਹਾਂ ਜਿੱਥੇ ਅਲੱਗ-ਅਲੱਗ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਸਾਡੇ ਨਾਲ ਜੁੜੇ ਨੇ, ਤਾਂ ਜੋ ਸਾਡਾ ਪੰਜਾਬ ਜਿੱਥੇ ਅਸੀਂ ਰਹਿਣਾ, ਜਿੱਥੇ ਸਾਡੀ ਜਨਰੇਸ਼ਨ ਨੇ ਰਹਿਣਾ, ਅਸੀਂ ਉਸ ਨੂੰ ਇੰਨਾ ਵਧੀਆ ਬਣਾ ਸਕੀਏ ਕਿ ਲੋਕ ਜਿਹੜੇ ਬਾਹਰ ਜਾਣ ਦੇ ਬੜੇ ਇੱਛੁਕ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਹੀ ਇੰਨਾ ਸਭ ਫੈਸਿਲਿਟੀਜ਼ ਮਿਲਣ ਕਿ ਉਹ ਬਾਹਰ ਦਾ ਰੁਖ ਨਾ ਕਰਨ। ਤੇ ਮੈਂ ਦੁਬਾਰਾ ਪਲਾਹੀ ਸਾਹਿਬ ਵੱਲ ਰੁਕ ਕਰਾਂਗਾ ਕਿ ਪਲਾਹੀ ਸਾਹਿਬ, ਜਿਵੇਂ ਹੁਣੇ ਸਾਰੇ ਜਿਹੜੇ ਸਾਡੇ ਨੁਮਾਇੰਦੇ ਜਿਹੜੇ ਜੁੜੇ ਨੇ ਉਹਨਾਂ ਨੇ ਅਲੱਗ-ਅਲੱਗ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਰੱਖੀਆਂ ਨੇ, ਪਰ ਨੌਕਰੀਆਂ ਦੀ ਜੇਕਰ ਗੱਲ ਕੀਤੀ ਜਾਵੇ, ਹਰ ਇੱਕ ਪਾਰਟੀ ਕਹਿੰਦੀ ਕਿ ਅਸੀਂ ਆਪਣੇ ਸਮੇਂ ਬਹੁਤ ਨੌਕਰੀ ਦਿੱਤੀਆਂ। ਹੁਣ ਅਕਾਲੀ ਦਲ ਦਾ ਵੀ ਜਿਹੜਾ 13 ਪੁਆਇੰਟ ਜਿਹੜੇ ਦਿੱਤੇ ਨੇ ਉਹਨਾਂ 'ਚ ਕਹਿ ਰਹੇ ਕਿ ਅਸੀਂ 5 ਲੱਖ ਨੌਕਰੀਆਂ ਦੇਵਾਂਗੇ। ਕੈਪਟਨ ਸਾਹਿਬ ਕਹਿੰਦੇ ਸੀਗੇ ਕਿ ਅਸੀਂ 1 ਲੱਖ ਸਰਕਾਰੀ ਨੌਕਰੀ ਦੇਵਾਂਗੇ। ਹੁਣ ਪਿੱਛੇ ਜੀ ਅਸੀਂ ਪਟਵਾਰੀ ਦੀ ਨੌਕਰੀ ਜਿਹੜੇ ਹੁਣ ਐਗਜ਼ਾਮ ਹੋਏ ਨੇ ਉਹਨਾਂ ਨੂੰ ਅਗਰ ਝਾਤੀ ਮਾਰ ਲਈਏ, 2-3 ਹਜ਼ਾਰ ਵੈਕੈਂਸੀ ਦੇ ਪਿੱਛੇ 2.5 ਲੱਖ ਦੇ ਅਰਾਊਂਡ ਜਿਹੜੇ ਨੇ ਬੱਚਿਆਂ ਨੇ ਪੇਪਰ ਦਿੱਤੇ ਨੇ। ਉਹ ਵੀ ਇੰਨਾ ਮਿਸਮੈਨੇਜਮੈਂਟ ਰਿਹਾ ਕਿ ਲੋਕਾਂ ਨੂੰ ਕਿੱਥੋਂ ਦੇ ਰਹਿਣ ਵਾਲੇ ਵਸਨੀਕ ਨੂੰ ਕਿੱਥੇ ਜਾ ਕੇ ਪੇਪਰ ਦੇਣਾ ਪਿਆ। ਉੱਥੇ ਹੋਰ ਵੀ ਕਾਫੀ ਪਰੇਸ਼ਾਨੀਆਂ ਆਈਆਂ ਜਾਂ ਹੋਰ ਵੀ ਕਾਫੀ ਸਾਰੀਆਂ ਚੀਜ਼ਾਂ ਇਹਦੇ ਨਾਲ ਰਿਲੇਟ ਕਰਦੀਆਂ ਨੇ। ਸੋ ਨੌਕਰੀਆਂ ਦਾ ਮਸਲਾ ਬੜਾ ਜ਼ਿਆਦਾ ਹੈ, ਤਾਂ ਹੀ ਲੋਕੀ ਬਾਹਰ ਭੱਜਦੇ ਨੇ ਕਿਉਂਕਿ ਇੱਥੇ ਨੌਕਰੀ ਨਹੀਂ ਮਿਲ ਰਹੀ। ਤੇ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਜਿਹੜੇ ਪਹਿਲੇ ਕੀਤੇ ਉਹ ਵੀ ਵਾਅਦੇ ਸੀਗੇ, ਜਿਹੜੇ ਹੁਣ ਉਹ ਮਤਲਬ ਸਿਰ ਬੰਦਾ ਸੋਚਦਾ ਹੀ ਹੈ। ਹੁਣ ਜਿਹੜੇ ਨਵੇਂ ਕੀਤੇ ਜਾ ਰਹੇ ਉਹ ਵੀ ਸੁਪਨਿਆਂ ਵਾਂਗੂ ਲੋਕੀ ਸੋਚ ਰਿਹਾ। ਹਕੀਕਤ ਕੀ ਹੈ ਤੇ ਕਿਵੇਂ ਤੁਸੀਂ ਦੇਖਦੇ ਹੋ ਸਾਰੀ ਗੱਲਬਾਤ ਨੂੰ? ਮੋਹਿਤ ਜੀ, ਬੜੀਆਂ ਅੱਛੀਆਂ ਗੱਲਾਂ ਤਿੰਨਾਂ ਵਕਤਿਆਂ ਨੇ ਕੀਤੀਆਂ ਨੇ ਔਰ ਆਪਣੀ ਪਾਰਟੀ ਦਾ ਪੱਖ ਰੱਖਣ ਦਾ ਯਤਨ ਕੀਤਾ ਹੈ। ਚੰਗੀ ਗੱਲ ਇਹ ਹੈ ਕਿ ਇਸ ਬਹਿਸ ਦੇ ਵਿੱਚ ਕੋਈ ਇਲਜ਼ਾਮਬਾਜ਼ੀ ਵਾਲੀ ਗੱਲ ਨਹੀਂ ਜੀ। ਕੁਝ ਇੱਕ ਮਸਲੇ ਜਿਹੜੇ ਆਮ ਆਦਮੀ ਪਾਰਟੀ ਨੇ ਸਾਡੇ ਸਾਹਮਣੇ ਲਿਆਂਦੇ ਨੇ, ਉਹ ਲੀਗਲ ਡਾਕੂਮੈਂਟ ਦੀ ਗੱਲ ਜਿਹੜੀ ਮੈਂ ਕੀਤੀ ਸੀ, ਮੇਰੀ ਸਮਝ ਵਿੱਚ ਪੰਜਾਬ ਦੇ ਤਰੱਕੀ ਦਾ ਮੁੱਖ ਮੁੱਦਾ ਜਿਹੜਾ ਹੈ ਉਹ ਹੈ ਕਿ ਸੀਮਤ ਇਹੋ ਜਿਹੇ ਸਾਧਨ ਬਣਾਏ ਜਾਣ ਔਰ ਉਹ ਪਾਰਟੀਆਂ ਉਹਨੂੰ ਲੀਗਲ ਡਾਕੂਮੈਂਟ ਦੇ ਤੌਰ ਤੇ ਲਿਆ ਕੇ ਗੱਲ ਅੱਗੋਂ ਤੋਰਨ। ਪੰਜਾਬ ਦੇ ਵਿੱਚ ਖੇਤੀ ਪ੍ਰਧਾਨ ਕਿਉਂਕਿ ਦੇਸ਼ ਹੈ, ਖੇਤੀ ਦਾ ਮੁੱਦਾ ਬਹੁਤ ਵੱਡਾ ਹੈ। ਖੇਤੀ ਘਾਟੇ ਦੀ ਖੇਤੀ ਬਣਦੀ ਜਾ ਰਹੀ ਹੈ ਔਰ ਪੰਜਾਬ ਦੇ ਵਿੱਚ ਜਿਹੜੀ ਇੰਡਸਟਰੀ ਹੈ, ਵੱਡੀ ਇੰਡਸਟਰੀ ਤਾਂ ਹੈ ਹੀ ਨਹੀਂ, ਪਰ ਪੰਜਾਬ ਦੀਆਂ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਦਾ ਇਸ ਮਾਮਲੇ ਦੇ ਕੀ ਕਹਿਣ ਹੈ ਕਿ ਜਿਹੜੀ ਸਾਡੀ ਐਗਰੀਕਲਚਰ ਪ੍ਰੋਡਕਟ ਹੈ ਉਹਦੇ ਵਿੱਚ ਖੇਤੀ ਸੈਕਟਰ ਦੇ ਵਿੱਚ ਜੇ ਅਸੀਂ ਵੱਧ ਤੋਂ ਵੱਧ ਇੰਡਸਟਰੀ ਲਾਈਏ ਤੇ ਕੀ ਅਸੀਂ ਪੰਜਾਬ ਦੀ ਇਕਨੋਮੀ ਨੂੰ ਥਾਂ ਸਿਰ ਕਰਨ ਦਾ ਯਤਨ ਕਰ ਸਕਦੇ ਹਾਂ। ਦੂਸਰੀ ਗੱਲ ਇਹ ਹੈ ਕਿ ਇੰਡਸਟਰੀ ਦੇ ਵਿੱਚ ਬਿਜਲੀ ਦੀ ਖਾਸ ਤੌਰ ਤੇ ਬੜੀ ਲੋੜ ਰਹਿੰਦੀ ਹੈ ਔਰ ਬਹੁਤ ਸਾਰੀਆਂ ਰਿਆਇਤਾਂ ਦੇਣ ਦੀ ਗੱਲ ਵੀ ਹੁੰਦੀ ਹੈ ਔਰ ਸਾਡੀਆਂ ਜਿਹੜੀਆਂ ਗੁਆਂਢੀ ਸਟੇਟਾਂ ਨੇ ਉਹਨਾਂ ਵੱਲੋਂ ਵੱਡੀਆਂ ਰਿਆਇਤਾਂ ਦੇਣ ਦੀ ਗੱਲ ਕੀਤੀ ਜਾਂਦੀ ਹੈ ਇੰਡਸਟਰੀ ਨੂੰ। ਇਸੇ ਕਰਕੇ ਪੰਜਾਬ ਦੇ ਇੰਡਸਟਰੀਅਲਿਸਟ ਜਿਹੜੇ ਨੇ ਉਹ ਇੱਥੋਂ ਬਾਹਰ ਨੂੰ ਕੂਚ ਕਰੀ ਜਾਂਦੇ ਨੇ। ਸੋ ਮੈਂ ਸਮਝਦਾ ਕਿ ਅਨਐਮਪਲਾਇਮੈਂਟ ਦਾ ਹੱਲ ਪੰਜਾਬ ਦੇ ਵਿੱਚ ਇੰਡਸਟਰੀ ਔਰ ਵਾਧੇ ਦੀ ਖੇਤੀ ਕਰਨ ਦੇ ਵਿੱਚ ਸੰਭਵ ਹੋ ਸਕਦਾ। ਇਸ ਮਾਮਲੇ ਤੇ ਤਿੰਨੇ ਪਾਰਟੀਆਂ ਦੀ ਕੀ ਰਾਏ ਹੈ, ਇਹ ਮੈਂ ਸਮਝਦਾ ਕਿ ਆਪਣੀ ਬਹਿਸ ਦਾ ਵਿਸ਼ਾ ਜੇ ਬਣ ਸਕੇ ਤਾਂ ਬੜੀ ਚੰਗੀ। ਵਾਕਈ ਇਸ ਨੂੰ ਵਿਸ਼ਾ ਬਣਾਉਣਾ ਚਾਹੀਦਾ ਵੀ ਹੈ। ਤੇ ਰੋਬਿਨ ਜੀ, ਤੁਹਾਡੀ ਜਿਹੜੀ ਕਾਂਗਰਸ ਸਰਕਾਰ ਹੈ, ਤੁਸੀਂ ਕੀ ਸੋਚਦੇ ਹੋ ਕਿ ਕਿਵੇਂ, ਜਿਵੇਂ ਭਲਾਈ ਸਾਹਿਬ ਨੇ ਕਿਹਾ ਕਿ ਜਿਹੜਾ ਸਾਡਾ ਪੰਜਾਬ ਹੈ ਉਹ ਖੇਤੀ ਪ੍ਰਧਾਨ ਸੂਬਾ ਹੈ, ਬਟ ਫਿਰ ਵੀ ਘਾਟੇ ਦੀ ਖੇਤੀ ਹੈ। ਪਿਛਲੇ ਕਾਫੀ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿਸਾਨ ਜਿਹੜੇ ਨੇ ਉਹ ਨਾ ਖੁਸ਼ ਨੇ, ਭਾਵੇਂ ਕੇਂਦਰ ਸਰਕਾਰ ਤੋਂ ਤਾਂ ਹੈ ਹੀ ਨੇ, ਪਰ ਸੂਬੇ ਦੀ ਸਰਕਾਰ ਤੋਂ ਵੀ ਉਹਨਾਂ ਨੂੰ ਇੰਨੀ ਫੈਸਿਲਿਟੀਜ਼ ਨਹੀਂ ਮਿਲ ਰਹੀਆਂ। ਸੋ ਉਹਦੇ ਲਈ ਸਰਕਾਰ, ਜਿਹੜੀ ਤੁਹਾਡੀ ਸਰਕਾਰ ਹੈ, ਉਹ ਕੀ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ 'ਚ ਕੀ ਕਰੇਗੀ?
ਮੋਹਿਤ ਜੀ, ਸਭ ਤੋਂ ਪਹਿਲਾਂ ਮੈਂ 1 ਮਿੰਟ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਦਿੰਦਾ। ਮੈਂ ਦਿਓਲ ਸਾਹਿਬ ਦੀ ਗੱਲ ਦਾ ਜਵਾਬ ਦੇਣਾ ਸੀ। ਉਹਨਾਂ ਨੇ ਜਿਹੜਾ ਆਪਣੀ ਮੈਨੀਫੈਸਟੋ ਦੇ ਰਿਗਾਰਡਿੰਗ ਅੱਜ ਜਿਹੜੀ ਡਿਬੇਟ ਹੈ, ਉਹਨਾਂ ਨੇ ਮੈਨੀਫੈਸਟੋ ਦੀ ਗੱਲ ਕੀਤੀ ਕਿ ਸਾਡੇ ਜਿਹੜਾ ਉਹਨਾਂ ਦਾ 13 ਪੁਆਇੰਟ ਦਾ ਏਜੰਡਾ ਹੈ, ਉਹਦੇ ਵਿੱਚ ਜਿਹੜੇ ਬਾਹਰ ਜਾਣ ਵਾਲੇ ਵਿਦਿਆਰਥੀ ਹੈ ਉਹਨਾਂ ਨੂੰ ਕ੍ਰੈਡਿਟ ਕਾਰਡ ਅਸੀਂ ਦੇਵਾਂਗੇ, ਤੇ ਜਿਹੜੇ ਕੋਚਿੰਗ ਸੈਂਟਰਸ ਹੈ ਉਹਨਾਂ ਨੇ ਸਪੈਸ਼ਲੀ ਉਹ 13 ਪੁਆਇੰਟ ਏਜੰਡੇ 'ਚ ਲਿਖਿਆ ਵੀ ਜਿਵੇਂ ਆਇਲਸ ਜਿਹੜੀ ਉਹਦੇ ਵਿੱਚ ਜੇ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਉਹਦੇ 'ਚੋਂ ਜਿਹੜੇ ਆਇਲਸ ਕੋਚਿੰਗ ਸੈਂਟਰ ਉਹਦੇ 'ਚੋਂ ਸਕਾਲਰਸ਼ਿਪ ਦਿਆ ਕਰਨਗੇ। ਇਹ ਤੋਂ ਵੱਧ ਮੈਂ ਸਮਝਦਾ ਵੀ ਤਰਸਯੋਗ ਗੱਲ ਹੋ ਕੀ ਸਕਦੀ ਹੈ ਪੰਜਾਬ ਲਈ। ਕੋਚਿੰਗ ਸੈਂਟਰ ਦੇ ਨਾਲ ਸਪੈਸ਼ਲ ਆਇਲਸ ਕੋਚਿੰਗ ਸੈਂਟਰ ਲਿਖਿਆ, ਕਿਉਂ ਨਹੀਂ ਉੱਥੇ ਪੀਸੀਐਸ ਹੋ ਸਕਦਾ, ਕਿਉਂ ਨਹੀਂ ਉੱਥੇ ਯੂਪੀਐਸਸੀ ਹੋ ਸਕਦਾ, ਕਿਉਂ ਨਹੀਂ ਉੱਥੇ ਆਈਏਐਸ ਆਈਪੀਐਸ ਹੋ ਸਕਦਾ। ਇਹ ਚਾਹੁੰਦੇ, ਮੈਂ ਸਮਝਦਾ ਵੀ ਪੰਜਾਬ ਦੇ ਯੂਥ ਨੂੰ ਇਹ ਵਾਧਾ ਨਹੀਂ ਦੇਖਣਾ ਚਾਹੁੰਦੇ। ਇਹ ਤਾਂ ਇੱਥੋਂ ਦੇਸ਼ ਨਿਕਾਲਾ ਵੀ ਇੱਥੋਂ ਨਿਕਲ ਜਾਓ, ਆਇਲਸ ਤੇ ਤੁਹਾਨੂੰ ਅਸੀਂ ਸਕਾਲਰਸ਼ਿਪ ਦੇਵਾਂਗੇ, ਜੇ ਤੁਸੀਂ ਬਾਹਰ ਜਾਂਦੇ ਆ ਤਾਂ ਉੱਥੇ ਤੁਹਾਨੂੰ ਫੋਰਨ ਕੰਟਰੀਜ਼ ਹੈ ਉੱਥੇ ਤੁਹਾਨੂੰ ਕ੍ਰੈਡਿਟ ਦੇਵਾਂਗੇ, ਲੋਨ ਦੇਵਾਂਗੇ। ਇਹ ਤੋਂ ਵੱਧ ਮੈਂ ਸਮਝਦਾ ਵੀ ਤਰਸਯੋਗ ਹੋਰ ਗੱਲ ਹੋ ਕੋਈ ਨਹੀਂ ਸਕਦੀ ਪੰਜਾਬ ਵਾਸਤੇ। ਤੁਸੀਂ ਗੱਲ ਕੀਤੀ ਹੁਣ ਖੇਤੀਬਾੜੀ ਦੀ, ਪੰਜਾਬ ਖੇਤੀ ਪ੍ਰਧਾਨ ਸੂਬਾ, ਇੱਥੇ 70% ਤੋਂ ਵੀ ਵੱਧ ਛੋਟਾ ਕਿਸਾਨ ਹੈ, 5 ਏਕੜ ਤੋਂ ਘੱਟ ਵਾਲਾ ਕਿਸਾਨ ਹੈ। ਤੇ ਸਭ ਤੋਂ ਵੱਧ ਜਿਹੜੀ ਲੋੜ ਹੈ ਅੱਜ ਪੰਜਾਬ ਦੇ ਵਿੱਚ ਕ੍ਰੌਪ ਡਿਵਰਸਿਫਿਕੇਸ਼ਨ ਦੀ ਹੈ। ਤੇ ਕ੍ਰੌਪ ਡਿਵਰਸਿਫਿਕੇਸ਼ਨ ਜਿਸ ਤਰ੍ਹਾਂ ਨਾਲ ਸਾਡਾ ਅੱਜ ਵਾਟਰ ਟੇਬਲ ਦੇ ਵਿੱਚ ਡਿਪਲੀਸ਼ਨ ਆ ਰਹੀ ਹੈ, ਤੇ ਪੰਜਾਬ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਮਦਦ ਨਾਲ ਅਨੇਕਾਂ ਤਰੀਕੇ ਨਾਲ ਖੇਤੀਬਾੜੀ ਮਾਹਰਾਂ ਨਾਲ ਸਲਾਹ ਕਰਕੇ ਜਿਹੜੇ ਕ੍ਰੌਪ ਡਿਵਰਸਿਫਿਕੇਸ਼ਨ ਦੇ ਨਵੇਂ ਮੈਥਡ ਹੈ, ਜਿਵੇਂ ਬਾਗਬਾਨੀ ਹੋ ਗਈ, ਹਾਰਟੀਕਲਚਰ ਹੋ ਗਿਆ, ਇਹਨਾਂ ਚੀਜ਼ਾਂ ਨੂੰ ਅੱਜ ਬੜਾਵਾ ਦੇਣ ਦੀ ਲੋੜ ਆ, ਤਾਂ ਕਿ ਜਿਹੜੀ ਰਵਾਇਤੀ ਜਿਹੜੇ ਕ੍ਰੌਪਸ ਆ ਜਿਵੇਂ ਕਣਕ ਹੋ ਗਈ, ਝੋਨਾ ਹੋ ਗਿਆ, ਇਹਨਾਂ ਗੱਲਾਂ ਤੋਂ ਸਾਨੂੰ ਥੋੜਾ ਹਟ ਕੇ ਹਾਰਟੀਕਲਚਰ ਜਾਂ ਬਾਗਬਾਨੀ ਵਾਲੇ ਪਾਸੇ ਕ੍ਰੌਪ ਡਿਵਰਸਿਫਿਕੇਸ਼ਨ ਦੀ ਲੋੜ ਹੈ। ਤੇ ਪੰਜਾਬ ਸਰਕਾਰ ਇਹਦੇ ਵਿੱਚ ਹਰ ਤਰੀਕੇ ਨਾਲ ਹਰ ਕਿਸਾਨ ਨੂੰ ਮਦਦ ਕਰਨ ਲਈ ਵਚਨਬੱਧ ਹੈ, ਭਾਵੇਂ ਉਹ ਪੋਲਟਰੀ ਫਾਰਮਿੰਗ ਹੋਵੇ, ਭਾਵੇਂ ਉਹ ਸਟੱਡ ਫਾਰਮਿੰਗ ਹੋਵੇ। ਇਹ ਗੱਲਾਂ ਨੂੰ ਅੱਜ ਸਾਡੇ ਕਿਸਾਨਾਂ ਨੂੰ ਸੋਚਣ ਦੀ ਲੋੜ ਹੈ। ਤੇ ਜਿਹੜੀਆਂ ਇਹ ਅਕਾਲੀ ਦਲ ਵਰਗੀਆਂ ਜਿਹੜੀਆਂ ਪਾਰਟੀਆਂ, ਮੈਂ ਦਿਓਲ ਸਾਹਿਬ ਤੋਂ ਜ਼ਰੂਰ ਇਹਦਾ ਜਵਾਬ ਮੰਗਦਾ ਕਿ ਇਹ ਇਹੋ ਜਿਹੀਆਂ ਗੱਲਾਂ ਕਰਦੇ ਆ ਵੀ ਆਇਲਸ ਕੋਚਿੰਗ ਸੈਂਟਰ ਤੇ ਤੁਹਾਨੂੰ ਸਕਾਲਰਸ਼ਿਪ ਦੇਵਾਂਗੇ, ਬਾਹਰ ਜਾਣ ਵਾਸਤੇ ਤੁਹਾਨੂੰ ਲੋਨ ਦੇਵਾਂਗੇ। ਇਹਨਾਂ ਦੇ 13 ਪੁਆਇੰਟ ਏਜੰਡੇ ਦੇ ਵਿੱਚ ਨਾ ਤਾਂ ਕੋਈ ਖੇਤੀਬਾੜੀ ਦੀ ਗੱਲ ਹੈ ਤੇ ਨਾ ਕੋਈ ਯੂਥ ਵਾਸਤੇ ਏਮਪਲੋਇਮੈਂਟ ਜਨਰੇਸ਼ਨ ਦੀ ਗੱਲ ਹੈ। ਬੜੀ ਸ਼ਰਮਨਾਕ ਗੱਲ ਹੈ ਮੋਹਿਤ ਜੀ, ਇਹਨਾਂ ਤੋਂ ਜਵਾਬ। ਮੈਂ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਅਹਿਬਾਬ ਗਰੇਵਾਲ ਜੀ ਨੇ ਉਹਨਾਂ ਤੋਂ ਸਵਾਲ ਅੱਗੋਂ ਮੈਂ ਕੰਟੀਨਿਊ ਕਰਦਾ ਕਿ ਦਿਓਲ ਸਾਹਿਬ ਇੱਥੇ ਜੁੜ ਗਏ ਨੇ, ਪਰ ਅਹਿਬਾਬ ਜੀ ਪਹਿਲਾਂ ਤੁਸੀਂ ਜਵਾਬ ਦਿਓ ਕਿ ਜਿਹੜਾ ਸਵਾਲ ਪਲਾਹੀ ਸਾਹਿਬ ਨੇ ਪੁੱਛਿਆ ਕਿ ਅਸੀਂ ਖੇਤੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਆਮ ਆਦਮੀ ਪਾਰਟੀ ਕੀ ਕਰੇਗੀ। ਮੋਹਿਤ ਜੀ ਦੇਖੋ, ਬਿਲਕੁਲ ਕਿਸਾਨੀ ਪ੍ਰਧਾਨ ਸੂਬਾ, ਹਰਿਤ ਕ੍ਰਾਂਤੀ ਤੋਂ ਬਾਅਦ ਘਾਟੇ ਦੀ ਖੇਤੀ ਤਾਂ ਹੋ ਗਈ ਕਿ ਉਸ ਤੋਂ ਬਾਅਦ ਇੱਕ ਐਵੋਲੂਸ਼ਨ ਦੀ ਲੋੜ ਸੀ, ਪਰ ਆਪਾਂ ਫਸ ਕੇ ਬਹਿ ਗਏ ਕਿ ਕਣਕ ਲਾ ਲਓ, ਝੋਨਾ ਲਾ ਲਓ, ਤੇ ਸਰਕਾਰੀ ਅਦਾਰੇ ਜਿਨ੍ਹਾਂ ਨੂੰ ਬਣਾਇਆ ਗਿਆ ਸੀਗਾ ਕਿ ਉਹ ਕਿਸਾਨੀ ਨੂੰ ਬਿਹਤਰ ਕਰਨਗੇ, ਉਹ ਸਰਕਾਰੀ ਅਦਾਰੇ ਬਣ ਕੇ ਰਹਿ ਗਏ ਪ੍ਰੋਕਿਉਰਮੈਂਟ ਏਜੰਸੀਆਂ। ਹੁਣ ਆਮ ਆਦਮੀ ਪਾਰਟੀ ਦੀ ਸਿੱਧੀ ਜੀ ਗੱਲ ਹੈ ਜੀ ਕਿ ਜਿਹੜੀ ਛੋਟੀ ਲੈਂਡ ਹੋਲਡਿੰਗ ਹੈ ਉਹਦੇ 'ਚ ਫਾਇਦਾ ਮੁਨਾਫਾ ਤਾਂ ਹੀ ਹੋਊਗਾ ਕਿ ਜੇ ਉਹਦੀ ਪ੍ਰੋਡਿਊਸ ਪ੍ਰੋਸੈਸ ਹੋ ਕੇ ਨਾਲ ਦੀ ਨਾਲ ਵਿਕੇ। ਉਹਦੇ ਲਈ ਤੁਹਾਨੂੰ ਸਮਾਲ ਸਕੇਲ ਇੰਡਸਟਰੀ ਜਿਹੜੀ ਐਗਰੀ ਵੇਸਟ ਹੈ ਉਹ ਲਾਉਣ ਦੀ ਲੋੜ ਹੈ। ਹਿੰਦੁਸਤਾਨ 10 ਤੋਂ 12 ਅਰਬ ਡਾਲਰ ਦੀਆਂ ਦਾਲਾਂ ਇੰਪੋਰਟ ਕਰਦਾ, 10 ਤੋਂ 12 ਅਰਬ ਡਾਲਰ ਦਾ ਸਰੋਂ ਦਾ ਤੇਲ ਇੰਪੋਰਟ ਕਰਦਾ। ਇਹ ਸਰਕਾਰ ਦਾ ਕੰਮ ਹੁੰਦਾ ਕਿ ਦੇਖਣਾ ਕਿ ਕਿਸ ਤਰ੍ਹਾਂ ਕਿਹੜੀ ਚੀਜ਼ ਦੀ आवश्यकता ਹੈ, ਲੋਕਾਂ ਨੂੰ ਗਾਰੰਟੀ ਦੇਣੀ, ਐਂਡ ਜਿਹੜਾ ਉਹ ਪ੍ਰੋਫਿਟ ਹੈ। ਜੇ ਤੁਸੀਂ ਸਿਰਫ ਇੱਕ ਗੱਲ ਦੇਖੋਗੇ, ਜੇ ਤੁਸੀਂ ਪ੍ਰੋਫਿਟ ਦੀ ਸਰਕਾਰ ਦਾ ਸਾਨੂੰ ਛੋਟੇ ਹੁੰਦੇ ਸਿਖਾਇਆ ਗਿਆ ਸੀ ਕਿ ਸਰਕਾਰ ਦਾ ਕੰਮ ਪ੍ਰੋਫਿਟ ਕਮਾਉਣਾ ਨਹੀਂ ਹੁੰਦਾ, ਤੇ ਇਹਦਾ ਮਤਲਬ ਕਿ ਘਾਟੇ ਦੀਆਂ ਸਰਕਾਰਾਂ ਚੱਲਦੀਆਂ ਨੇ। ਜੇ ਸਰਕਾਰ ਉਸ ਪ੍ਰੋਫਿਟ ਨੂੰ ਸ਼ੇਅਰ ਕਰੇ ਕਿਸਾਨ ਨਾਲ, ਛੋਟੇ ਕਿਸਾਨ ਨਾਲ, ਕਿ ਦੇਖੋ ਤੁਸੀਂ ਆਹ ਚੀਜ਼ ਗਰੋ ਕਰੋ, ਤੁਹਾਡੀ ਇੱਕ ਤਾਂ ਅਸੀਂ ਤੁਹਾਡੀ ਓਪਨ ਮਾਰਕੀਟ ਸੇਲ ਕਰਾਂਗੇ, ਜੋ ਪ੍ਰੋਫਿਟ ਹੋਊਗਾ ਅਸੀਂ ਸ਼ੇਅਰ ਕਰਾਂਗੇ, ਜੇ ਘਾਟਾ ਹੋਊਗਾ ਤਾਂ ਸਰਕਾਰ ਸਹੂਗੀ, ਕਿਉਂਕਿ ਸਰਕਾਰ ਹੈ। ਪਹਿਲੀ ਗੱਲ। ਦੂਜੀ ਗੱਲ ਰਹੀ ਕਿ ਜਦੋਂ ਆਪਾਂ ਮੋਹਿਤ ਗੱਲ ਕਰ ਰਹੇ ਹਾਂ, ਉਦੋਂ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਦੋਹੇ ਪਾਰਟੀਆਂ ਦਾ 25 ਸਾਲ ਰਾਜ ਰਿਹਾ। 25 ਸਾਲਾਂ 'ਚ ਤੁਸੀਂ ਇੱਕ ਵੀ ਅਜਿਹਾ ਕਦਮ ਦੱਸ ਦਿਓ ਜਿਹੜਾ ਤੁਸੀਂ ਚੱਕਿਆ ਹੋਵੇ ਜਿਹਦੇ 'ਚ ਆਪਣੀ ਸੋਲਿਡ ਡਾਇਵਰਸਿਫਿਕੇਸ਼ਨ ਨਾਲ ਆਪਾਂ ਤੁਰੇ ਹੋਈਏ। ਭਾਵੇਂ ਆਪਾਂ ਬਾਗਬਾਨੀ ਕਹਿ ਲਈਏ, ਕੋਈ ਹਾਰਟੀਕਲਚਰ ਕੁਝ ਕਹਿ ਲਈਏ, ਇੱਕ ਵੀ ਇਹੋ ਜਿਹਾ ਕਦਮ ਨਹੀਂ ਚੱਕਿਆ ਗਿਆ ਜਿੱਥੇ ਸੋਲਿਡ ਡਾਇਵਰਸਿਫਿਕੇਸ਼ਨ ਦਾ ਕੰਮ ਹੋ ਰਿਹਾ ਹੋਵੇ। ਸੋ ਲਿਪ ਸਰਵਿਸ ਬਹੁਤ ਹੈ। ਇਹਦੇ ਨਾਲ ਜਿਹੜੀ ਪੰਜਾਬ ਦਾ ਇੰਡਸਟਰੀ, ਪੰਜਾਬ ਦਾ ਕਿਸਾਨ ਬਹੁਤ ਖੁਸ਼ ਹੋਊਗਾ ਜੇ ਉਹਨੂੰ ਇਹ ਪਤਾ ਲੱਗੇ ਕਿ ਸਾਡੀ ਜਿਹੜੀ ਪ੍ਰੋਡਿਊਸ ਹੈ ਉਹਨੂੰ ਗਵਰਨਮੈਂਟ ਪ੍ਰੋਟੈਕਟ ਵੀ ਕਰ ਰਹੀ ਹੈ, ਤੇ ਗਵਰਨਮੈਂਟ ਜਿਹੜੀ ਹੈ ਸਾਨੂੰ ਬੜਾਵਾ ਵੀ ਦੇ ਰਹੀ ਹੈ। ਉਸ ਥੋੜਾ ਜਿਹਾ ਇੱਕ ਪੁਸ਼ ਦੀ ਲੋੜ ਹੁੰਦੀ ਹੈ, ਤੇ ਜੇ ਨੀਤ ਸਾਫ਼ ਹੋਵੇ ਤਾਂ ਪੁਸ਼ ਵੀ ਲੱਗ ਜਾਂਦਾ, ਤੇ ਉਹਦੇ ਨਾਲ ਇੰਪਲੋਇਮੈਂਟ ਜਨਰੇਸ਼ਨ ਤੁਸੀਂ ਦੱਸੋ ਕਿਵੇਂ ਨਾ ਹੋਊਗੀ। ਜਦੋਂ ਹਰ ਘਰ 'ਚ ਇੱਕ ਬੱਚਿਆਂ ਨੂੰ ਛੋਟੇ ਪਲਾਂਟ ਲੱਗਣਗੇ, ਕਿਵੇਂ ਨਾ ਇੰਪਲੋਇਮੈਂਟ ਜਨਰੇਸ਼ਨ ਹੋਊਗੀ। ਤੇ ਉਹਦੇ ਨਾਲ ਹੀ
ਹੋਰ ਅਦਾਰੇ ਨੇ ਸਰ, ਟੂਰਿਜ਼ਮ ਦਾ ਇੰਨਾ ਸਕੋਪ ਹੈ ਪੰਜਾਬ 'ਚ, ਉਹਦੇ ਨਾਲ ਕਿੰਨੀ ਇੰਪਲੋਇਮੈਂਟ ਜਨਰੇਸ਼ਨ ਹੁੰਦੀ ਹੈ। ਰਾਜਸਥਾਨ ਜੇ ਲੋਕ ਜਾਂਦੇ, ਸਾਡੇ ਕੋਲ ਪੁਰਾਣੀ ਤਰੋਰ ਘੱਟ ਪਈ ਹੈ, ਸਾਡੇ ਕੋਲ ਇੰਨਾ ਸੋਹਣਾ ਕੁਝ ਪਿਆ, ਅਸੀਂ ਉਹ ਕਿਉਂ ਨਹੀਂ ਵਰਤ ਸਕਦੇ? ਸੋ ਇਹ ਥੋੜੀ ਜਿਹੀ ਕ੍ਰੀਏਟੀਵਿਟੀ ਦੀ ਲੋੜ ਹੈ, ਪਰ ਇਹਨਾਂ ਦਾ ਦਿਮਾਗ ਹੀ ਨਹੀਂ ਉਸ ਪਾਸੇ ਗਿਆ। ਪ੍ਰੋਬਲਮ ਇਹ ਹੈ, ਦਿਮਾਗ ਹੀ ਜਦੋਂ ਦੂਜੇ ਪਾਸੇ ਹੈ ਤੇ ਕਿਸ ਤਰ੍ਹਾਂ ਹੱਲ ਹੋਏਗਾ? ਤੁਹਾਡੇ ਤੇ ਇਲਜ਼ਾਮ ਚੁੱਕਿਆ ਜਾ ਰਿਹਾ ਕਿ ਤੁਹਾਡੀ ਪਾਰਟੀ ਜਿਹੜੀ 13 ਪੁਆਇੰਟ ਜਿਹੜੇ ਲੈ ਕੇ ਹਾਜ਼ਰ ਹੋਈ ਹੈ, ਉਹਦੇ ਵਿੱਚ ਅਸੀਂ ਗੱਲ ਕਰ ਰਹੇ ਸੀਗੇ ਕਿ ਯੂਥ ਨੂੰ ਅਸੀਂ ਬਾਹਰ ਜਾਣ ਤੋਂ ਰੋਕੀਏ ਤੇ ਉਹਨੂੰ ਇੱਥੇ ਹੀ ਆਪਾਂ ਸક્ષਮ ਕਰ ਦਈਏ, ਉਹਨਾਂ ਨੂੰ ਉੱਥੇ ਆਪਾਂ ਇੰਪਲੋਇਮੈਂਟ ਦੇ ਦਈਏ। ਪਰ ਤੁਹਾਡੀ ਪਾਰਟੀ ਖੁਦ ਕਹਿ ਰਹੀ ਕਿ ਅਸੀਂ ਜੀ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਨੇ ਉਹਨੂੰ ਆਇਲਸ ਦੀ ਫੀਸ ਅਸੀਂ ਜਿਹੜੀ ਹੈ ਉਹ ਦੇ ਦੇਵਾਂਗੇ। ਇੱਕ ਵੈਲਿਡ ਜਿਹਾ ਪੁਆਇੰਟ ਰੋਬਿਨ ਜੀ ਨੇ ਪੁੱਛਿਆ ਕਿ ਕਿਉਂ ਨਹੀਂ ਜਿਹੜੀ ਤੁਸੀਂ ਫੀਸ ਦੀ ਗੱਲ ਕਰਦੇ ਆ ਕਿ ਉਹਨਾਂ ਨੂੰ ਆਪਾਂ ਬਿਨਾਂ ਬਹੁਤੇ ਵਿਆਜ ਤੁਸੀਂ ਲੋਨ ਦਵਾ ਦਾਂਗੇ, ਕਿ ਉਹ UPSC ਦੀ ਟ੍ਰੇਨਿੰਗ ਦੀ ਕਿਉਂ ਨਹੀਂ ਤੁਸੀਂ ਉਹ ਪੁਆਇੰਟ ਨੂੰ ਐਡ ਕੀਤਾ ਕਿ ਸਰਕਾਰੀ ਨੌਕਰੀਆਂ ਦੇ ਵਧੀਆ ਪੋਜੀਸ਼ਨ ਦੇ ਲਈ ਤੁਹਾਨੂੰ ਅਸੀਂ ਹੈਲਪ ਕਰਾਂਗੇ, ਬਾਹਰ ਜਾਣ ਦੇ ਲਈ ਹੀ ਤੁਸੀਂ ਕਿਉਂ ਇੱਦਾਂ ਕੀਤਾ? ਐਂਡ ਈਵਨ ਉਹਨਾਂ ਦਾ ਇੱਕ ਹੋਰ ਇਲਜ਼ਾਮ ਹੈ ਕਿ 13 ਪੁਆਇੰਟਾਂ ਦੇ ਵਿੱਚ ਕਿਸਾਨਾਂ ਦੇ ਲਈ, ਕਿਉਂਕਿ ਅਸੀਂ ਗੱਲ ਕਰ ਰਹੇ ਸੀਗੇ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ, ਜਿਹੜੀ ਘਾਟੇ ਦੀ ਖੇਤੀ ਇਹ ਚੱਲ ਰਹੀ ਹੈ, ਉਹਦੇ ਲਈ ਅਲੱਗ-ਅਲੱਗ ਪਾਰਟੀਆਂ ਕਿਵੇਂ ਉਸ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ? ਤੇ ਤੁਹਾਡੀ ਜਿਹੜੀ ਪਾਰਟੀ ਦੇ 13 ਪੁਆਇੰਟ ਜਿਹੜੇ ਆਏ ਨੇ ਉਹਨਾਂ ਵਿੱਚ ਕੋਈ ਵੀ ਪੁਆਇੰਟ ਅਜਿਹਾ ਨਹੀਂ ਹੈ ਜੋ ਖੇਤੀ ਨੂੰ ਮਜ਼ਬੂਤ ਕਰੇ। ਸੋ ਤੁਹਾਡਾ ਕੀ ਜਵਾਬ ਹੈ? ਮੋਹਿਤ ਜੀ, ਪਹਿਲੀ ਗੱਲ ਇਹ ਆ ਕਿ ਅਸੀਂ ਜਿਹੜਾ ਆਪਣੇ ਸਰਕਾਰੀ ਸਕੂਲਾਂ ਵਿੱਚ ਜਿਹੜੇ ਪੜ੍ਹੇ ਬੱਚੇ ਆ ਉਹਨਾਂ ਵਾਸਤੇ 1 ਲੱਖ ਨੌਕਰੀਆਂ ਦਾ ਇੰਤਜ਼ਾਮ ਕੀਤਾ। 10 ਲੱਖ ਬੱਚਿਆਂ ਵਾਸਤੇ ਜਿਹੜਾ ਪ੍ਰਾਈਵੇਟ ਸੈਕਟਰ ਦੇ ਵਿੱਚ ਆ ਉਹਨਾਂ ਨੂੰ ਪਹਿਲ ਦਿੱਤੀ ਜਾਊਗੀ ਆਪਣੇ ਪੰਜਾਬੀ ਬੱਚਿਆਂ ਨੂੰ। ਸੋ ਆਪਾਂ ਹਰ ਇੱਕ ਬੱਚੇ ਨੂੰ ਜ਼ਬਰਦਸਤੀ ਨਹੀਂ ਕਹਿ ਸਕਦੇ ਤੂੰ ਇੰਡੀਆ ਦੇ ਵਿੱਚ ਰਹਿ ਕੇ ਜੌਬ ਕਰਨੀ ਹੈ, ਕਿਉਂਕਿ ਹਰ ਬੱਚੇ ਦਾ ਆਪਣਾ ਫਿਊਚਰ ਹੈ, ਆਪਣੀ ਉਹਦੀ ਮਨਸ਼ਾ ਹੈ। ਸੋ ਮੈਂ ਸਮਝਦਾ ਕਿ ਜਿਹੜਾ ਇਹ 10 ਲੱਖ ਦਾ ਲੋਨ ਆ, ਇਹ ਉਹ ਜਿਹੜੇ ਪੈਸੇ ਤੋਂ ਵਾਂਝੇ ਰਹਿ ਜਾਂਦੇ ਬੱਚੇ ਆ, ਉਹ ਆਪਣਾ ਫਿਊਚਰ ਨਹੀਂ ਬਣਾ ਸਕਦੇ, ਉਹਨਾਂ ਵਾਸਤੇ ਬਹੁਤ ਵੱਡਾ ਇਹ ਮੀਲ ਪੱਥਰ ਸਾਬਤ ਹੋਊਗਾ। ਸੋ ਹਰ ਇੱਕ ਪਾਰਟੀ ਦਾ ਆਪਣਾ ਪ੍ਰੋਗਰਾਮ ਹੁੰਦਾ ਜੀ। ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਾਲੇ ਤੱਕ ਜੋ ਵੀ ਕਿਹਾ ਉਹ ਕਰਕੇ ਦਿਖਾਇਆ, ਔਰ ਜੋ ਅਸੀਂ ਕਹਿ ਰਹੇ ਹਾਂ ਉਹ ਫੈਕਟ ਦੇ ਆਧਾਰ ਦੇ ਉੱਪਰ ਅਸੀਂ ਪਹਿਲਾਂ ਸਾਰਾ ਸੋਚ ਵਿਚਾਰ ਕੇ ਉਹਨੂੰ ਡਾਟਾ ਬਣਾ ਕੇ ਪਾਰਟੀ ਪ੍ਰਧਾਨ ਸਾਹਿਬ ਨੇ ਫਿਰ ਲੋਕਾਂ ਨਾਲ ਵਾਅਦਾ ਕੀਤਾ ਜੀ। ਸੋ ਮੈਂ ਸਮਝਦਾ ਕਿ ਜਿਹੜਾ ਆਪਣੇ ਪ੍ਰਸ਼ਾਂਤ ਕਿਸ਼ੋਰ ਆ, ਜਿਹੜਾ ਉਹ ਝੂਠ ਦਾ ਪਰੰਦਾ ਬਣਾ ਕੇ ਲੈ ਕੇ ਆਉਂਦਾ, ਉਹ ਲੋਕ ਪਹਿਲਾਂ ਉਹਦੇ ਝਾਂਸੇ ਵਿੱਚ ਆ ਗਏ ਸੀ, ਹੁਣ ਦੁਬਾਰਾ ਨਹੀਂ ਆਉਣਗੇ। ਜੇ ਆਪਾਂ ਗੱਲ ਕਰੀਏ ਦੂਜਾ ਆਮ ਆਦਮੀ ਪਾਰਟੀ ਦੇ ਜਿਹੜੇ ਆਪਣੇ ਅਰਵਿੰਦ ਕੇਜਰੀਵਾਲ ਜੀ ਆ, ਦਿੱਲੀ ਦੇ CM ਸਾਹਿਬ ਹੈਗੇ ਆ, ਉਹਨਾਂ ਨੂੰ ਝੂਠ ਬੋਲ ਕੇ ਮੁਕਰਨ ਦੀ ਬਹੁਤ ਵੱਡੀ ਆਦਤ ਪੈ ਚੁੱਕੀ ਆ। ਉਹ ਹਾਈ ਕੋਰਟ ਦੇ ਵਿੱਚੋਂ ਵੀ ਫਟਕਾਰ ਖਾ ਚੁੱਕੇ ਆ, ਉਹ ਬਿਕਰਮ ਸਿੰਘ ਮਜੀਠੀਆ ਕੋਲੋਂ ਵੀ ਮਾਫੀ ਮੰਗ ਚੁੱਕੇ ਆ। ਸੋ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪੰਜਾਬੀਆਂ ਦੀ ਪਾਰਟੀ ਆ, ਜਿਹੜਾ ਪੰਜਾਬੀਆਂ ਨੂੰ ਅਕਾਲੀ ਦਲ ਦੇ ਉੱਪਰ ਵਿਸ਼ਵਾਸ ਹੈਗਾ, ਹੋਰ ਕਿਸੇ ਪਾਰਟੀ ਉੱਪਰ ਵੱਜਣਾ ਨਹੀਂ। ਸੋ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਲੋਕਾਂ ਨੂੰ ਜਿਹੜਾ ਉਹਨਾਂ ਦਾ ਬਣਦਾ ਮਾਣ ਸਤਿਕਾਰ। ਰਣਜੀਤ ਜੀ, ਤੁਹਾਡੀ ਆਵਾਜ਼ ਥੋੜੀ ਮਿਸ ਹੋ ਰਹੀ ਹੈ, ਪਰ ਫਿਰ ਵੀ ਮੈਂ ਆਪਣਾ ਸਵਾਲ ਵਿੱਚ ਇੱਕ ਹੋਰ ਐਡ ਕਰ ਦੇਵਾਂ ਰਣਜੀਤ ਸਿੰਘ ਜੀ ਨੂੰ। ਤੁਸੀਂ ਕਹਿੰਦੇ ਹੋ ਕਿ ਅਸੀਂ ਇੰਨੀਆਂ ਨੌਕਰੀਆਂ ਦੇ ਦੇਵਾਂਗੇ, ਇੱਕ ਸਕੀਮ ਦੇ ਤਹਿਤ ਅਸੀਂ ਕਾਫੀ ਜਿਹੜੀ ਨੀਲਾ ਕਾਰਡ ਧਾਰਕ ਜਿਹੜੀ ਮਹਿਲਾਵਾਂ ਨੇ ਉਹਨਾਂ ਨੂੰ 2000 ਰੁਪਈਆ ਪ੍ਰਤੀ ਮਹੀਨਾ ਦੇਵਾਂਗੇ। ਕਾਫੀ ਜਿਹੜੀ ਸਕੀਮਾਂ ਜਿਹੜੀਆਂ ਤੁਹਾਡੀ ਪਾਰਟੀ ਜਿਹੜੀ ਕਹਿ ਰਹੀ ਹੈ, ਉਹਦੇ ਤੇ ਤਾਂ ਪੰਜਾਬ ਦੇ ਉੱਪਰ ਜਿਹੜਾ ਆਲਰੇਡੀ ਕਰਜ਼ਾ 3 ਲੱਖ ਕਰੋੜ ਦਾ ਉਹ ਹੋਰ ਜ਼ਿਆਦਾ ਹੋਏਗਾ। ਅਸੀਂ ਇੱਥੇ ਸਾਰਥਕ ਵਿਚਾਰ ਚਰਚਾ ਇਸ ਕਰਕੇ ਕਰ ਰਹੇ ਹਾਂ ਕਿ ਅਸੀਂ ਜਿਹੜਾ ਕਰਜ਼ਾ ਉਸ ਨੂੰ ਘਟਾਉਣਾ ਐਂਡ ਇੱਕ ਪੋਜ਼ਿਟਿਵ ਜਿਹੜਾ ਇਕੋਨਮੀ ਜਿਹੜੀ ਹੈ ਉਹ ਪੰਜਾਬ ਦੀ ਲੈ ਕੇ ਆਣੀ ਹੈ। ਉਹਦੇ ਵਿੱਚ ਜਿਹੜੇ ਪੁਆਇੰਟ ਉਹ ਸਾਹਮਣੇ ਨਹੀਂ ਆ ਰਹੇ, ਕਿਉਂਕਿ ਜਦੋਂ ਤੁਹਾਡੀ ਸਰਕਾਰ ਸੀ, ਅਕਾਲੀਆਂ ਦੀ ਸਰਕਾਰ ਸੀ, ਉਦੋਂ ਵੀ ਤੁਹਾਡੇ ਜਿਹੜੇ ਖਜ਼ਾਨਾ ਮੰਤਰੀ ਸੀ ਉਹ ਆਖਦੇ ਸੀਗੇ ਕਿ ਜਿਹੜਾ ਖਜ਼ਾਨਾ ਹੈ ਖਾਲੀ ਹੈ। ਹੁਣ ਦੇ ਜਿਹੜੇ ਫਾਈਨੈਂਸ ਮਿਨਿਸਟਰ ਨੇ, ਖਜ਼ਾਨਾ ਮੰਤਰੀ ਹੈ, ਉਹ ਵੀ ਸੇਮ ਗੱਲ ਰਿਪੀਟ ਕਰ ਰਹੇ ਨੇ। ਨੋ ਡਾਊਟ ਭਾਵੇਂ ਕਾਫੀ ਨੌਕਰੀਆਂ ਉਹ ਸਾਹਮਣੇ ਕਰ ਰਹੇ ਨੇ, ਇਹ ਸਕੀਮਾਂ ਘੋਸ਼ਿਤ ਕਰ ਰਹੇ ਨੇ ਕਿਉਂਕਿ ਇਲੈਕਸ਼ਨਾਂ ਦੇ ਦਿਨ ਨੇੜੇ ਨੇ, ਬਟ ਫਿਰ ਵੀ ਜਿਹੜਾ ਖਜ਼ਾਨਾ ਖਾਲੀ ਦੇ ਖਾਲੀ ਉਸ ਨੂੰ ਭਰਿਆ ਨਹੀਂ ਜਾ ਰਿਹਾ, ਉਤੋਂ ਉਹਨੂੰ ਹੋਰ ਜਿਹੜਾ ਹੈ ਉਹਦੇ ਤੇ ਜਿਹੜਾ ਬੋਝ ਹੈ ਉਹ ਪਾਇਆ ਜਾ ਰਿਹਾ। ਸੋ ਹਾਂਜੀ ਰੋਬਿਨ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਰੋਬਿਨ ਜੀ ਕੀ ਕਹਿ ਰਹੇ ਹੋ? ਮੈਂ ਦਿਓਲ ਸਾਹਿਬ ਦਾ ਜਵਾਬ ਦੇਣਾ ਜੀ। ਇਹ ਵਾਰ-ਵਾਰ ਪਹਿਲਾਂ ਵੀ ਦਿਓਲ ਸਾਹਿਬ ਨੇ ਕਿਹਾ ਵੀ ਇਹਨਾਂ ਦਾ ਪਾਰਟੀ ਦਾ ਸਲੋਗਨ ਹੈ, ਜੋ ਕਿਹਾ ਉਹ ਕੀਤਾ, ਜੋ ਕਵਾਂਗੇ ਉਹ ਕਰਾਂਗੇ। ਮੈਂ 2012 ਦੇ ਇਹਨਾਂ ਦੇ ਮੈਨੀਫੈਸਟੋ ਦਾ ਇੱਕ ਪੁਆਇੰਟ ਇਹਨਾਂ ਨੂੰ ਯਾਦ ਕਰਾ ਦੇਣਾ ਚਾਹੁੰਦਾ, ਇੱਕ ਨਹੀਂ ਬਲਕਿ ਦੋ। ਜਿਹੜਾ ਯੂਥ ਨਾਲ ਇਹਨਾਂ ਨੇ ਵਾਅਦਾ ਕੀਤਾ ਸੀ, ਜਿਹੜਾ ਕਹਿੰਦੇ ਇੰਨਾ ਯਕੀਨ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬੀ ਤੇ ਨੌਜਵਾਨ ਕਰਦੇ ਆ, ਇਹਨਾਂ ਨੇ 10 ਲੱਖ ਨੌਕਰੀ ਦਾ ਵਾਅਦਾ ਕੀਤਾ ਸੀ 2012 ਚ। ਤੇ ਮੈਨੂੰ ਇਹ ਦੱਸ ਦੇਣ ਵੀ 10 ਲੱਖ ਨੌਕਰੀ ਇਹ 2007 ਤੋਂ 17 ਤੱਕ ਇਹਨਾਂ ਦੀ ਸਰਕਾਰ ਰਹੀ ਹੈ, ਪਰ ਉਹ 12 ਵਾਲੇ ਮੈਨੀਫੈਸਟੋ ਸੀ। ਇਹਨਾਂ ਨੇ 10 ਸਾਲਾਂ ਦੇ ਵਿੱਚ ਮੈਨੂੰ ਇਹ ਦੱਸ ਦੇਣ ਡਾਟਾ ਵੀ ਇਹਨਾਂ ਨੇ 10 ਲੱਖ ਨੌਕਰੀ ਦਾ। ਤੇ ਦੂਜੀ ਗੱਲ, ਇਹਨਾਂ ਨੇ ਵਾਅਦਾ ਕੀਤਾ ਸੀ +2 ਦੇ ਵਿਦਿਆਰਥੀਆਂ ਨੂੰ ਲੈਪਟਾਪ ਦੇਣ ਦਾ। ਇੱਕ ਲੈਪਟਾਪ ਮੈਨੂੰ ਦੱਸ ਦੇਣ ਪੂਰੇ ਪੰਜਾਬ 'ਚ ਜਿਹੜਾ ਦਿੱਤਾ ਹੋਵੇ। ਇਹ ਫਿਰ ਕਹਿ ਦਿੰਦੇ ਆ ਜੋ ਕਿਹਾ ਉਹ ਕਰਾਂਗੇ ਤੇ ਜੋ ਕਵਾਂਗੇ ਉਹ ਅਗਰ ਪਿੱਛੇ ਕਿਹਾ ਉਹ ਕੀਤਾ ਸੀ। ਤੇ ਇਹ ਗੱਲਾਂ ਨਾ ਦਿਓਲ ਸਾਹਿਬ, ਮੈਂ ਬੇਨਤੀ ਕਰਦਾ ਤੁਹਾਨੂੰ, ਮੈਂ ਕਹਿਣਾ ਨਹੀਂ ਚਾਹੁੰਦਾ, ਮਾਫ ਕਰਿਓ, ਬੱਚੇ ਨੂੰ ਨਾ
ਸੁਖਬੀਰ ਸਿੰਘ ਬਾਦਲ ਦਾ ਅੱਜ ਸੋਸ਼ਲ ਮੀਡੀਆ ਤੇ ਤੁਸੀਂ ਦੇਖੋਗੇ ਨਾਮ ਕੀ ਲੈਂਦੇ ਆ, ਮੈਨੂੰ ਹੁਣ ਇੱਥੇ ਚੈਨਲ ਤੇ ਕਹਿਣ ਦੀ ਲੋੜ ਨਹੀਂ। ਸੋ ਇਹ ਗੱਲਾਂ ਇਹ ਸ਼ੋਭਾ ਨਹੀਂ ਦਿੰਦੀ ਆ ਆਪਾਂ ਨੂੰ, ਜਿਹੜਾ ਅਸੀਂ ਜੋ ਪਿੱਛੇ ਦੇਖੀ ਹੈ ਨਾ 10 ਸਾਲਾਂ ਦੇ ਵਿੱਚ ਜੋ ਵਾਅਦੇ ਕੀਤੇ ਆ। ਮੈਂ ਹੁਣ ਜਿਵੇਂ ਤੁਹਾਨੂੰ ਆਹ 2 ਗੱਲਾਂ ਦੱਸਦੀਆਂ ਯੂਥ ਵਾਸਤੇ ਜਿਹੜੇ ਤੁਸੀਂ ਵਾਅਦੇ ਕੀਤੇ ਸੀ, ਜਾਂ ਮੈਨੂੰ 1 ਨੌਕਰੀ ਦੱਸ ਦਿਓ ਤੇ 1 ਲੈਪਟਾਪ ਦੱਸ ਦਿਓ। ਜੀ, ਮੈਂ ਰਣਜੀਤ ਸਿੰਘ ਦੇ ਜਵਾਬ ਤੋਂ ਪਹਿਲਾਂ ਮੈਂ ਆਮ ਆਦਮੀ ਪਾਰਟੀ ਤੋਂ ਜਵਾਬ ਲੈਣਾ ਚਾਹਾਂਗਾ ਕਿ ਹਿਬਾਬ ਗਰੇਵਾਲ ਜੀ, ਤੁਹਾਡੀ ਪਾਰਟੀ ਤੇ ਵੀ ਇਲਜ਼ਾਮ ਨੇ ਕਿ ਤੁਹਾਡੀ ਪਾਰਟੀ ਕਹਿ ਕੇ ਮੁੱਕਰ ਜਾਂਦੀ ਹੈ, ਮਤਲਬ ਜੋ ਕਹਿੰਦੇ ਉਹ ਕਰਦੇ ਨਹੀਂ ਆ, ਹੈ ਨਾ, ਤੋਂ ਬਾਅਦ 'ਚ ਮੁੱਕਰ ਜਾਣਾ। ਸੋ ਉਹ ਜਿਹੜਾ ਇਲਜ਼ਾਮ ਐਡਾ ਵੱਡਾ ਇਲਜ਼ਾਮ ਹੈ ਕਿ ਤੁਹਾਨੂੰ ਕਿਵੇਂ ਵਿਸ਼ਵਾਸ ਕੀਤਾ ਜਾਵੇ, ਤੁਹਾਡੇ ਤੇ ਭਰੋਸਾ ਕਿਵੇਂ ਕਰਨ ਪੰਜਾਬੀ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੋਹਿਤ ਜੀ ਦੇਖੋ, ਸਾਡਾ ਟਰੈਕ ਰਿਕਾਰਡ ਦੇਖ ਲਓ। ਦਿੱਲੀ ਦੇ ਲੋਕਾਂ ਨੇ ਇੱਕ ਵਾਰ ਨਹੀਂ, ਤੀਜੀ ਵਾਰੀ ਆਮ ਆਦਮੀ ਪਾਰਟੀ ਸਰਕਾਰ ਬਣਾਈ ਹੈ, ਉਨੇ ਹੀ ਭਾਰੀ ਬਹੁਮਤ ਨਾਲ ਬਣਾਈ ਹੈ। 2-4 ਸੀਟਾਂ ਉੱਤੇ ਥੱਲੇ ਕੋਈ ਬੜਾ ਫਰਕ ਨਹੀਂ ਹੁੰਦਾ, ਕਿਉਂਕਿ ਦਿੱਲੀ ਨਾਲ ਜੋ ਵਾਅਦੇ ਕੀਤੇ ਗਏ ਸੀਗੇ ਉਹ ਪੂਰੇ ਕੀਤੇ ਗਏ। ਜੋ ਸਿੱਖਿਆ ਦਾ, ਜੋ ਸਿਹਤ ਦਾ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਕੀਤਾ ਗਿਆ, ਉਹਦੇ 'ਚ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ, ਉਹ ਰੈਕਗਨਾਈਜ਼ ਚੀਜ਼ ਹੈ। ਐਂਡ ਅਸੀਂ ਜਿੱਥੇ ਬੈਠੇ ਹਾਂ, ਅੱਧੀ ਤੋਂ ਵੱਧ ਕੇਂਦਰ ਸਰਕਾਰ ਉੱਤੋਂ ਬੈਠੀ ਸਾਨੂੰ ਪੈਰੀਸਕੋਪ ਲਾ ਕੇ ਦੇਖ ਰਹੀ ਹੈ। ਜੇ ਸਾਡੇ 'ਚ ਕੋਈ ਕਮੀ ਪੇਸ਼ੀ ਹੁੰਦੀ ਹੈ ਸਾਨੂੰ ਬਖਸ਼ ਦੇਣਾ। ਸੋ ਅਸੀਂ ਜਿਹੜਾ ਹਾਲਾਤਾਂ ਵਿੱਚ ਦਿੱਲੀ ਵਿੱਚ ਡਿਲੀਵਰ ਕੀਤਾ, ਉੱਥੋਂ ਸਾਡੀ ਗੱਲ ਦਾ, ਜਿਹੜੇ ਵਾਅਦਿਆਂ ਦਾ ਮਹੱਤਵ ਸਾਡੇ ਲਈ ਸਮਝ ਆਉਂਦਾ। ਰਹੀ ਗੱਲ ਮੁਕਰਨ ਦੀ, ਦੇਖੋ ਜੀ ਬਾਰ-ਬਾਰ ਆਉਂਦੀ ਹੈ ਜੀ ਮਜੀਠੀਆ ਸਾਹਿਬ ਤੋਂ ਮਾਫੀ ਮੰਗ ਲਈ। ਇੱਕ ਗੱਲ ਸੁਣੋ, ਇੱਕ ਪ੍ਰਾਂਤ ਦਾ ਮੁੱਖ ਮੰਤਰੀ ਹੈ, ਉਹਨੂੰ ਜਦੋਂ ਸਮਝ ਆਈ, ਜਦੋਂ ਉਹਨੂੰ ਇਹ ਦਿਸਿਆ ਕਿ ਦੇਖੋ ਜੀ ਜਦੋਂ ਕਾਂਗਰਸ ਸਰਕਾਰ ਆਉਂਦੀ ਹੈ, ਪਹਿਲਾਂ ਤਾਂ ਕਹਿੰਦੇ ਸੀ ਫੜ ਕੇ ਅੰਦਰ ਦੇਵਾਂਗੇ, ਸਾਰਾ ਕੁਝ ਕਰਾਂਗੇ, ਇਹ ਲੀਗਲੀ ਕੁਝ ਵੀ ਨਹੀਂ ਕਰਨਾ ਇਹਨਾਂ ਨੇ ਅਗਲੇ 5 ਸਾਲ, ਕਿਸੇ ਵੀ ਤਰੀਕੇ ਦਾ ਕੋਈ ਵੀ ਕਦਮ ਨਹੀਂ ਚੱਕਣਾ ਹੈਗਾ। ਕਿਉਂਕਿ ਜੇ ਆਪਾਂ ਦੇਖੀਏ ਪੰਜਾਬ 'ਚ ਜਿਹੜਾ ਡਰੱਗ ਦੀ ਪ੍ਰੋਬਲਮ ਹੈ ਉਸ ਤਰ੍ਹਾਂ ਹੀ ਖੜੀ ਹੈ ਜਿਵੇਂ ਪਹਿਲਾਂ ਸੀਗੀ। ਸੋ ਉਹ ਆਪਣਾ ਟਾਈਮ ਬਰਬਾਦ ਕਰਨ ਲਈ ਤੁਸੀਂ ਆਉਂਦੇ ਹੋ, ਹਰ ਵਾਰੀ ਕੋਰਟ 'ਚ ਆ ਕੇ ਤੁਹਾਨੂੰ ਪੇਸ਼ੀ ਚੱਲਣੀ ਪੈਂਦੀ ਹੈ। ਸੋ ਹੀ ਵਾਸ ਗਿਵਨ ਲੀਗਲ ਐਡਵਾਈਸ ਕਿ ਦੇਖੋ ਜੀ ਜਦੋਂ ਆਪਣੀ ਸਰਕਾਰ ਆਊਗੀ ਉਦੋਂ ਆਪਾਂ ਇਹਦੀ ਤਹਿ 'ਚ ਜਾਵਾਂਗੇ, ਉਦੋਂ ਥੀ ਆਪਣਾ ਤੁਸੀਂ ਇਸ ਮਾਨਹਾਨੀ ਦੇ ਦਾਅਵੇ ਤੋਂ ਖਹਿੜਾ ਚਲਾਓ। ਔਨ ਦੀ ਅਦਰ ਹੈਂਡ ਸੰਜੇ ਸਿੰਘ ਹਲੇ ਵੀ ਉਸ ਗੱਲ ਤੇ ਖੜ ਕੇ ਇਹ ਕਰਾਉਂਦੇ, ਕਿਉਂਕਿ ਉਹਨਾਂ ਨੂੰ ਹੈ ਕਿ ਸਾਡੇ ਲੀਡਰ ਨੂੰ ਦਿੱਲੀ ਚਲਾਉਣਾ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਲੋਕਾਂ ਨੂੰ ਡਿਲੀਵਰ ਕਰਕੇ ਦੇ ਸਕੀਏ। ਰਹੀ ਸਰ ਵਾਅਦਿਆਂ ਦੀ ਗੱਲ, ਮੈਂ ਬਾਰ-ਬਾਰ ਮੋਹਿਤ ਜੀ ਗੱਲ ਕਹਿ ਰਿਹਾ, ਮੈਂ ਕਿਸੇ ਤੇ ਕੋਈ ਇਲਜ਼ਾਮ ਨਹੀਂ ਲਾਉਣਾ, ਮੈਂ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿਣਾ। 25 ਸਾਲ ਪਹਿਲਾਂ ਜਦੋਂ ਖਾੜਕੂਵਾਦ ਪੰਜਾਬ 'ਚ ਖਤਮ ਹੋਇਆ, ਉਦੋਂ ਪੰਜਾਬ ਹਰ ਇੱਕ ਇੰਡੀਕੇਟਰ ਤੇ ਇੰਨੇ ਬੁਰੇ ਸਮੇਂ ਦੇ ਬਾਵਜੂਦ ਪੰਜਾਬ ਇੰਡੀਆ ਦੇ ਟੌਪ 5 ਸਟੇਟਾਂ ਸੀ। ਅਖੀਰਲੇ 25 ਸਾਲਾਂ 'ਚ ਜਿਹੜਾ ਆਪਣੇ ਇੱਥੇ ਡੈਮੋਕ੍ਰੈਟਿਕ ਪ੍ਰੋਸੈਸ ਚੱਲਿਆ, ਮਾਹੌਲ ਠੀਕ ਹੋਇਆ, ਉਹਨਾਂ 25 ਸਾਲਾਂ 'ਚ ਆਪਾਂ ਅੱਜ ਕੰਟਰੀ ਦੇ ਬਾਟਮ 5-6 ਸਟੇਟਾਂ 'ਚ ਆ ਗਏ ਆ। ਕਿਸੇ ਵੀ ਇੰਡੈਕਸ ਤੇ ਲੈ ਲਓ ਤੁਸੀਂ, ਹਿਊਮਨ ਡਿਵੈਲਪਮੈਂਟ ਇੰਡੈਕਸ ਤੇ ਲੈ ਲਓ, ਅਨਇੰਪਲੋਇਮੈਂਟ 'ਚ ਆਪਾਂ ਵੀ ਆਰ ਸੈਕੰਡ ਓਨਲੀ ਟੂ ਬਿਹਾਰ ਔਰ ਉੜੀਸਾ। ਸੋ ਤੁਸੀਂ ਲਾਓ ਕਿਸ ਹੱਦ ਤੱਕ ਆਪਾਂ ਪਹੁੰਚ ਗਏ, ਕਿਸ ਹੱਦ ਤੱਕ ਆਪਣੇ ਬੱਚੇ ਬਾਹਰ ਜਾ ਰਹੇ ਆ। ਸੋ ਬੇਸਿਕਲੀ ਜਵਾਬਦਾਰੀ ਤਾਂ ਦੋਵੇਂ ਪਾਰਟੀਆਂ ਦੀ ਬਣਦੀ ਹੈ, ਕਿਉਂਕਿ 25 ਸਾਲ ਦਾ ਦੋਹਾਂ ਦੀ ਸਰਕਾਰ ਬਾਰੀ-ਬਾਰੀ ਰਹੀ ਹੈ ਕਿ ਅਸੀਂ ਕੀ ਨਹੀਂ ਕੀਤਾ। ਪਰ ਚਲੋ ਆਪਾਂ ਉਹਦੇ 'ਚ ਨਾ ਪਈਏ, ਅਸੀਂ ਪ੍ਰੈਕਟੀਕਲੀ ਇਹ ਕਹਿੰਦੇ ਹਾਂ ਕਿ ਦੇਖੋ ਜੀ ਇੱਕ ਇਮਾਨਦਾਰ ਕੋਸ਼ਿਸ਼ ਹੋਏਗੀ, ਲੋਕਾਂ ਦਾ ਪੈਸਾ ਦਰਦ ਨਾਲ ਖਰਚਿਆ ਜਾਏਗਾ, ਅਕਾਊਂਟੇਬਿਲਟੀ ਹੋਏਗੀ, ਰੂਲ ਆਫ ਲਾਅ ਹੋਏਗਾ। ਸ਼ਰੇਆਮ ਜਿਹੜਾ ਅੱਜ ਇੱਥੇ ਬਦਮਾਸ਼ੀ ਦਾ ਨਾਚ ਚੱਲ ਰਿਹਾ, ਜਿਹੜੇ ਆਪਣੇ ਬੱਚਿਆਂ ਦੇ ਰੋਲ ਮਾਡਲ ਗੁੰਡੇ ਬਣ ਗਏ ਨੇ ਯੂਨੀਵਰਸਿਟੀਆਂ ਵਾਲੇ, ਉਹ ਬੰਦ ਕੀਤਾ ਜਾਏਗਾ। ਪੋਲਿਟਿਸਾਈਜੇਸ਼ਨ ਜਿਹੜੀ ਸਟੂਡੈਂਟ ਕਾਉਂਸਲਾਂ ਦੀ ਆ ਉਹ ਬੰਦ ਕੀਤੀ ਜਾਊਗੀ ਤਾਂ ਕਿ ਬੱਚਿਆਂ ਦਾ ਧਿਆਨ ਪੜ੍ਹਾਈ ਵੱਲ ਜਾਵੇ। ਜਦੋਂ ਬੱਚਿਆਂ ਦਾ ਧਿਆਨ ਹੀ ਰੈਲੀਆਂ ਕਰਨ ਵੱਲ ਜਾਣਾ ਜਾਂ ਹੋਰ ਕੰਮਾਂ ਵੱਲ ਜਾਣਾ, ਬੱਚਿਆਂ ਨੇ ਪੜ੍ਹਨਾ ਕਿੱਥੇ ਹੈ ਜੀ। ਸੋ ਇਹ ਬੇਸਿਕ ਇੱਕ এনवायरमेंट ਦੇਣ ਦੀ ਲੋੜ ਹੁੰਦੀ ਹੈ। ਸਾਡਾ ਟਰੈਕ ਰਿਕਾਰਡ ਦਿੱਲੀ 'ਚ ਬੋਲਦਾ, ਉਹਦੇ ਕਰਕੇ ਲੋਕਾਂ ਨੇ ਸਾਨੂੰ ਦੁਬਾਰਾ ਉਨੀ ਭਾਰੀ ਬਹੁਮਤ ਨਾਲ ਚੁਣਿਆ।